ਹਾਂਜੀ ਅੱਜ ਦਾ ਨੋਰਮਲੀ ਵਿਦ ਕੰਸਲਟੇਸ਼ਨ ਆਫ ਤੁਹਾਡਾ ਜਿਹੜਾ ਕਲਾਸ ਦਾ ਕਾਉਂਸਲਰ ਹੈ, ਮੋਨੀਟਰ ਹੈ, ਕੁਝ ਕਹਿ ਲਓ, ਨਵਤੇਜ। ਪਹਿਲਾਂ ਆਫਕੋਰਸ ਹੁਕਮਨਾਮਾ, ਔਰ कैलाश होरां दी ड्यूटी है कि वो हुक्मनामा करनगे। इन केस वो थोड़ा जिहा लेट है तो असी नवतेज कर लेगा या वजीर जी शुरू कर लेंगे। उस तो बाद असी गुरु नानक साहब ते गलबात करांगे, क्योंकि अज महले पहले दा वाक है। गुरु नानक साहब दे उनके जिहड़े मेन उन्हां दा बर्थ, उन्हां दे किन्ने शब्द ने गुरु ग्रंथ साहब दे विच, सानूं बहुत सारी चीज़ां आउंदियां, पर फिर भी असी क्विकली उन्हां दे वी गो थ्रू तो वील गो टू हिज फैमिली। वी वुड लाइक टू टॉक मोर अबाउट हिज फादर, हिज मदर, हिज वाइफ, उन्हां दी मैरिज। क्योंकि अगर तुसी जन्म साखियां पढ़ोगे या गुरु नानक साहब दी लाइफ किसी भी सोर्स तो पढ़ोगे तो तुहानूं पता लगेगा भी बहुत डिफरेंस ऑफ ओपीनियन है। So we will discuss that as we go on. ਤੁਸੀਂ ਸ਼ੁਰੂ ਕਰਦੇ ਹੋ ਵਜ਼ੀਰ ਜੀ, ਤੁਸੀਂ ਸ਼ੁਰੂ ਕਰੋਗੇ? ਓਕੇ ਜੀ, ਹੁਕਮਨਾਮਾ ਹਾਂਜੀ ਤੁਸੀਂ ਕਰ ਲਓ ਜਦ ਤੱਕ ਕਲਾਸ ਚ ਜਾਂਦੇ ਨੇ, then ਕਲਾਸ will take over. ਓਕੇ ਜੀ, ਤੁਸੀਂ ਕਰੋ, ਰਹਾਓ ਤੱਕ ਕਰੋ। ਓਕੇ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪ ਦੇ। एक ओंकार सतनाम करता पुरख निरभौ निर्वैर अकाल मूर्त अजूनी स्वयंभू गुरु प्रसाद। शब्द शुरू होता है, जियो डरत है अपना कैसे हो करी पुकार। थोड़ा उच्ची बोलो। दुख विसारण सेविया सदा सदा दातार। ये तनासरी राग दे विच है, महले पहले दा गुरु नानक दा शब्द है। पहले घर च गाउण दी हिदायत है, 4 पदियां दा शब्द है। पूरा मूल मंत्र पूरा आएगा एक ओंकार तो लैके सतगुरु प्रसाद तक। ये मतलब बहुत बड़ी बोले कोई लोट नहीं है। जियो डरत है अपना कैसे हो करी पुकार। मेरा जी, मेरी आत्मा, मेरा अपना आप बहुत डर रहा है। किहड़ी गल्लों? दुख विसारण के दुखां दे विच दुख नूं विसारण वाला कौन है? मेरा जी इन्ना डर है कि मैं पुकार किहदे मूहरे करा, फरियाद किहनूं दसां, किहदे मूहरे मैं अपनी अर्ज करा। जिहड़ा दुख विसारण सेवी है सदा सदा दातार। फिर अरदास उहदे मूहरे करनी है जिन्हें दुख विसारने है, दुखां दा निर्विघन करना, दुखां नूं टालना है, दुखां नूं मुकाउणा है। ਉਹੀ ਸਦਾ ਸਦਾ ਦਾਤਾਰ ਹੈ, ਜਿਹੜਾ ਹਮੇਸ਼ਾ ਦਾਤਾਂ ਦੇਣ ਵਾਲਾ ਹੈ। ਉਹੀ ਥੋੜੇ ਦੁੱਖਾਂ ਦਾ ਨਿਵਾਰਨ ਕਰੇਗਾ, ਉਹੀ ਤੁਹਾਨੂੰ ਸੁੱਖ ਦਿਲਾਏਗਾ। ਸਾਹਿਬ ਮੇਰਾ ਨਿਤਨਮਾ ਸਦਾ ਸਦਾ ਦਾਤਾਰ। ਉਹ ਜਿਹੜਾ ਸਾਹਿਬ ਹੈ, ਮੇਰਾ ਪ੍ਰਭੂ ਹੈ, ਉਹ ਨਿਤ ਨਵਾਂ, ਹਰ ਰੋਜ਼ ਇਜ਼ ਫਰੈਸ਼। ਉਦੋਂ ਪਿਛਲੇ ਹਿਸਾਬ ਸਾਰੇ ਮੇਟ ਕੇ ਨਵੇਂ ਸਿਰੇ ਥੋੜਾ ਸ਼ੁਰੂ ਕਰਦਾ, ਤੁਹਾਨੂੰ ਨਵੀਆਂ ਦਾਤਾਂ ਹਰ ਰੋਜ਼ ਦਿੰਦਾ ਹੈ। ਰਹੋ ਇਹਦਾ ਤੁਸੀਂ ਕੁਝ ਕਲਾਸ ਨੂੰ ਮਤਲਬ ਦੱਸੋ, ਜਿਸ ਵੇਲੇ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ। ਇਹ ਨੀਤ ਨਵੇਂ ਦਾ ਮਤਲਬ ਗੁਰਬਾਣੀ 'ਚ ਆਉਂਦਾ ਕਿ ਉਹਨੇ ਥੋੜੇ ਜਿਹੜਾ ਐਵਰੀਥਿੰਗ ਹੀ ਸਟਾਰਟਸ ਫਰੈਸ਼, ਨਵਾਂ ਹੈ। ਔਰ ਥੋੜੇ ਜਿਹੜਾ ਪਿਛਲੇ ਜੋ ਕੁਝ ਦਿੱਤਾ ਹੋਇਆ ਉਹਦਾ ਕੋਈ ਹਿਸਾਬ ਨਹੀਂ ਰੱਖਦਾ। ਉਹ ਤੋਂ ਬਾਅਦ ਸਾਰੇ ਹਿਸਾਬ ਸਾਫ਼ ਕਰਕੇ ਤੁਹਾਨੂੰ ਨਿਤ ਨਵਾਂ ਥੋੜੀ ਪਰਚੀ ਨਵੇਂ ਸਿਰੋਂ ਬਣਾਉਂਦਾ ਹੈਗਾ। थोड़ी लाइफ नवे सिरों शुरू कर दे, थानू दाता नवे सिरों देनिया फिर शुरू कर दिंदा। और नित नवा एवरी टाइम ही इज एवर ग्रोइंग, ही इज विकसर रहेगा। ही इज कदे पुराना नहीं होता, कदे नित नवा। बिल्कुल बिल्कुल ठीक किया। जिस तरह वर्ड आउंदा गुरबाणी च बख्शनहार आओ, ਤੁਹਾਡਾ ਜੋ ਕੁਝ ਹੈ ਉਹ ਬਖਸ਼ ਦਿੰਦਾ। ਔਰ ਜੇ ਤੁਹਾਨੂੰ ਯਾਦ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਸੀ ਤੇ ਅਪਾਰਟ ਫਰਮ ਕਿ ਇਹ ਉਹਨਾਂ ਨੇ ਰਹਿਤਾਂ ਦੱਸੀਆਂ ਸੀ, ਉਹਨਾਂ ਨੇ ਉਹ ਵੀ ਕਿਹਾ ਸੀ ਵੀ ਅੱਜ ਤੋਂ ਤੁਹਾਡਾ ਜੀਵਨ ਨਵਾਂ ਸ਼ੁਰੂ ਹੋ ਰਿਹਾ। ਸੋ ਪਰਮਾਤਮਾ ਜਿਸ ਵੇਲੇ ਤੁਹਾਨੂੰ ਬਖਸ਼ਿਸ਼ ਕਰਦਾ, ਹੁਣ ਤੁਸੀਂ ਕਹਿ ਦਿਓਗੇ ਕਿ ਮੈਂ ਤੇ ਜੀ ਬੜੇ ਗੁਨਾਹ ਕੀਤੇ ਨੇ, ਪਤਾ ਨਹੀਂ ਪਰਮਾਤਮਾ ਮੈਨੂੰ ਬਖਸ਼ੇਗਾ ਕਿ ਨਹੀਂ। ਹੁਣ ਬਹੁਤ ਸੋਹਣਾ ਗੁਰੂ ਨਾਨਕ ਨੇ ਤੁਹਾਨੂੰ ਸੰਦੇਸ਼ ਦਿੱਤਾ ਇੱਥੇ ਕਿ ਤੁਸੀਂ, ਤੁਹਾਨੂੰ ਡਰਨ ਦੀ ਲੋੜ ਨਹੀਂ। ਤੁਸੀਂ ਕਿੰਨੇ ਵੀ ਗੁਨਾਹ ਕੀਤੇ ਹੋਣ, ਜੇ ਪਰ ਜੇ ਤੁਸੀਂ ਹੁਣ ਇੱਕ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅਰਦਾਸ ਕਰ ਦਿੱਤੀ ਹੈ
ਤੇ ਤੁਸੀਂ ਬਖਸ਼ਿਆ ਜਾਓਗੇ। ਇੱਥੇ ਗੱਲ ਸਾਰੀ ਬਖਸ਼ਣ ਦੀ ਹੈ ਕਿ ਉਹ ਰਹਿਮਤਾਂ ਕਰੇਗਾ ਤੇ ਉਹ ਤੁਹਾਨੂੰ ਜ਼ਰੂਰ ਬਖਸ਼ ਦੇਗਾ। ਹਾਂਜੀ ਹਾਂਜੀ ਰਹੋ। ਕਰ ਲਓ ਅੱਗੇ, ਕਿਉਂਕਿ ਹਾਲੇ ਤੇ ਆਏ ਨਹੀਂ ਕਲਾਸ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਵੇ ਸੋਏ। ਅਨ ਦਿਨ ਹਮੇਸ਼ਾ, all the time ਉਸ ਸਾਹਿਬ ਨੂੰ ਯਾਦ ਕਰੋ। ਉਹਨੇ ਤੁਹਾਨੂੰ ਅਖੀਰ ਵੇਲੇ ਉਹਨੇ ਹੀ ਥੋੜਾ ਛੁਟਕਾਰਾ ਕਰਨਾ ਹੋਗਾ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਵੇ। ਇਹ ਮੇਰੀ ਕਾਮਣੀ ਹੈ, ਮੇਰੀ ਸਹੇਲੀ, ਤੂੰ ਸੁਣ। ਉਹਦੀ ਸੇਵਾ ਹੀ, ਉਹਨੂੰ ਸਿਮਰਨਾ ਹੀ ਪਾਰ ਉਤਾਰਾ ਹੋਏ। ਤੁਹਾਨੂੰ ਪਾਰ ਲੰਘਾ ਸਕਦਾ ਹੈ, ਤੁਹਾਨੂੰ ਦੁੱਖਾਂ ਤੋਂ ਪਾਰ ਕਰ ਸਕਦਾ ਹੈਗਾ। ਤੁਹਾਨੂੰ ਸੰਸਾਰ ਦਾ ਸਾਗਰ, ਜਿਵੇਂ ਗੁਰਬਾਣੀ ਕਹਿੰਦੀ ਹੈ ਦੁੱਖਾਂ ਦਾ ਸਾਗਰ ਹੈ, ਉਹਦੇ ਵਿੱਚੋਂ ਪਾਰ ਕਰ ਸਕਦਾ ਹੈ। ਦਿਆਲ ਤੇਰੇ ਨਾਮ ਤਰਾਂ, ਜੇ ਤੇਰੀ ਦਇਆ ਹੋਏ ਤੇਰੇ ਨਾਮ ਦੇ ਨਾਲ ਮੈਂ ਤਰ ਜਾਵਾਂ, ਸਦਾ ਕੁਰਬਾਨੀ ਜਾਵਾਂ, ਮੈਂ ਤੇਥੋਂ ਹਮੇਸ਼ਾ ਕੁਰਬਾਨ ਜਾਂਦਾ। ਚਲੋ ਕੋ ਕਲਾਸ ਹੀ ਲੈ ਲੈਣਗੇ। ਹਾਂਜੀ ਜੋ ਇਹਨਾਂ ਜੋ ਵਜ਼ੀਰ ਜੀ ਨੇ ਦੱਸਿਆ, ਹਾਂਜੀ ਸਾਹਿਬ ਅਨਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਆਮ ਤੌਰ ਤੇ ਜੇ ਤੁਸੀਂ ਸ਼ਬਦ ਪੜ੍ਹਦੇ ਹੋ, ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋ, ਤੇ ਉੱਥੇ ਆਮ ਤੌਰ ਤੇ ਰੈਫਰੈਂਸ ਆਉਂਦਾ ਹੈ ਵੀ ਇਹ ਜਿਹੜਾ ਸੰਸਾਰ ਆ ਇੱਕ ਅੱਗ ਦਾ ਦਰਿਆ ਆ, ਔਰ ਇਸ ਨੂੰ ਅਸੀਂ ਪਾਰ ਕਰਨਾ ਹੈ। ਕਿਉਂਕਿ ਅੱਗ ਦਾ ਦਰਿਆ ਤਾਂ ਕਹਿੰਦੇ ਨੇ ਕਿ ਤੇ ਆਸੇ ਪਾਸੇ ਪਾਪ ਬਹੁਤ ਨੇ, ਔਰ ਅਸੀਂ ਉਹਨਾਂ ਪਾਪਾਂ ਦੇ ਵਿੱਚੋਂ ਲੰਘ ਕੇ ਅਕਾਲ ਪੁਰਖ ਤੱਕ ਪਹੁੰਚਣਾ। ਤੇ ਉਹ ਪਹੁੰਚਣ ਵਾਸਤੇ ਜਿਹੜਾ ਰਸਤਾ ਤੁਹਾਨੂੰ ਕਿਸੇ ਨੇ ਦਿਖਾਉਣਾ, ਤੁਹਾਡੀ ਕਿਸੇ ਨੇ ਬਾਂਹ ਪਕੜਨੀ ਹੈ, ਤੇ ਉਹ ਵਾਹਿਗੁਰੂ ਹੀ ਹੈ। ਹਾਂਜੀ ਕੈਲਾਸ਼ ਜੀ। ਹਾਂਜੀ, ਅਨਦਿਨ ਤੋਂ ਸਰਬੰਗ ਸਾਚਾ ਇੱਕ ਹੈ। ਰਹੋ ਤੋਂ ਬਾਅਦ ਹਾਂਜੀ, ਸਰਬ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ। ਹਾਂਜੀ ਇੱਕ ਮਿੰਟ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਤੇ ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਤੇ ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹੀ ਉਸ ਦਾ ਸਿਮਰਨ ਕਰਦਾ ਹੈ। ਹਾਂਜੀ, ਇਹ ਪੰਜਾਬੀ ਵੀ ਪੜ੍ਹੋ ਨਾ। ਸਰਬੰਗ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ। ਤਾਕੀ ਸੇਵਾ ਸੋ ਕਰੇ ਜਾਕੋ ਨਦਰ ਕਰੇ। ਜਿਸ ਉੱਤੇ ਉਹਦੀ ਨਦਰ ਹੋਏ ਉਹੀ ਤੇਰਾ ਨਾਮ ਜਪਦਾ। ਚਲੋ ਅੱਗੇ। ਹਾਂਜੀ, ਤੁਝ ਬਿਨ ਪਿਆਰੇ ਸੇਵ ਕਹਾਂ ਤੇ ਸੇਵ ਰਹਾ, ਸਾਂ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਹੇ ਵਾਹਿਗੁਰੂ, ਤੇਰੀ ਯਾਦ ਤੋਂ ਬਿਨਾਂ ਮੈਂ ਉਦਾਸ ਹੋ ਜਾਂਦਾ ਹਾਂ। ਮੇਰੇ ਤੇ ਇਹੋ ਜਿਹੀ ਬਖਸ਼ਿਸ਼ ਕਰਕੇ ਮੈਂ ਹਮੇਸ਼ਾ ਤੇਰੇ ਨਾਮ ਦੇ ਨਾਲ ਜੁੜਿਆ ਰਹਾਂ। ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜਿਸ ਪਾਸ ਮੈਂ ਜਾ ਕੇ ਆਪਣੀ ਅਰਦਾਸ ਕਰਾਂ ਕਿ ਤੂੰ ਮੈਨੂੰ ਆਪਣੀ ਮਿਹਰ ਕਰ ਮੇਰੇ ਤੇ। ਸਭ ਵਡਿਆਈ ਦੇ ਜਿਤ ਨਾਮ ਤੇਰੇ ਨਾਲ, ਦੂਜਾ ਨਾ ਹੀ ਕੋਈ, ਜਿਸ ਪਿਆਰੇ ਅੱਗੇ ਜਾ ਕੇ ਪਿਆਰੇ ਜਾ ਇਹ ਕਹਾਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿਨ ਬਿਨ ਚੁਕ ਚੁਕ ਹੋਏ। ਮੈਂ ਆਪਣੇ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸ ਹੋਰ ਕੋਲ ਜਾ ਕੇ ਦਾਤ ਨਹੀਂ ਮੰਗ ਸਕਦਾ। ਨਾਨਕ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਹੀ ਸੇਵਕ ਹਾਂ, ਅਤੇ ਪਲ ਪਲ ਉਸ ਤੋਂ ਬਲਿਹਾਰ ਹੁੰਦਾ ਹਾਂ। हे ਮਾਲਿਕ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਨਾਨਕ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁਕ ਚੁਕ ਹੋਏ ਰਹਾਓ। हे ਮਾਲਿਕ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਕੈਲਾਸ਼ ਜੀ ਨੇ ਸ਼ੁਰੂ ਕੀਤਾ ਸੀ, ਸਰਬੰਗ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ, ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਇੱਥੇ ਵਰਡ ਅਕਾਲ ਪੁਰਖ ਦਾ ਆਇਆ ਨਦਰ, ਔਰ ਤੁਸੀਂ ਆਮ ਤੌਰ ਤੇ ਜਿਹੜਾ ਸ਼ਬਦ ਪੜ੍ਹਦੇ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਨਦਰ ਜਿਹੜੀ ਹੈ ਗ੍ਰੇਸ ਇਹਨੂੰ ਕਹਿੰਦੇ ਨੇ, ਪਰਮਾਤਮਾ ਦੀ ਮਿਹਰ ਵੀ ਕਹਿੰਦੇ ਨੇ। ਤੁਸੀਂ ਪਰਮਾਤਮਾ ਦੀ ਮਿਹਰ ਜੇ ਪਰਮਾਤਮਾ ਦੀ ਬਖਸ਼ਿਸ਼ ਚਾਹੁੰਦੇ ਹੋ, ਤੇ ਫਿਰ ਤੁਹਾਡੇ ਕੋਲ 3 ਗੁਰੂ ਨਾਨਕ ਦੇ ਦਿੱਤੇ ਹੋਏ ਜਿਉ ਲੱਗੇ ਨੇ ਨਾ। ਨਾਮ ਜਪੋ, ਵੰਡ ਕੇ ਛਕੋ ਤੇ ਕਿਰਤ ਕਰੋ। ਇਹ 3 ਚੀਜ਼ਾਂ ਕਰੋਗੇ ਤੇ ਨਜ਼ਰ ਹੋਏਗੀ। ਇਹ ਨਹੀਂ ਕਿ ਡੈਫੀਨੇਟ ਨਹੀਂ ਹੈ, ਪਰ ਇੱਕ ਕੁਆਲੀਫਾਈ ਕਰਦੇ ਹੋ ਟੂ ਹੈ ਪਰਮਾਤਮਾ ਦਾ ਨਜ਼ਰ। ਕਿਉਂਕਿ ਜੇ ਤੁਸੀਂ ਇਹ 3 ਚੀਜ਼ਾਂ ਕਰ ਵੀ ਲਓ ਤੇ ਤੁਹਾਡਾ ਮਨ ਕਰਪਟ ਹੀ ਰਹੇ, ਤੇ ਫਿਰ ਤੇ ਕੋਈ ਗੱਲ ਨਹੀਂ ਬਣਦੀ। ਪਰ ਇਹ 3 ਚੀਜ਼ਾਂ ਕੁਆਲੀਫਾਈ ਕਰਨ ਵਾਸਤੇ, ਪਰਮਾਤਮਾ ਦੀ ਨਜ਼ਰ ਲੈਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਉਹਦਾ ਨਾਮ ਆਪਣੇ ਹਿਰਦੇ ਤੋਂ ਜਪੋ। ਇਹ ਪੱਕਾ ਹੈ ਕਿ ਓਨੈਸਟ ਲਿਵਿੰਗ ਆਪਣੀ ਰੱਖੋ, ਤੇ ਜੋ ਕੁਝ ਵੀ ਤੁਹਾਡੇ ਕੋਲ ਹੈ ਉਹਨੂੰ ਵੰਡ ਕੇ ਛਕੋ। ਤੁਧ ਬਾਤ ਪਿਆਰੇ ਕੇਵ ਰਹਾ, ਸਭ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਸੋ ਜਿਹੜਾ ਵਰਡ ਨਾਮ ਆਏਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਵਾਰੀ ਆਇਆ,
ਤੇ परमात्मा ਦਾ ਨਾਮ ਹੈ। ਇਹ परमात्मा ਦੀ ਜਿਹੜੀ ਤੁਹਾਨੂੰ ਦਿੱਤੀ ਹੋਈ ਸਿੱਖਿਆ ਉਹ ਹੈ ਜਿਹਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ। ਡਿਊਲਿਟੀ ਦਾ ਬਹੁਤ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਤੁਸੀਂ ਤਾਂ ਹੀ ਜਦੋਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਤੇ ਪਹਿਲਾਂ ਇੱਕ ਓਂਕਾਰ ਪੜ੍ਹਦੇ ਹੋ ਵੀ परमात्मा ਇੱਕ ਹੈ। ਉਹ ਤੁਹਾਨੂੰ ਇਹ ਨਹੀਂ ਕਿ ਤੁਸੀਂ ਉਹਨੂੰ ਪੜ੍ਹ ਕੇ ਬਸ ਅੱਗੇ ਲੰਘ ਜਾਓ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਉਹਨੂੰ ਸਮਝੋ ਵੀ ਕਿ परमात्मा ਇੱਕ ਹੈ। ਤੇ ਗੁਰੂ ਨਾਨਕ ਦੀ ਜਿਹੜੀ ਤੁਹਾਨੂੰ ਸਿੱਖਿਆ ਹੈ, ਇੱਕੋ ਹੀ परमात्मा ਵਿੱਚ ਤੁਹਾਡਾ ਯਕੀਨ ਹੋਣਾ ਚਾਹੀਦਾ ਹੈ। ਤੁਹਾਡਾ ਮਨ ਫੋਕਸ ਇੱਕੋ ਵਿੱਚ ਹੀ ਹੋਣਾ ਚਾਹੀਦਾ, ਭਟਕਣਾ ਨਹੀਂ ਚਾਹੀਦਾ। ਤੇ ਉਹਦੇ ਆਪੋਜ਼ਿਟ ਜਿਹੜਾ ਵਰਡ ਹੈ ਉਹ ਹੈਗਾ ਡਿਊਲਿਟੀ, ਕਿ ਤੁਸੀਂ ਕਈਆਂ ਦੇ ਵਿੱਚ ਯਕੀਨ ਕਰੋ ਤੇ ਕਈਆਂ ਘਰਾਂ ਵਿੱਚ ਨਸੇ ਭੱਜੇ ਫਿਰੋ, ਉਹ ਗਲਤ ਹੈ, ਫਿਰ ਉਹ ਬਲਾਸਫੇਮੀ ਆ। ਇੱਕ परमात्मा ਵਿੱਚ ਯਕੀਨ ਰੱਖੋ, ਆਪਣਾ ਮਨ ਫੋਕਸ ਰੱਖੋ ਤੇ ਜ਼ਰੂਰ ਤੁਹਾਡੇ ਸਾਰੇ ਕਾਰਜ ਜਿਹੜੇ ਨੇ ਉਹ ਪੂਰੇ ਹੋਣਗੇ। ਸੋ ਅਗਰ ਅਸੀਂ ਦੁਬਾਰਾ ਉੱਪਰ ਜਾਈਏ, ਜੋ ਵਜ਼ੀਰ ਜੀ ਨੇ ਕਿਹਾ, ਮੇਨ ਜਿਹੜਾ ਇਹਦੇ ਵਿੱਚ ਆਈਡੀਆ ਹੈ ਉਹ ਨਿਤ ਨਵੇਂ ਦਾ ਆਈਡੀਆ ਹੈ ਕਿ परमात्मा ਜਿਹੜਾ ਉਹ ਹਰ ਵੇਲੇ ਤੁਹਾਡੇ ਵਾਸਤੇ ਖੜਾ ਹੈ। ਉਹਦੀ ਬਖਸ਼ਿਸ਼, ਉਹਦੀ ਨਜ਼ਰ is always there for you, only you have to qualify to have it। ਅੱਛਾ, ਇਹਦੇ ਵਿੱਚ ਇੱਕ ਜਿਹੜਾ ਤੁਸੀਂ ਆਮ ਤੌਰ ਤੇ ਡਿਫਾਈਨ ਕਰਦੇ ਹੋ, ਚਲੋ ਦਰਪਨਾ ਕਰਦੇ ਕਿ ਰਹਾਉ ਦਾ ਕੀ ਮਤਲਬ ਹੈ, ਮੀਨਿੰਗ ਕੀ ਹੈ ਆਪਣਾ? ਰਹਾਉ ਦਾ ਸਰ ਦੋ ਮੀਨਿੰਗ ਹਨ। ਇੱਕ ਤੇ ਅਗਰ ਤੇ ਇੱਕ ਰਹਾਉ ਹੈਗਾ ਤੇ that is the essence of the ਸ਼ਬਦ, ਪਲੱਸ for the musicians it is ਕਿ ਤੁਸੀਂ ਉਹ ਚੀਜ਼ ਰਿਪੀਟ ਕਰਨੀ ਹੈ। ਵੈਰੀ ਗੁੱਡ, ਬਿਲਕੁਲ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦਾਂ ਵਿੱਚ ਕਈ ਸ਼ਬਦ ਨੇ ਜਿਨ੍ਹਾਂ ਵਿੱਚ ਕੋਈ ਰਹਾਉ ਨਹੀਂ ਹੈ। ਕਈਆਂ ਸ਼ਬਦਾਂ ਵਿੱਚ, ਬਹੁਤ ਸਾਰੇ ਸ਼ਬਦਾਂ ਵਿੱਚ ਇੱਕ ਰਹਾਉ ਹੈ, ਫਿਰ ਦੋ ਰਹਾਉ ਹੈ, ਤਿੰਨ ਰਹਾਉ ਨੇ। ਪਰ ਇਸ ਸ਼ਬਦ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖਿਆ ਤੇ ਗੁਰਦੀਪ ਜੀ ਕਿੰਨੇ ਰਹਾਉ ਨੇ? ਚਾਰ ਰਹਾਉ ਹੈ ਜੀ। ਚਾਰ ਰਹਾਉ ਨੇ। ਹਰ ਇੱਕ ਪਦੇ ਬਾਅਦ ਇੱਕ ਰਹਾਉ ਦਾ ਵਰਸ ਆਉਂਦਾ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਸ਼ਬਦ ਦੱਸ ਸਕਦੇ ਜਿਹਦੇ ਵਿੱਚ ਚਾਰ ਰਹਾਉ ਹੁੰਦੇ ਨੇ? ਹਾਂਜੀ, ਜਸਵੀਰ ਦੱਸ ਰਹੀ ਹੈ। ਹਾਂਜੀ, ਮੇਰੇ ਮਨ। ਜਸਵੀਰ ਦੱਸ ਰਹੀ, ਜਸਵੀਰ। ਬੰਜ਼ਾਰਾ 6 ਰਹਾਉ ਵਾਲਾ। ਉਹ ਤੇ 6 ਦਾ ਨਹੀਂ, 4 ਦਾ ਇੱਕ ਹੋਰ ਦੱਸੋ। 6 ਦਾ ਠੀਕ ਹੈ ਤੁਹਾਡਾ ਬੰਜਾਰਾ। ਮਨ ਲੋਚੇ ਗੁਰਤਾਈ। ਮੇਰੇ ਮਨ ਲੋਚੇ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਉਹਦੇ ਵਿੱਚ ਵੀ 4 ਰਹਾਉ ਨੇ। ਜੇ ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹੋਗੇ ਤੇ ਜੇ ਮੇਰੀ ਕਾਊਂਟਿੰਗ ਠੀਕ ਹੈ ਤੇ 4 ਸ਼ਬਦ ਹੈ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ 4 ਰਹਾਉ ਨੇ। ਦੋ ਤੇ ਤੁਹਾਨੂੰ ਪਤਾ ਲੱਗ ਗਏ, ਇੱਕ ਤੇ ਇਹੀ ਹੈ ਜਿਹੜਾ 660 ਤੇ ਹੈ ਜਿਹੜਾ ਅੱਜ ਅਸੀਂ ਪੜ੍ਹਿਆ। ਇੱਕ ਪਰਮਜੀਤ ਨੇ ਦੱਸਿਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਇੱਕ ਰਾਗ ਆਸਾ ਵਿੱਚ ਵੀ ਹੈ, ਰਾਗ ਆਸਾ ਦਾ ਵਿੱਚ ਵੀ ਸ਼ਬਦ ਹੈ ਜਿਹਦੇ ਵਿੱਚ 4 ਰਹਾਉ ਆਉਣਗੇ। ਜੇ ਤੁਸੀਂ ਲੱਭਣਾ ਤੇ ਲੱਭ ਲੈਣਾ। ਤੇ ਇੱਕ ਸ੍ਰੀ ਰਾਗ ਵਿੱਚ ਵੀ ਹੈ ਸ਼ਬਦ ਜਿਹਦੇ ਵਿੱਚ 4 ਰਹਾਉ ਨੇ। ਸੋ ਸਿਰਫ ਨੌਲੇਜ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂਕਿ ਮੋਸਟਲੀ ਤੁਸੀਂ ਕਹਿੰਦੇ ਹੋ ਬਈ ਇੱਕ ਰਹਾਉ ਹੁੰਦਾ, ਕਿਹੜੇ ਸ਼ਬਦਾਂ ਦੇ ਵਿੱਚ ਰਹਾਉ ਨਹੀਂ ਹੁੰਦਾ ਅਕੋਰਡਿੰਗ ਟੂ ਯੂਰ ਨੌਲੇਜ? ਮਹਿੰਦਰ, ਤੁਹਾਨੂੰ ਪਤਾ ਇਸ ਦਾ ਜਵਾਬ? ਹਾਂਜੀ, ਆਪਣੇ ਵਾਰਾਂ ਦੇ ਵਿੱਚ ਰਹਾਉ ਨਹੀਂ। ਸ਼ਬਦ ਵੀ ਦੱਸੋ ਜਿਹਨਾਂ ਵਿੱਚ ਨਹੀਂ ਹੁੰਦਾ। ਜਿਹੜੇ ਇੱਕ ਪੂਰਾ ਜਿਹਦੇ ਵਿੱਚ ਤੁਹਾਡੇ 3 ਸ਼ਬਦ ਨੇ। ਰਾਗ ਲੈ ਲਓ ਦੀ ਐਗਜ਼ਾਮਪਲ। 3 ਸ਼ਬਦ ਨੇ ਜਿਹੜੇ ਗੁਣਵੰਤੀ। ਕਿਹੜੇ ਸ਼ਬਦ ਨੇ ਜਿਹਨੂੰ ਖਾਸ ਉਹਦਾ ਨਾਮ ਹੀ ਹੈ ਡਿਫਰੈਂਟ, ਉਹਨਾਂ ਦਾ ਟਾਈਟਲ ਹੈ? ਗੁਣਵੰਤੀ, ਚੱਜੀ ਕੁਚੱਜੀ, ਗੁਣਵੰਤੀ, ਛੰਤ। ਛੰਤ ਜਿਹੜੇ ਨੇ ਉਹਨਾਂ ਵਿੱਚ ਵੀ ਰਹਾਉ ਨਹੀਂ ਹੁੰਦਾ। ਉਹ ਵੀ ਆਲਮੋਸਟ 4 ਪਦੇ ਦੇ ਹੀ ਹੁੰਦੇ ਨੇ, ਹੈ ਉਹ ਵੀ ਸ਼ਬਦ ਨੇ, ਪਰ ਉਹਨਾਂ ਉੱਤੇ ਇੱਕ ਹੈਡਿੰਗ ਹੈ ਛੰਤ। ਉਹਨਾਂ ਦੇ ਵਿੱਚ ਰਹਾਉ ਨਹੀਂ ਆਉਂਦਾ। ਕੋਈ ਟੈਕਨੀਕਲ ਕੋਈ ਐਕਸਪਲੇਨੇਸ਼ਨ ਹੈ ਵੀ ਉਹਨਾਂ ਵਿੱਚ ਰਹਾਉ ਹੈ ਕਿ ਕਈਆਂ ਵਿੱਚ ਰਹਾਉ ਨਹੀਂ ਹੈ। ਹੁਣ ਜੇ 4 ਰਹਾਉ ਨੇ ਤੇ ਨੈਚੁਰਲੀ ਇਹਦਾ ਮਤਲਬ ਹੈ ਉਹਦੇ ਵਿੱਚ ਡਿਫਰੈਂਟ ਥੀਮ ਹੈ, ਹਰ ਸਟੈਂਜ਼ੇ ਦੇ ਵਿੱਚ ਡਿਫਰੈਂਟ ਗੱਲ ਕਹੀ ਗਈ ਹੈ ਔਰ ਤੁਹਾਨੂੰ ਬੜੀ ਆਸਾਨੀ ਨਾਲ ਸਮਝ ਆ ਸਕਦੀ ਹੈ ਜੇ ਤੁਸੀਂ ਜਿਹੜਾ ਪਰਮਜੀਤ ਨੇ ਸ਼ਬਦ ਕਿਹਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਉਹਦੇ ਵਿੱਚ ਇੱਕ ਭੁਲੇਖਾ ਸੀ ਜਿਹੜਾ ਕਿ ਮੈਂ ਆਪਣੀ ਖੋਜ ਦੇ ਮੁਤਾਬਕ ਦੱਸ ਰਿਹਾ ਔਰ ਯੂ ਕੈਨ ਡਿਸਐਗਰੀ ਵਿਦ ਮੀ ਕਿ ਜਿਹੜੀ ਲਾਸਟ ਉਹਨਾਂ ਦਾ ਸਟੈਂਜ਼ਾ ਉਹਦੇ ਵਿੱਚ 2 ਵਾਰੀ ਨਾਨਕ ਵਰਡ ਆਇਆ ਔਰ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਜਾਂ ਕ੍ਰਿਟਿਸਿਜ਼ਮ ਦਾ ਵਰਡ ਨਹੀਂ ਯੂਜ਼ ਕਰਾਂਗਾ ਪਰ ਉਹ ਕਹਿੰਦੇ ਸਨ ਕਿ ਚੂੰਕਿ ਸ਼ਬਦ
ਗੁਰੂ ਅਰਜਨ ਨੇ ਗੁਰੂ ਬਣਨ ਤੋਂ ਪਹਿਲਾਂ ਉਚਾਰਿਆ ਤੇ ਫਿਰ ਇਹਦੇ ਵਿੱਚ ਨਾਨਕ ਵਰਡ ਕਿਉਂ ਆਇਆ? ਤੇ ਜੇ ਤੁਸੀਂ ਮੇਰੀ ਪਹਿਲੀ ਡਿਸਕਸ਼ਨ ਸੁਣੀ ਹੋਈ ਜਾਂ ਪਹਿਲੀ ਸਟੇਟਮੈਂਟ ਸੁਣੀ ਹੋਏਗੀ ਤੇ ਜਿਸ ਵੇਲੇ ਗੁਰੂ ਅਰਜਨ ਨੂੰ ਕਿਹਾ ਗਿਆ ਗੁਰੂ ਰਾਮਦਾਸ ਜੀ ਨੇ ਕਿ ਤੂੰ ਇਹਨੂੰ ਕੰਪਲੀਟ ਕਰ, ਤੇ ਲਾਸਟ ਜਿਹੜੇ ਦੋ ਲਾਈਨਾਂ ਨੇ ਉਹਦੇ ਵਿੱਚ ਇੱਕ ਲਾਈਨ ਫਿਰ ਗੁਰੂ ਰਾਮਦਾਸ ਜੀ ਨੇ ਸ਼ੇਅਰ ਕੀਤੀ ਹੈ ਵਿਦ ਗੁਰੂ ਅਰਜਨ, ਤਾਂ ਉਹਦੇ ਵਿੱਚ ਫਿਰ ਗੁਰੂ ਨਾਨਕ ਵਰਡ ਆਇਆ। ਸੋ ਗੁਰੂ Arjan, at that time Arjan was supported by Guru Ramdas, and so you can say now how Guru Nanak Sahib ਦਾ ਨਾਮ ਕਿਉਂ ਉਸ ਸ਼ਬਦ ਦੇ ਵਿੱਚ ਆਇਆ ਤੇ ਕਿਵੇਂ ਆਇਆ। ਗੁਰੂ ਨਾਨਕ ਸਾਹਿਬ ਦੀ ਲਾਈਫ ਦੇ ਬਾਰੇ ਤੁਹਾਨੂੰ ਬਹੁਤ ਕੁਝ ਹੁੰਦਾ, ਸੋ ਥੋੜਾ ਜਿਹਾ ਅਸੀਂ ਉਹਦੇ ਤੇ ਜਾਵਾਂਗੇ ਔਰ ਨਾਰਮਲੀ ਅਸੀਂ ਪਰਮਜੀਤ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਪਰਮਜੀਤ, ਫਿਰ ਦਵਿੰਦਰ, ਫਿਰ ਗੁਰਦੀਪ, ਮਹਿੰਦਰ, ਐਂਡ ਦੈਟ ਇਜ਼ ਰੋਟੇਟ ਕਰਾਂਗੇ ਅਸੀਂ। ਗੁਰੂ ਨਾਨਕ ਸਾਹਿਬ ਦਾ ਜਨਮ ਪਰਮਜੀਤ ਕਿਹੜੀ ਜਗ੍ਹਾ ਹੋਇਆ? ਤਲਵੰਡੀ। ਤਲਵੰਡੀ ਨੂੰ ਅੱਜ ਕੱਲ੍ਹ ਕੀ ਕਹਿੰਦੇ ਨੇ? ਨਨਕਾਣਾ ਸਾਹਿਬ। ਤਲਵੰਡੀ ਇੱਕ ਹੋਰ ਵੀ ਹੈ, ਉਹ ਕਿਹੜੀ ਹੈ ਜਿਹਨੂੰ ਤਲਵੰਡੀ ਸਾਬੋ ਕਹਿੰਦੇ ਨੇ? ਉਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਫਾਈਨਲ ਵਰਜਨ ਕੀਤੀ ਸੀ। ਅੱਜ ਕੱਲ੍ਹ ਉਹਦਾ ਨਾਂ ਕੀ ਹੈ? ਦਮਦਮਾ ਸਾਹਿਬ। ਐਕਸੀਲੈਂਟ, ਦੋਨੋਂ ਵਰਡ ਬਹੁਤ ਤੇਰੇ ਗ੍ਰੇਟ ਨੇ, ਦੋਨੋਂ ਜਵਾਬ ਵਧੀਆ ਨੇ। ਦਵਿੰਦਰ, ਗੁਰੂ ਨਾਨਕ ਸਾਹਿਬ ਕਿਹੜੀ ਜਗ੍ਹਾ ਜੋਤੀ ਜੋਤ ਸਮਾਏ ਨੇ? ਕਰਤਾਰਪੁਰ। ਕਰਤਾਰਪੁਰ ਨੂੰ ਸਮਝਣ ਵਾਸਤੇ ਉਹਦੇ ਅੱਗੇ ਕੋਈ ਹੋਰ ਵਰਡ ਕਿਸੇ ਦਰਿਆ ਦਾ ਨਾਮ ਹੀ ਲਗਾਈਦਾ, ਉਹ ਕਿਹੜਾ ਦਰਿਆ ਹੈ? ਰਾਵੀ। ਕੋਈ ਹੋਰ ਕਰਤਾਰਪੁਰ ਵੀ ਹੈ? ਹਾਂਜੀ, ਇਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੰਜਾਬ ਵਿੱਚ ਹੈ। ਨਹੀਂ, ਦੂਜਾ ਜੇ ਕੋਈ ਕਰਤਾਰਪੁਰ ਹੈ ਤਾਂ ਉਹਨੂੰ ਕਿੰਨੇ ਵਸਾਇਆ ਸੀ, ਕਿੰਨੇ ਬਣਾਇਆ ਸੀ, ਕਿੰਨੇ ਫਾਊਂਡ ਕੀਤਾ ਸੀ? ਗੁਰੂ ਅਰਜਨ ਦੇਵ ਜੀ ਨੇ। ਤੇ ਉਹਦੀ ਕੀ ਇੰਪੋਰਟੈਂਸ ਹੈ? ਇੰਪੋਰਟੈਂਸ ਇਹ ਹੈ ਕਿ ਗੁਰੂ ਹਰਗੋਬਿੰਦ ਜੀ ਦੇ ਬੇਟਿਆਂ ਦਾ ਉੱਥੇ ਵਿਆਹ ਹੋਇਆ ਸੀਗਾ। ਕਿਹੜੇ ਕਿਹੜੇ ਬੇਟਿਆਂ ਦਾ ਵਿਆਹ ਹੋਇਆ ਸੀ? ਗੁਰਦਿੱਤਾ ਨਾ, ਗੁਰੂ ਤੇਗ ਬਹਾਦਰ ਜੀ। हाँ, शाबाश, बिल्कुल ठीक है। गुरु तेग बहादुर। दूसरा गुरदीप जी दसो। महेंद्र, सूरजमल, ठीक है, महेंद्र ने ठीक है। दूजा सूरजमल ते गुरु तेग बहादुर जी की शादी करतारपुर हुई है, और ਉਹਦੀ ਇੱਕ ਹੋਰ ਬੜੀ ਵੱਡੀ ਇੰਪੋਰਟੈਂਸ ਹੈ। ਉਹ ਕੀ ਹੈ? ਜਿਹਨੂੰ ਦੇਖ ਕੇ ਗੁਰੂ ਤੇਗ ਬਹਾਦਰ ਜੀ ਦੀ ਸਾਈਕੀ ਬਦਲ ਗਈ ਸੀ। ਉਹਨਾਂ ਨੇ ਫਿਰ ਕਿਹਾ ਸੀ ਕਿ ਮੈਂ ਦੂਰ ਜਾਣਾ ਚਾਹਨਾ ਕੀਰਤਪੁਰ ਤੋਂ, ਤੇ ਫਿਰ ਉਹ ਬਕਾਲੇ ਚਲੇ ਗਏ ਸਨ। ਵਾਟ ਹੈਪਨਡ ਇਨ ਕਰਤਾਰਪੁਰ? ਐਨੀਵਨ? ਉੱਥੇ ਜਿਹੜਾ ਫਸਟ ਬੈਟਲ। ਹਾਂਜੀ, ਫਿਰ ਬੋਲੋ। ਠੀਕ ਕਹਿ ਰਹੇ ਹੋ। ਜਿਹੜੀ ਲੜਾਈ ਸੀ ਫਸਟ ਬੈਟਲ, ਉਹ ਕਰਤਾਰਪੁਰ ਚ ਹੋਈ ਸੀ। ਠੀਕ ਹੈ, ਜਿਹੜੀ ਕਰਤਾਰਪੁਰ ਬੈਟਲ ਹੈ, he wanted to avoid ਕਿ ਅੰਮ੍ਰਿਤਸਰ ਚ ਨਾ ਫੌਜਾਂ ਹੋਣ ਨਾ, so he took his ਜਿਹੜੇ ਆਪਣਾ ਅਸਲਾ ਸੀ to ਕਰਤਾਰਪੁਰ। ਜੋ ਵਜ਼ੀਰ ਜੀ ਨੇ ਕਿਹਾ ਕਿ ਜਿਹੜੀ ਕਰਤਾਰਪੁਰ ਦੀ ਬੈਟਲ ਸੀ ਇਹ ਸਭ ਤੋਂ ਭਿਆਨਕ ਸੀ, ਔਰ ਮੈਕਸਿਮਮ ਡੈਥਸ ਇੱਥੇ ਹੋਈਆਂ। ਔਰ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਛੱਡ ਕੇ ਆਪਣੀ ਬੇਟੀ ਦੀ ਸ਼ਾਦੀ ਕਰਕੇ ਤੇ ਫਿਰ ਉਹ ਕਰਤਾਰਪੁਰ ਚਲੇ ਗਏ ਸਨ, ਜਿਸ ਵੇਲੇ ਪਤਾ ਲੱਗਾ ਮੁਗਲਾਂ ਨੂੰ ਕਿ ਹੁਣ ਉੱਥੇ ਨੇ, ਤਾਂ ਫਿਰ ਉਹਨਾਂ ਨੇ ਕਰਤਾਰਪੁਰ ਨੂੰ ਘੇਰ ਲਿਆ ਸੀ। ਉਦੋਂ ਗੁਰੂ ਤੇਗ ਬਹਾਦਰ ਬਹੁਤ ਯੰਗ ਸੀ, ਪਰ ਉਹਨਾਂ ਨੇ ਇੱਕ ਮੋਰਚਾ ਸਾਂਭਿਆ ਸੀ, ਇੱਕ ਵਿਧੀ ਚੰਦ ਨੇ ਸਾਂਭਿਆ ਸੀ, ਤੇ ਇੱਕ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਸਾਂਭਿਆ ਸੀ। ਔਰ ਕਹਿੰਦੇ ਨੇ ਜਿਹੜਾ ਪੰਜਾਬੀ ਚ ਵਰਡ ਹੈ ਘਮਸਾਨ ਦਾ ਯੁੱਧ ਹੋਇਆ ਸੀ। ਜਿੰਨੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਯੁੱਧ ਨੇ ਸ਼ਾਹ ਜਹਾਨ ਦੇ ਵੇਲੇ ਇੰਨੇ ਸਾਰੇ, ਤੇ ਉਹ ਇਹਦੇ ਵਿੱਚੋਂ ਸਭ ਤੋਂ ਨਾਸਟੀ ਜਿਹੜਾ ਸੀ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡੈਥ ਨੇ, ਉਹ ਇਹ ਹੈ ਕਰਤਾਰਪੁਰ ਦੀ ਬੈਟਲ ਹੈ। ਔਰ ਉਸ ਤੋਂ ਬਾਅਦ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਇੰਨੀਆਂ ਲਾਸ਼ਾਂ ਦੇਖੀਆਂ, ਇੰਨਾ ਖੂਨ ਦੇਖਿਆ, ਤਾਂ ਉਹਨਾਂ ਨੂੰ ਵੀ ਵਿਰਾਗ ਹੋ ਗਿਆ ਸੀ। ਤੇ ਫਿਰ ਉਹਨਾਂ ਨੇ ਆਪਣੇ ਬਾਪ ਨੂੰ ਕੋਲੋਂ ਇਜਾਜ਼ਤ ਮੰਗੀ ਸੀ ਕਿ ਮੈਨੂੰ ਕੀਰਤਪੁਰ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾਏ, ਤੇ ਮੈਂ ਆਪਣੇ ਨਾਨਕੇ ਜਾਣਾ ਚਾਹੁੰਦਾ। ਤੇ ਨਾਨਕੇ ਉਹਨਾਂ ਦੇ ਬਕਾਲੇ ਸਨ, ਫਿਰ ਜਿੱਥੇ ਜਾ ਕੇ ਉਹ ਤਕਰੀਬਨ 20 ਸਾਲ ਰਹੇ ਨੇ। ਹਾਂਜੀ ਪਰਮਜੀਤ ਜੀ, ਗੁਰੂ ਨਾਨਕ ਸਾਹਿਬ ਦੇ ਘਰੋਂ ਉਹਨਾਂ ਦੀ ਵਾਈਫ ਦਾ ਨਾਮ ਦੱਸੋ। ਮਾਤਾ ਸੁਲੱਖਣੀ। ਮਾਤਾ ਸੁਲੱਖਣੀ। ਅੱਛਾ, ਹੁਣ ਇੱਥੇ ਮੈਂ ਤੁਹਾਨੂੰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ।
ਜਿਹਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਡਿਫਰੈਂਸ ਆਫ ਓਪੀਨੀਅਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਮਾਤਾ ਸੁਲੱਖਣੀ ਨਾਲ ਹੋਈ। ਗੁਰੂ ਨਾਨਕ ਸਾਹਿਬ ਦਾ ਆਪਣਾ ਜਨਮ ਜਿਸ ਤਰ੍ਹਾਂ ਪਰਮਜੀਤ ਨੇ ਦੱਸਿਆ ਉਹ ਤਲਵੰਡੀ ਹੈ, ਤੇ ਉਹਨਾਂ ਦੀ ਭੈਣ ਕਿੱਥੇ ਰਹਿੰਦੀ ਸੀ ਗੁਰਦੀਪ? ਸੁਲਤਾਨਪੁਰ ਲੋਧੀ। ਸੁਲਤਾਨਪੁਰ। ਸੋ ਹੁਣ 3 ਜਗ੍ਹਾ ਦੇ ਨਾਂ ਯਾਦ ਰੱਖ ਲਓ, ਇੱਕ ਤੇ ਤਲਵੰਡੀ ਤੇ ਇੱਕ ਸੁਲਤਾਨਪੁਰ ਲੋਧੀ। ਹੁਣ ਇਹ ਨਹੀਂ ਇਤਿਹਾਸਕਾਰ ਅਗਰੀ ਕਰ ਰਹੇ। ਨੰਬਰ 1 place from where the marriage party went to ਬਟਾਲਾ। ਸ਼ਾਦੀ ਤੇ ਉਹਨਾਂ ਦੀ ਬਟਾਲੇ ਹੋਈ ਸੀ। ਹੁਣ ਕੀ ਬਾਰਾਤ ਇੱਕ ਇੰਨੀ ਇੰਪੋਰਟੈਂਟ ਕੁਐਸਚਨ ਨਹੀਂ ਹੈ, ਪਰ ਟੂ ਅੰਡਰਸਟੈਂਡ ਸਿੱਖ ਹਿਸਟਰੀ ਸਾਨੂੰ ਥੋੜਾ ਬਹੁਤ ਇਹਦਾ ਧਿਆਨ ਹੋਣਾ ਚਾਹੀਦਾ। ਬਟਾਲੇ ਸਾਨੂੰ ਸਾਰਿਆਂ ਨੂੰ ਪਤਾ, ਤੇ ਬਟਾਲਾ ਕਿਉਂਕਿ ਉਹਨਾਂ ਦੀ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੈ। ਹੁਣ ਬਰਾਤ ਉਹਨਾਂ ਦੀ ਤਲਵੰਡੀ ਤੋਂ ਚੱਲੀ ਹੈ ਕਿ ਉਹਨਾਂ ਦੀ ਸੁਲਤਾਨਪੁਰ ਲੋਧੀ ਤੋਂ ਚੱਲੀ ਹੈ। ਤੁਸੀਂ ਡਿਫਰੈਂਸ ਆਫ ਓਪੀਨੀਅਨ ਦੇਖੋ। ਭਾਈ ਮਨੀ ਸਿੰਘ, ਉਹਨਾਂ ਦੀ ਇੱਕ ਬੁੱਕ ਹੈ ਗਿਆਨ ਰਤਨਾਵਲੀ, ਉਹ ਕਹਿੰਦੇ ਨੇ ਤਲਵੰਡੀ ਤੋਂ ਚੱਲੀ ਸੀ। ਡਾਕਟਰ ਗੰਡਾ ਸਿੰਘ ਇੰਨਾ ਵੱਡਾ ਹਿਸਟੋਰੀਅਨ ਹੈ, ਜਿਨ੍ਹਾਂ ਦੀ ਇੱਕ ਕਿਤਾਬ ਹੈ ਸ਼ਾਰਟ ਹਿਸਟਰੀ ਆਫ ਦਾ ਸਿੱਖਸ, ਉਹ ਕਹਿੰਦੇ ਨੇ ਸੁਲਤਾਨਪੁਰ ਤੋਂ ਚੱਲੀ ਆ। ਫਿਰ ਮਿਹਰਬਾਨ ਦੀ ਜਨਮ ਸਾਖੀ, ਜਿਹੜੀ ਤੁਸੀਂ ਕਹਿੰਦੇ ਸਭ ਤੋਂ ਐਗਜ਼ੌਸਟਿਵ ਜਨਮ ਸਾਖੀ ਆ, ਉਹ ਵੀ ਕਹਿੰਦੇ ਨੇ ਤਲਵੰਡੀ ਤੋਂ ਚੱਲੀ ਆ। ਬਾਕੀ ਸਾਰੀਆਂ ਜਨਮ ਸਾਖੀਆਂ ਨੇ ਉਹ ਡਿਫਰੈਂਟ ਜਗ੍ਹਾ ਦੱਸਦੀਆਂ, ਕਿਸੇ ਦੇ ਵਿੱਚ ਵੀ ਇੱਕ ਮਤ ਨਹੀਂ ਹੈ ਕਿ ਉਹ ਤਲਵੰਡੀ ਤੋਂ ਚੱਲੀ ਹੈ ਕਿ ਸੁਲਤਾਨਪੁਰ ਲੋਧੀ ਤੋਂ ਚੱਲੀ ਹੈ। ਗੁਰੂ ਨਾਨਕ ਸਾਹਿਬ ਦੀ ਉਮਰ ਕੀ ਸੀ ਜਦੋਂ ਉਹਨਾਂ ਦੀ ਮੈਰਿਜ ਮਾਤਾ ਸੁਲੱਖਣੀ ਨਾਲ ਹੋਈ ਆ? ਭਾਈ ਮਨੀ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ 14 ਸਾਲਾਂ ਦੇ ਸਨ ਤੇ ਮਾਤਾ ਸੁਲੱਖਣੀ 10 ਸਾਲ ਦੀ ਸੀ। ਡਾਕਟਰ ਗੰਡਾ ਸਿੰਘ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ 18 ਸਾਲ ਦੇ ਸਨ ਤੇ ਮਾਤਾ ਸੁਲੱਖਣੀ 14 ਸਾਲ ਦੀ ਸੀ। ਮਿਹਰਬਾਨ ਕਹਿੰਦਾ ਗੁਰੂ ਨਾਨਕ ਸਾਹਿਬ 16 ਸਾਲ ਦੇ ਸਨ ਤੇ ਮਾਤਾ ਸੁਲੱਖਣੀ 12 ਸਾਲ ਦੀ ਸੀ। ਪੁਰਾਤਨ ਜਨਮ ਸਾਖੀਆਂ ਕਹਿੰਦੀਆਂ ਗੁਰੂ ਨਾਨਕ ਸਾਹਿਬ 16 ਸਾਲ ਦੇ ਸਨ। ਸੋ ਅਗੇਨ ਦੇਅਰ ਇਜ਼ ਡਿਫਰੈਂਸ ਆਫ ਓਪੀਨੀਅਨ ਇਨ। ਹੁਣ ਤੁਸੀਂ, ਮੈਂ ਕਿਉਂ ਤੁਹਾਨੂੰ ਪੜ੍ਹ ਕੇ ਸੁਣਾਇਆ, ਇਸੇ ਤਰ੍ਹਾਂ ਪਲੇਸ ਆਫ ਬਰਥ ਵੀ ਡਿਫਰੈਂਟ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਬੱਚੇ ਨੇ ਸ੍ਰੀ ਚੰਦ ਤੇ ਲక్ష్ਮੀ ਚੰਦ, ਉਹ ਤਲਵੰਡੀ ਜੰਮੇ ਨੇ ਕਿ ਸੁਲਤਾਨਪੁਰ ਲੋਧੀ ਜੰਮੇ ਨੇ? ਕਿਉਂਕਿ ਜੇ ਸੁਲਤਾਨਪੁਰ ਲੋਧੀ ਜੰਮੇ ਨੇ ਤੇ ਫਿਰ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਬਹੁਤ ਦੇਰ ਰਹੇ ਨੇ, ਪਰ ਕਈ ਕਹਿੰਦੇ ਨੇ ਉੱਥੇ ਸਿਰਫ 3 ਸਾਲ ਰਹੇ ਨੇ। ਸੋ ਇਹ ਥੋੜਾ ਜਿਹਾ ਮੈਨੂੰ ਨਹੀਂ ਪਤਾ ਇਹ ਡਿਫਰੈਂਸ ਆਫ ਓਪੀਨੀਅਨ ਕਿਉਂ ਹੈ। ਸ਼ਾਇਦ ਤੁਹਾਡੇ ਵਿੱਚੋਂ ਇੱਕ ਹੈ ਬਹੁਤ ਸਿਆਣਾ ਲੜਕਾ ਨਰਤੇਜ, ਇਹ ਦੱਸ ਸਕਦਾ ਕਿ ਵਾਈ ਦੇਰ ਇਜ਼ ਸੋ ਮਚ ਆਫ ਡਿਫਰੈਂਸ ਆਫ ਓਪੀਨੀਅਨ ਇਨ ਸਿੱਖ ਕ੍ਰੋਨਿਕਲਸ? ਨਹੀਂ, I don't know the answer. ਪਰ ਅਸੀਂ ਜਦੋਂ ਸੁਲਤਾਨਪੁਰ ਜਾਂਦੇ ਆ, ਸੁਲਤਾਨਪੁਰ ਦੇ ਗੁਰਦੁਆਰੇ ਦੇ ਵਿੱਚ ਇੱਕ ਗੁਰਦੁਆਰਾ ਉੱਥੇ ਲਿਖਿਆ ਆ ਕਿ ਇੱਥੇ ਬਾਬਾ ਲక్ష్ਮੀ ਚੰਦ ਦਾਸ ਦਾ ਚਾਹੇ ਸ਼੍ਰੀ ਚੰਦ ਦਾ ਜਨਮ ਹੋਇਆ ਉੱਥੇ। ਉੱਥੇ ਇੱਕ ਗੁਰਦੁਆਰਾ ਹੈ? ਹਾਂਜੀ। ਓਕੇ। ਹੁਣ ਪਲੇਸ ਆਫ ਬਰਥ ਆਫ ਸ਼੍ਰੀ ਚੰਦ ਐਂਡ ਲక్ష్ਮੀ ਚੰਦ, ਕਾਹਨ ਸਿੰਘ ਨਾਭਾ ਜਿਹੜਾ ਤੁਹਾਡੀ ਮੇਨ ਸੋਰਸ ਆਫ ਤੁਹਾਡੀ ਨੌਲੇਜ ਹੈ, ਉਹ ਕਹਿੰਦੇ ਨੇ ਕਿ ਤਲਵੰਡੀ ਚ ਹੋਇਆ ਦੋਨਾਂ ਦਾ ਬਰਥ। ਗੁਰਦੁਆਰਾ ਤੇ ਤੁਸੀਂ ਬਾਅਦ ਚ ਕਿਧਰੇ ਵੀ ਬਣਾ ਸਕਦੇ ਹੋ। ਡਾਕਟਰ ਗੰਡਾ ਸਿੰਘ ਕਹਿੰਦਾ ਸੁਲਤਾਨਪੁਰ ਹੋਇਆ ਤੇ ਹਰੀ ਸਿੰਘ ਗੁਪਤਾ ਵੀ ਕਹਿੰਦਾ ਸੁਲਤਾਨਪੁਰ ਹੋਇਆ। ਪਰ ਹੁਣ ਜਿਸ ਤਰ੍ਹਾਂ ਦਵਿੰਦਰ ਨੇ ਦੱਸਿਆ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਜਾਓ ਸੁਲਤਾਨਪੁਰ ਲੋਧੀ, ਉੱਥੇ ਗੁਰਦੁਆਰਾ ਦੇਖੋ, ਔਰ ਉਸ ਗੁਰਦੁਆਰੇ ਦੇ ਵਿੱਚ ਉੱਥੇ ਹੋਏ ਉਹਨਾਂ ਦੇ ਤਖਤੀ ਲੱਗੀ ਹੋਵੇ ਵੀ ਇਸ ਗੁਰਦੁਆਰੇ ਦੇ ਵਿੱਚ ਯਾਦ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਦਾ ਜਨਮ ਹੋਇਆ ਸੀ। ਤੋ ਹਿਸਟਰੀ ਦੀ ਕਿਤਾਬ ਪੜ੍ਹੋ, ਹਿਸਟਰੀ ਦੀ ਕਿਤਾਬ ਕਹੇ ਕਿ ਉਹਨਾਂ ਦਾ ਜਨਮ ਤਲਵੰਡੀ ਹੋਇਆ, ਤੇ ਥੋੜਾ ਜਿਹਾ ਤੇ ਕਨਫਿਊਜ਼ਨ ਹੋਏਗਾ ਨਾ। ਕਿਉਂਕਿ ਤੁਹਾਡੀ ਰਿਸਰਚ ਕਲਾਸ ਹੈ, ਤੁਹਾਡੀ ਗੁਰਮਤ ਕਲਾਸ ਹੈ, ਸਿਰਫ ਇਸ ਕਰਕੇ ਮੈਂ ਪੜ੍ਹ ਕੇ ਸੁਣਾ ਰਿਹਾ ਕਿ ਜਿਹੜੇ ਜਿਤਨੇ ਵੀ ਇਹ ਸਾਰੇ ਨੇ ਸੋਰਸ ਮਟੀਰੀਅਲ ਨੇ, ਵੱਡੇ ਵੱਡੇ ਇਤਿਹਾਸਕਾਰ ਨੇ। ਹੁਣ ਕਾਹਨ ਸਿੰਘ ਨਾਭਾ ਨੂੰ ਤਾਂ ਤੁਸੀਂ ਕਹੋਗੇ ਨਾ ਮੇਨ ਬਾਈਬਲ ਹੈ ਤੁਹਾਡੀ, ਸਭ ਤੋਂ ਜ਼ਿਆਦਾ ਰਿਸਰਚ ਵਰਕ ਉਹਨਾਂ ਦਾ। ਔਰ ਡਾਕਟਰ ਗੰਡਾ ਸਿੰਘ ਵੀ ਜਿਹੜੀ ਉਹਨਾਂ ਦੀ ਹਿਸਟਰੀ ਹੈ, ਹਿਸਟਰੀ ਬੁੱਕ ਹੈ, ਆਈ ਮੀਨ ਐਵਰੀਬਡੀ ਕੰਸਲਟਸ ਇਟ। ਜਿਹਨੂੰ ਵੀ ਕੋਈ ਚੀਜ਼ ਠੀਕ ਨਹੀਂ ਲੱਗਦੀ ਉਹ ਉਹਨਾਂ ਦੀ ਹਿਸਟਰੀ ਬੁੱਕ ਦੇਖਦਾ। ਤੇ ਭਾਈ ਮਨੀ ਸਿੰਘ ਦੀ ਰਤਨਾਵਲੀ ਵੀ ਬੜੀ ਰਿਸਪੈਕਟਡ ਇੱਕ ਰਿਸਰਚ ਦੀ ਬੁੱਕ ਹੈ। ਐਂਡ ਅਨਫੋਰਚੂਨੇਟਲੀ ਇਤਨੇ ਡਿਫਰੈਂਸ ਆਫ ਓਪੀਨੀਅਨ ਕਿਉਂ ਨੇ ਇਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਡਿਫਰੈਂਸ ਆਫ ਓਪੀਨੀਅਨ ਹੈ ਨੇ, ਇਹ ਦੱਸਣਾ ਚਾਹੁੰਦਾ ਸੀ ਮੈਂ। ਹਾਂ ਬੇਟੇ, ਗੁਰੂ ਨਾਨਕ ਸਾਹਿਬ ਦੇ ਪਰਮਜੀਤ ਕਿੰਨੇ ਕੰਪੋਜੀਸ਼ਨਾਂ ਨੇ? 974। 974। ਨਵਤੇਜ, ਗੁਰੂ ਅੰਗਦ ਦੇਵ ਜੀ ਦੀਆਂ 63 ਸ਼ਲੋਕ ਉਹਨਾਂ ਦੇ।
ਵਜ਼ੀਰ ਜੀ ਗੁਰੂ ਅਮਰਦਾਸ ਦੀਆਂ 907 907 ਤੇ ਦਰਪਣਾ ਗੁਰੂ ਅਰਜਨ ਦੇਵ ਜੀ ਦੀਆਂ 2218 ਓਕੇ ਕੋਈ ਭਗਤਾਂ ਵਿੱਚੋਂ ਦੱਸ ਸਕਦਾ ਬਈ ਕਬੀਰ ਜੀ ਦੀਆਂ ਕਿੰਨੀਆਂ 541 ਨਹੀਂ ਆਪਣੀ ਵਾਰੀ ਅੱਛਾ ਠੀਕ ਹੈ ਦੱਸਦਾ ਬਬਲੀ ਰਵਿਦਾਸ ਦੀਆਂ ਜਾਂ ਨਾਮਦੇਵ ਦੀਆਂ ਰਾਮਾਨੰਦ ਦੀਆਂ ਪਰਮਾਨੰਦ ਦੀਆਂ ਸਭ ਤੋਂ ਜ਼ਿਆਦਾ ਤੇ ਗੁਰੂ ਇਹਨਾਂ ਦੀਆਂ ਨੇ ਨਾ ਕਬੀਰ ਜੀ ਦੀਆਂ ਫਿਰ ਠੀਕ ਹੈ ਚਲੋ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਚੀਜ਼ ਜ਼ੁਬਾਨੀ ਯਾਦ ਹੋਵੇ ਨੰਬਰ ਵਾਈਜ਼ ਗੁਰੂ ਸਾਹਿਬ ਦੀਆਂ ਯਾਦ ਨੇ ਇੰਨਾ ਬਹੁਤ ਹੈ ਕਿ ਗੁਰੂ ਸਾਹਿਬ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਉਹਨਾਂ ਨੇ ਦੱਸੀਆਂ 974 ਨੇ ਕਿਹਨੇ ਦੱਸੀਆਂ ਸੀ 974 ਕਿਹਨੂੰ ਪੁੱਛਿਆ ਸੀ ਮੈਂ ਨਵਤੇਜ ਨੂੰ ਸ਼ਾਇਦ ਨਵਤੇਜ ਜੀ ਕਿੰਨੇ ਰਾਗਾਂ 'ਚ ਨੇ ਇਹ ਹੈਗੀਆਂ ਨੇ 19 ਰਾਗਾਂ 'ਚ 19 ਰਾਗਸ ਓਕੇ ਕੈਲਾਸ਼ ਜੀ ਗੁਰੂ ਅਰਜਨ ਦੇਵ ਜੀ ਦੀਆਂ ਟੋਟਲ 2218 ਨੇ ਕਿੰਨੇ ਰਾਗਾਂ 'ਚ ਨੇ ਮੈਨੂੰ ਲੱਗਦਾ 30 ਰਾਗਾਂ 'ਚ ਬਿਲਕੁਲ ਠੀਕ ਹੈ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਹੈ ਹੀ ਠੀਕ ਹੈ 100% ਠੀਕ ਹੈ ਬਬਲੀ ਟੋਟਲ ਰਾਗ ਚੈਪਟਰ ਕਿੰਨੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ 31 ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਗੁਰੂ ਨਾਨਕ ਸਾਹਿਬ ਦੇ ਦੋ ਬੇਟੇ ਨੇ ਲక్ష్ਮੀ ਚੰਦ ਤੇ ਸ੍ਰੀ ਚੰਦ ਅਨਫੋਰਚੂਨੇਟਲੀ ਜਿਹੜਾ ਸ੍ਰੀ ਚੰਦ ਹੈ ਭਾਵੇਂ ਬਹੁਤ ਉਹਦੀ ਰਿਸਪੈਕਟ ਹੈ ਥਰੂ ਆਊਟ ਗੁਰੂ ਪੀਰੀਅਡ ਪਰ ਉਹਨਾਂ ਦਾ ਜਿਹੜਾ ਡਿਫਰੈਂਸ ਆਫ ਓਪੀਨੀਅਨ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਸੀ ਅਬਾਊਟ ਦੀ ਬੇਸਿਕ ਫਿਲਾਸਫੀ ਉਹ ਸੈਲੀਬੇਸੀ 'ਚ ਬਿਲੀਵ ਕਰਦੇ ਸਨ ਬਈ ਰੱਬ ਨੂੰ ਜੇ ਲੱਭਣਾ ਤੇ ਬੰਦੇ ਨੂੰ ਅਨਮੈਰਿਡ ਰਹਿਣਾ ਚਾਹੀਦਾ ਲੇਕਿਨ ਡਿਸਪਾਈਟ ਹੈਵਿੰਗ ਅ ਡਿਫਰੈਂਸ ਆਫ ਓਪੀਨੀਅਨ ਉਹਨਾਂ ਨੇ ਆਪਣੇ ਜਿਹੜੇ ਮੱਠ ਡਿਫਰੈਂਟਲੀ ਬਣਾ ਲਏ ਸਨ ਫਿਰ ਵੀ ਉਹਨਾਂ ਨੇ ਆਪਣੇ ਫਾਦਰ ਦੀ ਜਿਹੜੀ ਬਾਕੀ ਫਿਲਾਸਫੀ ਸੀ ਸਾਰੀ ਗੁਰਮਤਿ ਦੀ ਫਿਲਾਸਫੀ ਵਾਹਿਗੁਰੂ ਦੀ ਫਿਲਾਸਫੀ ਉਹਦਾ ਪ੍ਰਚਾਰ ਉਹਨਾਂ ਨੇ ਕਾਫੀ ਕੀਤਾ ਜਿੱਥੇ ਜਿੱਥੇ ਵੀ ਉਹਨਾਂ ਨੇ ਆਪਣੇ ਮੱਠ ਬਣਾਏ ਨੇ ਸਾਨੂੰ ਇਤਿਹਾਸ ਤੋਂ ਇਸ ਤਰ੍ਹਾਂ ਪਤਾ ਲੱਗਦਾ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਤੇ ਸੈਕੰਡ ਗੁਰੂ ਉਹ ਸਨ ਜਿਹੜੇ ਉਸ ਈਸਟ ਵੱਲ ਗਏ ਨੇ ਔਰ ਉਹ ਸਾਰੀਆਂ ਜਗ੍ਹਾ ਤੇ ਗਏ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸਨ ਉੱਥੇ ਉਹਨਾਂ ਨੂੰ ਉਹ ਸਾਰੇ ਸ੍ਰੀ ਚੰਦ ਦੇ ਮੱਠ ਲੱਭੇ ਨੇ ਡੇਰੇ ਲੱਭੇ ਨੇ ਔਰ ਉੱਥੇ ਉਹਨਾਂ ਨੇ ਦੇਖਿਆ ਕਿ ਉਹ ਸਾਰੇ ਮੱਠ ਦੇ ਵਿੱਚ ਜਿਹੜਾ ਪ੍ਰਚਾਰ ਸੀ ਨਵਤੇਜ ਜੀ ਉਹ ਗੁਰੂ ਨਾਨਕ ਦੀ ਫਿਲਾਸਫੀ ਦਾ ਸੀ ਇਸ ਗੱਲੋਂ ਉਹ ਡਿਫਰੈਂਟ ਸਨ ਕਿ ਵਿਆਹਿਤ ਜੀਵਨ ਹੋਣਾ ਚਾਹੀਦਾ ਕਿ ਤੁਸੀਂ ਸੈਲੀਬੇਸੀ ਹੋਣੀ ਚਾਹੀਦੀ ਹੈ ਲੇਕਿਨ ਬਾਕੀ ਗੁਰੂ ਨਾਨਕ ਸਾਹਿਬ ਦੇ ਜਿਹਨੇ ਸਿਧਾਂਤ ਸਨ ਉਹ ਸਿਧਾਂਤਾਂ ਦਾ ਸ੍ਰੀ ਚੰਦ ਨੇ ਪ੍ਰਚਾਰ ਕੀਤਾ ਇੱਕ ਕੋਈ ਤੁਹਾਡੇ ਜੋ ਦੱਸ ਸਕਦਾ ਕਿ ਸ੍ਰੀ ਚੰਦ ਦਾ ਡੇਰਾ ਬਾਬਾ ਨਾਨਕ ਨਾਲ ਕੀ ਤਾਲੁਕ ਸੀ ਉਹਨੇ ਆਪਣਾ ਉੱਥੇ ਸੈਕਟਰ ਆਪਣਾ ਹਾਂਜੀ ਖੋਲਿਆ ਸੀ ਉਹਨੇ ਆਪਣਾ ਸੈਕਟ ਖੋਲਿਆ ਸੀ ਉੱਥੇ ਕੋਈ ਡੇਰਾ ਬਾਬਾ ਨਾਨਕ ਕੀ ਬੋਲੋ ਫਿਰ ਮੈਂ ਕਿਹਾ ਉਹਨੇ ਆਪਣਾ ਸੈਕਟ ਖੋਲਿਆ ਸੀ ਉੱਥੇ ਕੋਈ ਕੀ ਖੋਲਿਆ ਸੀ ਸੈਕਟ ਕੋਈ ਆਪਣਾ ਨਹੀਂ ਹਾਂ ਪਰਮਜੀਤ ਉਹਨਾਂ ਦੇ ਨਾਨਕੇ ਸੀ ਉੱਥੇ ਰਾਮ ਰਾਏ ਦਾ ਨਹੀਂ ਉਹ ਠੀਕ ਹੈ ਸੌਰੀ ਜੋ ਤੂੰ ਕਹਿ ਰਹੀ ਹੈ ਸ੍ਰੀ ਚੰਦ ਦੇ ਨਾਨਕੇ ਉੱਥੇ ਸਨ ਮੇਰਾ ਕੁਐਸਚਨ ਮੈਂ ਉਹਨਾਂ ਨੂੰ ਕੁਐਸਚਨ ਚੇਂਜ ਕਰਦਾ ਗੁਰਦੀਪ ਜੀ ਸ੍ਰੀ ਚੰਦ ਦਾ ਤੇ ਗੁਰੂ ਨਾਨਕ ਸਾਹਿਬ ਦਾ ਜੇ ਤੁਸੀਂ ਸੰਬੰਧ ਲਓਗੇ ਤੇ ਫਿਰ ਤੁਸੀਂ ਡੇਰਾ ਬਾਬਾ ਨਾਨਕ ਲਿਆਓ ਤੇ ਕੀ ਸ੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਵਾਸਤੇ ਕੀਤਾ ਕਿ ਜਿਹਦੇ ਬਾਅਦ ਉਸ ਜਗ੍ਹਾ ਦਾ ਨਾਂ ਡੇਰਾ ਬਾਬਾ ਨਾਨਕ ਪੈ ਗਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੇਨ ਸੀਗੇ ਉੱਥੇ ਲੈ ਕੇ ਆਏ ਸੀਗੇ ਅਸਥੀ ਉਹਨਾਂ ਦੀ ਬੋਲੋ ਕਲਾਸ ਨੂੰ ਦੱਸੋ ਹਾਂਜੀ ਬੋਲੋ ਠੀਕ ਹੈ ਉਹਨਾਂ ਦੇ ਅਸਥੀ ਲੈ ਕੇ ਆਏ ਸੀਗੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਉੱਤੇ ਉਹਨੇ ਫਿਰ ਦੁਬਾਰਾ ਜਿੱਦਾਂ ਦਫਨਾਏ ਸੀਗੇ ਜਿੱਦਾਂ ਉੱਥੇ ਬਰੀ ਕੀਤੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਨੇ ਤੇ ਉਹਨਾਂ ਦੇ ਕੋਈ ਸਰੀਰ ਨਹੀਂ ਸੀ ਸਿਰਫ ਇੱਕ ਚਾਦਰ ਰਹਿ ਗਈ ਸੀ ਔਰ ਅੱਧੀ ਚਾਦਰ ਨੂੰ ਮੁਸਲਮਾਨਾਂ ਨੇ ਲਵਾ ਦਿੱਤਾ ਸੀ ਤੇ ਅੱਧੀ ਚਾਦਰ ਦਾ ਫਿਰ ਹਿੰਦੂਆਂ ਨੇ ਸੰਸਕਾਰ ਕੀਤਾ ਸੀ ਗੁਰਦੁਆਰਾ ਉੱਥੇ ਬਣਿਆ ਸੀ ਉਦੋਂ ਵੀ ਜੋ ਵੀ ਉੱਥੇ ਜਿਹਨੂੰ ਤੁਸੀਂ ਸਰਾਂ ਕਹਿੰਦੇ ਸੋ ਪਰ ਉਹ ਰਾਵੀ ਦਰਿਆ ਕਈ ਵਾਰੀ ਜਦੋਂ ਚੜ੍ਹਦਾ ਸੀ ਤੇ ਉਹ ਕਾਫੀ ਉੱਥੇ ਤਬਾਹੀ ਹੁੰਦੀ ਸੀ ਸ੍ਰੀ ਚੰਦ ਨੇ ਫਿਰ ਕਰਤਾਰਪੁਰ ਤੋਂ ਜੋ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਦੀਆਂ ਰਿਮੇਨਸ
ਜਿਹਨੂੰ ਵੀ ਤੁਸੀਂ ਪੰਜਾਬੀ ਚ ਕੀ ਕਹੋਗੇ ਰਵਿੰਦਰ ਨੂੰ ਜੀ ਵਜ਼ੀਰ ਜੀ? ਅਸਤੀਆਂ। ਉਹ ਉੱਥੋਂ ਲੈ ਕੇ ਉਹ ਲੈ ਗਏ ਸਨ। ਫਿਰ ਜਿਹਨੂੰ ਹੁਣ ਤੁਸੀਂ ਡੇਰਾ ਬਾਬਾ ਨਾਨਕ ਕਹਿੰਦੇ ਹੋ, ਉੱਥੇ ਇੱਕ ਖੂਹ ਸੀ ਜਿਹਦੇ ਕੋਲ, ਜਿੱਥੇ ਗੁਰੂ ਨਾਨਕ ਸਾਹਿਬ ਬੈਠ ਕੇ ਪਾਠ ਪੂਜਾ ਕਰਦੇ ਸਨ। ਉਹਦੇ ਕੋਲ ਉਹਨਾਂ ਨੇ ਉਹ ਦੁਬਾਰਾ ਉੱਥੇ ਉਹਨਾਂ ਦਾ ਜੋ ਵੀ ਕੁਛ ਹੈ ਲਾਸਟ ਰਾਈਟਸ ਕੀਤੇ ਨੇ। ਤੇ ਉਹਦੇ ਬਾਅਦ ਫਿਰ ਬੇਦੀਆਂ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਹੀ ਉਸ ਜਗ੍ਹਾ ਨੂੰ ਹੋਰ ਪਪੂਲਰ ਕੀਤਾ ਤੇ ਉਹਦਾ ਨਾਮ ਡੇਰਾ ਬਾਬਾ ਨਾਨਕ ਪਿਆ। ਔਰ ਜੋ ਪਰਮਜੀਤ ਨੇ ਕਿਹਾ ਉਹ ਵੀ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਭਾਵੇਂ ਬਟਾਲੇ ਹੋਈ ਹੈ, ਲੇਕਿਨ ਉਹਨਾਂ ਦੇ ਜਿਹੜੇ ਸਹੁਰੇ ਸਨ ਫਿਰ ਬਟਾਲੇ ਤੋਂ ਡੇਰਾ ਬਾਬਾ ਨਾਨਕ ਹੀ ਆ ਗਏ ਸਨ, ਉੱਥੇ ਹੀ ਸੈਟਲ ਹੋ ਗਏ ਸਨ। ਸੋ ਗੁਰੂ ਨਾਨਕ ਸਾਹਿਬ ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਉਹਨਾਂ ਦੀ ਵਾਈਫ ਜਾਂ ਉਹਨਾਂ ਦੇ ਬੱਚੇ, ਜਦੋਂ ਗੁਰੂ ਨਾਨਕ ਸਾਹਿਬ ਫੇਰੀਆਂ ਤੇ ਜਾਂਦੇ ਸਨ, ਪ੍ਰਚਾਰ ਤੇ ਜਾਂਦੇ ਸਨ, ਜੇ 14 ਸਾਲ ਤੁਹਾਨੂੰ ਪਤਾ ਉਹਨਾਂ ਨੇ ਡਿਫਰੈਂਟ ਦੁਨੀਆ ਦੇ ਵਿੱਚ ਜਾ ਕੇ ਅਕਾਲ ਪੁਰਖ ਦਾ ਨਾਮ ਲੋਕਾਂ ਨਾਲ ਸਾਂਝਾ ਕੀਤਾ। ਉਦੋਂ ਹੁਣ ਉਸ ਜ਼ਮਾਨੇ ਦਾ ਜੋ ਵੀ ਰੋਲ ਹੁੰਦਾ ਹੋਏਗਾ ਕਿ ਔਰਤਾਂ ਆਪਣੇ ਮਾਇਕੇ ਜਾ ਕੇ ਰਹਿੰਦੀਆਂ ਹੋਣਗੀਆਂ, ਠੀਕ ਹੈ, ਉਹ ਆਪਣੇ ਸਸੁਰਾਲ ਵੀ ਰਹਿੰਦੇ ਸਨ ਮਾਤਾ ਸੁਲੱਖਣੀ, ਪਰ ਬਹੁਤਾ ਟਾਈਮ ਉਹ ਕਹਿੰਦੇ ਨੇ ਕਿ ਉਹ ਆਪਣੇ ਪੇਕੇ ਗੁਜ਼ਾਰਦੇ ਸਨ। ਔਰ ਜਿਹੜੇ ਬੱਚੇ ਸਨ ਉਹ ਫਿਰ ਆਪਣੇ ਦਾਦਕੇ, ਨਾਨਕੇ ਤੇ ਆਪਣੀ ਭੂਆ ਦੇ ਕੋਲ, ਬੇਬੇ ਨਾਨਕੀ ਕੋਲ, ਸੁਲਤਾਨਪੁਰ ਲੋਧੀ, ਇਹ ਤਿੰਨਾਂ ਜਗ੍ਹਾ ਤੇ ਉਹ ਆਪਣਾ ਟਾਈਮ ਡਿਵਾਈਡ ਕਰਦੇ ਸਨ। ਕਿ ਕਹਿੰਦੇ ਨੇ ਬੇਬੇ ਨਾਨਕੀ ਨੂੰ ਸ੍ਰੀ ਚੰਦ ਨਾਲ ਬਹੁਤ ਪਿਆਰ ਸੀ। ਔਰ ਇਹ ਤੁਹਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਮੈਨੂੰ ਨਹੀਂ ਪਤਾ, ਕਿ ਬੇਬੇ ਨਾਨਕੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਸੋ ਉਹ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਡੇਰਾ ਬਾਬਾ ਨਾਨਕ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਤੁਹਾਨੂੰ ਅਸੀਂ ਜਦੋਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਵੀ ਪੜ੍ਹਦੇ ਸਾਂ ਤੇ ਜਦੋਂ ਇੱਕ ਦੋ ਵਾਰੀ ਉਹਨਾਂ ਦੇ ਸ਼ਬਦ ਆਏ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਦੇ ਛੋਟੇ ਲੜਕੇ ਦਾ ਅੱਗੋਂ ਪੋਤਰੇ ਦਾ ਸੰਸਕਾਰ ਹੋਇਆ ਸੀ ਨਾ, ਉੱਥੇ ਉਹ ਗਏ ਸਨ ਡੇਰਾ ਬਾਬਾ ਨਾਨਕ। ਗੁਰੂ ਅਰਜਨ ਦੇਵ ਜੀ ਉਹਦੇ ਵਰੀਨੇ ਤੇ ਜਾਂ ਉਹਦੇ ਲਾਸਟ ਰਾਈਟ ਕੋਈ ਉਹਦਾ ਦਿਨ ਸੀ ਉਹ ਉਹਨਾਂ ਦੇ ਇੱਥੋਂ ਸੰਸਾਰ ਤੋਂ ਜਾਣ ਦਾ, ਉੱਥੇ ਉਹਨਾਂ ਨੇ ਕੀਰਤਨ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ। ਤੇ ਉਸ ਜਗ੍ਹਾ ਤੇ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਹਾਲ ਬਣਾ ਕੇ ਉਹਨੂੰ ਕੀਰਤਨ ਸਥਾਨ ਦਾ ਨਾਂ ਦਿੱਤਾ। ਦੈਟ ਇਜ਼ ਆਲਸੋ ਏ ਪਾਰਟ ਆਫ ਡੇਰਾ ਬਾਬਾ ਨਾਨਕ। ਸੋ ਜਿਸ ਤਰ੍ਹਾਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਗੋਲਡਨ ਟੈਂਪਲ ਜਾਂਦੇ ਹੋ, ਤੇ ਉਹਦੇ ਅੰਦਰ ਕਿੰਨੇ ਹੀ ਗੁਰਦੁਆਰੇ ਨੇ, ਅਪਾਰਟ ਫਰਮ ਹਰਿਮੰਦਰ ਅਕਾਲ ਤਖਤ ਸਾਹਿਬ ਵੀ ਹੈ, ਬਾਬਾ ਅਟਲ ਵੀ ਹੈ, ਹੋਰ ਵੀ ਕਈ ਹੋਣਗੇ। ਇਸੇ ਤਰ੍ਹਾਂ ਹੀ ਡੇਰਾ ਬਾਬਾ ਨਾਨਕ ਕਈ ਕੰਪਲੈਕਸ ਵਿੱਚ ਕਈ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਯਾਦਾਂ ਪਈਆਂ ਹੋਈਆਂ, ਯਾਦਾਂ ਰੱਖੀਆਂ ਗਈਆਂ। ਅਸੀਂ ਇਤਿਹਾਸ ਦੇ ਵਿੱਚ ਇੱਕ ਚੀਜ਼ ਪੜ੍ਹਦੇ ਹਾਂ ਜਿਹੜੀ ਸਾਨੂੰ ਬਹੁਤ ਦੁੱਖ ਦਿੰਦੀ ਆ, ਔਰ ਇਹਦੇ ਵਾਸਤੇ ਮੈਨੂੰ ਤੁਹਾਡੇ ਸਾਰਿਆਂ ਦੀ ਇਨਪੁਟ ਚਾਹੀਦੀ ਹੈ ਕਿ ਗੁਰੂ ਸਾਹਿਬ ਦੇ ਜਿਹੜੇ ਬੇਟੇ ਸਨ, ਰਾਈਟ ਫਰਮ ਗੁਰੂ ਅੰਗਦ ਅਪ ਟੂ 7ਵੀਂ ਪਾਤਸ਼ਾਹੀ, ਉਹਨਾਂ ਨੇ ਗੁਰੂ ਘਰ ਦੇ ਵਿੱਚ ਬਹੁਤ ਹੀ ਦੁੱਖ, ਕਈ ਬੱਚੇ ਸਨ ਜਿਨ੍ਹਾਂ ਨੇ ਬਹੁਤ ਦੁੱਖ ਦਿੱਤਾ। ਮੈਂ ਕੈਟੇਗਰੀ ਬਣਾਵਾਂਗਾ। ਦੁੱਖ ਇਹ ਕਿ ਉਹਨਾਂ ਨੇ ਆਪਣੇ ਬਾਪ ਦਾ ਕਹਿਣਾ ਨਹੀਂ ਮੰਨਿਆ। ਦੁੱਖ ਇਹ ਹੈ ਕਿ ਉਹਨਾਂ ਨੇ ਫਿਜ਼ੀਕਲ ਐਕਟ ਵੀ ਅਗੇਂਸਟ ਦੀ ਗੁਰੂਸ ਕੀਤਾ। ਤੀਸਰਾ, ਬਾਕੀ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਕੌਨਸਪੀਰੇਸੀ ਕੀਤੀ ਹੈ ਈਵਨ ਟੂ ਕਿਲ। ਇਹਨਾਂ ਤਿੰਨੇ ਕੈਟੇਗਰੀਜ਼ ਦੇ ਵਿੱਚ ਲੈਟ ਅਸ ਸਟਾਰਟ ਵਿਦ ਗੁਰੂ ਅੰਗਦ। ਗੁਰਦੇਵ, ਗੁਰੂ ਅੰਗਦ ਦੇਵ ਜੀ ਦੇ ਕਿਹੜੇ ਬੇਟੇ ਦੇ ਬਾਰੇ ਤੁਸੀਂ ਕੁਝ ਕਹਿ ਸਕਦੇ ਹੋ ਕਿ ਉਹਨਾਂ ਨੇ ਕੋਈ ਐਸੀ ਚੀਜ਼ ਕੀਤੀ ਹੈ ਜਿਹੜੀ ਨਹੀਂ ਸੀ ਕਰਨੀ ਚਾਹੀਦੀ? ਬਾਬਾ ਦੱਸੂ ਜੀ। ਹਾਂ ਬੋਲੋ, ਦੱਸੋ ਕਲਾਸ ਨੂੰ। ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਜਿੱਦਾਂ ਟੁੱਟ ਮਾਰਿਆ ਸੀਗਾ ਜਦੋਂ ਉਹ ਬੈਠੇ ਪਾਠ ਕਰਦੇ ਸੀਗੇ। ਫਿਰ ਕੀ ਹੋਇਆ? ਦੱਸੋ ਨਾ, ਫਿਰ ਗੁਰੂ ਅਮਰਦਾਸ ਜੀ ਨੇ ਕੀ ਕੀਤਾ? ਉਹਨਾਂ ਦੇ ਤੁਸੀਂ ਕਹਿੰਦੇ ਤੁਹਾਡੇ ਦਰਦ ਹੋਏ ਵੀ ਮੇਰੀ ਬੁੱਢੀ ਹੱਡੀ ਤੁਹਾਡੇ ਦਰਦ ਨਾ ਹੋਇਆ ਹੋਵੇ, ਉਹ ਪੈਰ ਉਹਦੇ ਕੁੱਟੇ। ਫਿਰ ਉਹਦੇ ਬਾਅਦ ਗੁਰੂ ਅਮਰਦਾਸ ਨੇ ਕੀ ਕੀਤਾ? That I don't know, Dr. Sahab. Also, I'm sorry. ਗੁਰੂ ਅਮਰਦਾਸ ਜੀ ਫਿਰ ਚਲੇ ਗਏ ਸਨ ਉੱਥੋਂ, ਗੋਇੰਦਵਾਲ ਤੋਂ ਗੁਰੂ ਅਮਰਦਾਸ ਜੀ ਚਲੇ ਗਏ ਸਨ, ਬਾਸਰ ਕੇ ਚਲੇ ਗਏ ਸੀ। ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲਿਆ ਸੀ।
ਤੇ ਫਿਰ ਸੰਗਤ ਉਹਨਾਂ ਨੂੰ ਲੱਭਦੀ ਸੀ। ਗੁਰਦੁਆਰਾ ਸੰਨ ਸਾਹਿਬ। ਹਾਂਜੀ, ਤੇ ਇਹ ਬੜੀ ਇੰਪੋਰਟੈਂਟ ਸਾਖੀ ਹੈ ਕਿ ਜਿਸ ਵੇਲੇ ਦਾਤੂ ਨੇ ਉਹਨਾਂ ਨੂੰ ਮਤਲਬ ਜੋ ਵੀ ਬੇਦਬੀ ਕੀਤੀ ਹੈ, ਪਹਿਲਾਂ ਜੋ ਤੁਸੀਂ ਕਿਹਾ ਗੁਰਦੀਪ ਬਿਲਕੁਲ ਠੀਕ ਹੈ, ਉਹਨਾਂ ਨੇ ਉਹਨਾਂ ਦੀ ਲੱਤ ਫੜ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਮੇਰੀ ਬੁੱਢੀਆਂ ਹੱਡੀਆਂ ਨੂੰ ਤੁਹਾਨੂੰ ਤਾਂ ਕੋਈ ਤਕਲੀਫ ਨਹੀਂ ਹੋਈ। ਔਰ ਫਿਰ ਕਹਿੰਦੇ ਨੇ ਕਿ ਦਾਤੂ ਨੂੰ ਮਾਤਾ ਖੇਵੀ ਨੇ ਬਹੁਤ ਗੁੱਸਾ ਕੀਤਾ ਬਾਅਦ ਵਿੱਚ, ਪਰ ਉਸ ਤੋਂ ਇਲਾਵਾ ਫਿਰ ਕੋਈ ਦੁਰਘਟਨਾ ਨਹੀਂ ਹੋਈ। ਲੇਕਿਨ ਗੁਰੂ ਅਮਰਦਾਸ ਜੀ ਫਿਰ ਉਹਨਾਂ ਨੇ ਆਪਣੇ ਆਪ ਨੂੰ ਜਿੱਥੇ ਵੀ ਕਿਸੇ ਕਮਰੇ ਦੇ ਵਿੱਚ ਛੁਪਾ ਲਿਆ ਸੀ। ਇਹ ਕੋਈ ਦੱਸ ਸਕਦਾ ਉਹਨਾਂ ਨੂੰ ਲੱਭਿਆ ਕਿੰਨੇ ਸੀ? ਬਾਬਾ ਬੁੱਢਾ ਨੇ। ਹਾਂਜੀ, ਬਾਬਾ ਬੁੱਢਾ ਨਹੀਂ, ਬਾਬਾ ਬੁੱਢਾ ਵੀ ਨੂੰ ਵੀ ਕਿੰਨੀ ਸਹਾਇਤਾ ਨਾਲ ਲੱਭਿਆ, ਉਹਨਾਂ ਨੇ ਲੱਭਿਆ ਸੀ। ਉਹਨਾਂ ਦੀ ਘੋੜੀ ਸੀ, ਉਹਨਾਂ ਦੀ ਘੋੜੀ ਨੇ, ਉਹਨਾਂ ਦੀ ਜਿਹੜੀ ਮੇਅਰ ਸੀ ਨਾ ਘੋੜੀ, ਉਹਨਾਂ ਨੇ ਕਿਹਾ ਕਿਸੇ ਨੇ ਕਿ ਤੁਸੀਂ ਗੁਰੂ ਸਾਹਿਬ ਦੀ ਘੋੜੀ ਖੋਲੋ, ਇਹ ਆਪਣੇ ਮਾਲਕ ਨੂੰ ਲੱਭ ਲੈਗੀ। ਤੇ ਉਹਨਾਂ ਨੇ ਜਿਹਨੂੰ ਤੁਸੀਂ ਘੋੜਾ ਕਹਿ ਲਓ, ਘੋੜੀ ਕਹਿ ਲਓ, ਉਦੋਂ ਘੋੜੀ ਸੀ, ਘੋੜੀ ਹੋਏਗੀ। ਉਹਨਾਂ ਨੇ ਘੋੜੀ ਖੋਲੀ ਤੇ ਪਿੱਛੇ ਫਿਰ ਬਾਬਾ ਬੁੱਢਾ ਜਿਸ ਤਰ੍ਹਾਂ ਵਜ਼ੀਰ ਜੀ ਨੇ ਕਿਹਾ ਉਹ ਚੱਲ ਪਏ। ਉਹ ਫਿਰ ਜਿੱਥੇ ਗੁਰੂ ਸਾਹਿਬ ਹੈ ਸਨ ਉੱਥੇ ਜਾ ਕੇ ਰੁਕ ਗਈ। ਤੇ ਫਿਰ ਅਗਲੀ ਜਿਹੜੀ ਸਾਖੀ ਆ ਵੀ ਉਹਨਾਂ ਨੇ ਕਿਸ ਤਰ੍ਹਾਂ ਪਿੱਛੋਂ ਸੰਨ ਲਾਈ ਤੇ ਗੁਰੂ ਸਾਹਿਬ ਨੂੰ ਲੱਭਿਆ ਤੇ ਸੰਨ ਸਾਹਿਬ ਗੁਰਦੁਆਰਾ ਉੱਥੇ। ਇਹ ਇਤਿਹਾਸਿਕ ਇੰਪੋਰਟੈਂਟ ਨੇ ਬੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਆਉਣੀਆਂ ਚਾਹੀਦੀਆਂ। ਨਵਤੇਜ, ਗੁਰੂ ਅਮਰਦਾਸ ਤੇ ਉਹਨਾਂ ਦੇ ਬੱਚਿਆਂ ਵਿੱਚੋਂ ਕੋਈ ਗੱਲ ਦੱਸੋ। ਜਿਹੜੇ ਬਾਬਾ ਮੋਹਨ ਸੀਗੇ, ਉਹਨਾਂ ਨੇ ਜਿਹੜੀ ਉਹ ਆਪਣੀ ਗੁਰਬਾਣੀ ਸੀਗੀ, ਉਹ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੇ ਕੰਪਾਈਲ ਕਰਨੀ ਸੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਆਦਿ ਗ੍ਰੰਥ, ਉਹ ਉਹਨਾਂ ਨੇ ਨਹੀਂ ਦਿੱਤੀ। ਸੋ ਉਹ ਇਤਿਹਾਸ ਵਿੱਚ ਆਉਂਦਾ ਹੈਗਾ। ਪੂਰੀ ਗੱਲ ਤਾਂ ਨਹੀਂ ਤੁਸੀਂ ਦੱਸੀ ਨਾ, ਨਹੀਂ ਦਿੱਤੀ ਤੇ ਹੈ ਸੀ। ਉਹ ਜਿਹੜੀਆਂ ਪੂਰੀਆਂ ਜਿਹੜੀਆਂ ਪੋਥੀਆਂ ਸੀ ਉਹ ਨਹੀਂ ਦਿੱਤੀਆਂ। ਕਈ ਉਹਨਾਂ ਨੇ ਇਤਿਹਾਸ ਕਹਿੰਦਾ ਕਿ ਕਈ ਜਿਹੜੀਆਂ ਪੋਥੀਆਂ ਸੀ ਉਹਨਾਂ ਨੇ ਆਪਣੇ ਕੋਲੇ ਰੱਖ ਲਈਆਂ ਤੇ 2 ਹੀ ਪੋਥੀਆਂ ਦਿੱਤੀਆਂ ਉਹਨਾਂ ਨੇ ਗੁਰੂ ਆਪਣੇ ਜੋ ਬਾਬਾ ਬੁੱਢਾ ਜੀ। ਠੀਕ ਹੈ, ਤੁਸੀਂ ਇਹਨੂੰ ਹੋਰ ਇਸ ਤਰ੍ਹਾਂ ਨਾਲ ਕਹਿ ਸਕਦੇ ਹੋ, ਜਦੋਂ ਗੁਰੂ ਰਾਮਦਾਸ ਜੀ ਨੂੰ ਉਹਨਾਂ ਨੇ ਗੁਰੂ ਥਾਪਿਆ ਉਦੋਂ ਬਾਕੀ ਤਾਂ ਸਾਰੇ ਨਵੇਂ ਨੇ, ਔਰ ਉਹ ਵੇਲਾ ਸੀ ਕਿ ਉਦੋਂ ਪੋਥੀਆਂ ਪਾਸ ਆਨ ਹੋਣੀਆਂ ਚਾਹੀਦੀਆਂ ਸਨ ਗੁਰੂ ਰਾਮਦਾਸ ਜੀ ਨੂੰ, ਉਦੋਂ ਮੋਹਨ ਨੇ ਨਹੀਂ ਕੀਤੀਆਂ। ਤੇ ਫਿਰ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਰਹੇ ਸਨ ਤੇ ਉਹਨਾਂ ਨੇ ਭੇਜਿਆ ਸੀ, ਬਾਬਾ ਬੁੱਢਾ ਨੂੰ ਵੀ ਭੇਜਿਆ, ਭਾਈ ਗੁਰਦਾਸ ਨੂੰ ਵੀ ਭੇਜਿਆ, ਉਦੋਂ ਮੋਹਨ ਨੇ ਨਹੀਂ ਦਿੱਤੀਆਂ। ਫਿਰ ਜਦੋਂ ਆਪ ਗਏ ਨੇ ਫਿਰ ਉਹਦੀ ਪੂਰੀ ਸਾਖੀ ਤੇ ਇਹੀ ਹੈ। ਸਿਰਫ ਕੀ ਲੱਗਦੇ ਸਨ ਵੈਸੇ ਬਬਲੀ ਦੱਸ ਸਕਦੀ ਹੈ, ਮੋਹਨ ਗੁਰੂ ਅਰਜਨ ਦੇਵ ਜੀ ਦਾ ਕੀ ਲੱਗਦਾ ਸੀ? ਪਾਸ ਕਰਦੇ ਨਹੀਂ ਹੁੰਦਾ ਸੀ। ਚਲੋ ਮਾਮਾ, ਠੀਕ ਮਹਿੰਦਰ ਠੀਕ ਕਹਿ ਰਿਹਾ, ਮਾਮਾ ਲੱਗਦਾ ਸੀ ਕਿਉਂਕਿ ਪਾਣੀ ਦੇ ਭਰਾ ਸਨ ਨਾ। ਇਹ ਤੁਸੀਂ ਦੱਸਿਆ ਤੇ ਹੈ ਕਿ ਗੁਰੂ ਅਮਰਦਾਸ ਜੀ ਦੇ ਬੇਟੇ ਨੇ ਵੱਡੇ, ਔਰ ਪਾਣੀ ਉਹਨਾਂ ਦੀ ਲੜਕੀ ਹੈ, ਸੋ ਇਹ ਉਹਨਾਂ ਦੇ ਮਾਮੇ ਸਨ। ਉਹਨਾਂ ਨੇ ਸਿਰਫ ਕਿਉਂਕਿ ਗੁਰੂ ਅਰਜਨ ਆਪ ਆਏ ਨੇ ਤੇ ਉਹਨਾਂ ਨੇ 2 ਪੋਥੀਆਂ ਦਿੱਤੀਆਂ ਜਿਹੜੀਆਂ ਤੁਸੀਂ ਅੱਜ ਵੀ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ, ਪਰ ਅਨਫੋਰਚੂਨੇਟਲੀ ਉਹਨਾਂ ਵਿੱਚ ਇੰਨੀ ਘੱਟ ਬਾਣੀ ਹੈ। ਤੇ ਹੁਣ ਜੇ ਤੁਸੀਂ ਲੌਜਿਕ ਦੇਖੋ ਕਿ ਗੁਰੂ ਅਮਰਦਾਸ 3rd ਗੁਰੂ ਜੀ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਆਪਣੀ ਨਿਗਰਾਨੀ ਥੱਲੇ, ਆਪਣੀ ਡਾਇਰੈਕਸ਼ਨ ਥੱਲੇ ਪੋਥੀਆਂ ਬਣਵਾਈਆਂ। ਗੁਰੂ ਨਾਨਕ ਦੀ ਬਾਣੀ ਉਹਨਾਂ ਕੋਲ ਹੈ ਸੀ, ਗੁਰੂ ਅੰਗਦ ਦੀ ਬਾਣੀ ਉਹਨਾਂ ਕੋਲ ਹੈ ਸੀ, ਆਪਣੀ ਬਾਣੀ ਉਹਨਾਂ ਲਿਖੀ ਹੈ। ਆਪਣੇ ਪੋਤਰੇ ਜਾਂ ਪੜਪੋਤਰੇ ਕੋਲੋਂ ਉਹਨਾਂ ਨੇ ਇੱਕ ਪੋਥੀਆਂ ਬਣਵਾਈਆਂ। तो 100% प्रूफ है कि इन्हां विच पूरी बाणी होनी चाहिए सी। ये तो ज़्यादा कोई लॉजिक हो ही नहीं सकती ना कि जे गुरु अमरदास ने ना तैयार करवाइयां होंदियां थिंग्स वुड हैव बीन डिफरेंट। हुण पर एक किधरे इतिहास नहीं आता कि बाइंडिंग विच किन्नियां पोथियां बन गई, 5 बन गई, 6 बन गई, किन्नियां सन रब जाने। पर जे तुसीं लगाओ 907 974 गुरु नानक साहब के शब्द, 63 गुरु अंगद के शब्द, 907 गुरु अमरदास के अपने शब्द, जे तुसीं इन्हां नूं टोटल कर लो तो 2000 तो बनता सी ना। तो जे 2000 बनता है तो जे तुसीं उन्होंने कहा हो भी तुसीं 200 इकट्ठे करो तो तां भी 10 बन जाएगियां, जे 500 करो तो 4 बन जाएगियां। पर जो गुरु अर्जन देव जी गए ने उन्होंने सिर्फ 2 पोथियां दित्तियां उन्होंने, और जिन्होंने पढ़िया उन्होंने एक भी गल कही है कि अपार्ट फ्रॉम गुरु बाणी ਉਹਦੇ ਵਿੱਚ ਕੱਚੀ ਬਾਣੀ ਵੀ ਹੈ, that is number 1। ਦੂਜਾ ਸਿਰਫ 2% ਬਾਣੀ ਹੈ, that is number 2।
ਤੀਜਾ ਉਹਦੇ ਵਿੱਚ ਜਪਜੀ ਸਾਹਿਬ ਵੀ ਨਹੀਂ ਹੈ ਤੇ ਆਨੰਦ ਸਾਹਿਬ ਵੀ ਨਹੀਂ ਹੈ। ਹਾਊ ਇਟ ਇਜ਼ ਪੋਸੀਬਲ ਕਿ ਗੁਰੂ ਅਮਰਦਾਸ ਜੀ ਪੋਥੀਆਂ ਬਣਵਾਉਣ ਤੇ ਉਹਦੇ ਵਿੱਚ ਆਨੰਦ ਸਾਹਿਬ ਵੀ ਨਾ ਹੋਏ, ਗੁਰੂ ਨਾਨਕ ਦੀ ਬਾਣੀ ਨਾ ਹੋਏ। ਐਨੀਵੇ, ਸੋ ਜੋ ਇਸ ਵੇਲੇ ਫੈਕਚੁਅਲ ਸਾਡੇ ਕੋਲ ਹੈ ਕਿ ਉਹਨਾਂ ਨੇ 2 ਬਾਣੀਆਂ ਦਿੱਤੀਆਂ। ਸੋ ਗੁਰੂ ਮੋਹਨ ਦਾ ਇਹੋ ਹੀ ਸੀ ਕਿ ਉਹਨਾਂ ਨੇ ਆਪਣੇ ਫਾਦਰ ਦੀ ਗੱਲ ਨਹੀਂ ਮੰਨੀ। ਇਤਿਹਾਸ ਵਿੱਚ ਇਹ ਤੇ ਨਹੀਂ ਆਉਂਦਾ ਕਿ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਤੁਸੀਂ ਇਹ ਪੋਥੀਆਂ ਦੇ ਦਿਓ, ਪਰ ਇਟ ਵਾਜ਼ ਆਟੋਮੈਟਿਕ ਵੀ ਜੇ ਗੁਰੂ ਉਹ ਬਣੇ ਨੇ ਤੇ ਪੋਥੀਆਂ ਦਿਓ। ਸੋ ਉਹਨਾਂ ਨੇ ਨਹੀਂ ਦਿੱਤੀਆਂ, ਇਹ ਉਹਨਾਂ ਨੇ ਅਵਗਿਆ ਕੀਤੀਆਂ। ਕਈ ਥਾਂ ਤੇ ਇਹ ਵੀ ਹਿਸਟਰੀ ਚ ਆਉਂਦਾ ਕਿ ਉਹਦੇ ਕੋਲੇ ਹੈ ਹੀ 2 ਸੀ। ਹੀ ਗੇਵ ਆਲ ਹੀ ਹੈਡ, ਉਹਦੇ ਕੋਲੇ ਸਿਰਫ 2 ਹੀ ਪੋਥੀਆਂ ਸੀ। ਜੇ ਕੰਪਲੀਟ ਸੈੱਟ ਹੁੰਦਾ ਤਾਂ ਕਿਧਰੇ ਉੱਥੇ ਮਿਲ ਜਾਂਦਾ ਉਹ ਤੋਂ ਬਾਅਦ, ਤੇ ਹੋਰ ਦੂਜੀਆਂ 2 ਹੀ ਪੋਥੀਆਂ ਅਵੇਲੇਬਲ ਨੇ, ਬਾਕੀ ਦਾ ਪਤਾ ਨਹੀਂ ਲੱਗਦਾ ਕਿੱਥੇ ਨੇ। ਕਿ ਉਹਦੇ ਕੋਲੇ ਹੈ ਹੀ 2 ਸੀ, ਉਦੋਂ 2 ਹੀ ਵੰਡ ਹੋਈਆਂ ਸੀ, ਉਹ 2 ਹੀ ਉਹਨੇ ਦੇ ਦਿੱਤੀਆਂ। ਪਰ ਉਹ ਇਸ ਕਰਕੇ ਗੱਲ ਡਾਈਜੈਸਟ ਨਹੀਂ ਹੁੰਦੀ ਨਾ ਵਜ਼ੀਰ ਜੀ, ਕਿ ਜੇ ਤੇ ਲਿਖਿਆ ਹੋਵੇ ਨਾ ਕਿ ਗੁਰੂ ਅਮਰਦਾਸ ਜੀ ਨੇ ਬਾਈਂਡਿੰਗ ਸ਼ੁਰੂ ਕਰਾਈ ਜਾਂ ਕਲੈਕਸ਼ਨ ਸ਼ੁਰੂ ਕਰਾਈ ਤੇ ਉਹ ਪੂਰੀ ਨਹੀਂ ਕਰ ਸਕੇ, ਫਿਰ ਤੁਸੀਂ ਕਹਿ ਸਕਦੇ ਹੋ ਹਾਲੀ 2 ਹੀ ਬਣੀਆਂ ਸਨ ਤੇ ਉਹ ਜੋਤੀ ਜੋਤ ਸਮਾ ਗਏ। ਉਹਦੇ ਕੋਲ ਸੀ, ਬਾਬਾ ਮੋਹਨ ਦੇ ਕੋਲੇ ਸਿਰਫ 2 ਹੀ ਪੋਥੀਆਂ ਸੀ, ਬਾਕੀ ਕਿੱਥੇ ਸਨ ਫਿਰ? ਨੋਬਡੀ ਨੋ। ਜੇ ਉਹ ਬਾਬਾ ਮੋਹਨ ਦੇ ਕੋਲੇ ਹੁੰਦੀਆਂ ਫਿਰ ਪਿੱਛੋਂ ਵੀ ਲੱਭ ਜਾਂਦੀਆਂ। ਨਹੀਂ, ਪਰ ਇਹ ਵੀ ਤੇ ਹੋ ਸਕਦਾ ਨਾ, ਜੋ ਇਤਿਹਾਸਕਾਰ ਕਹਿੰਦੇ ਨੇ ਕਿ ਉਹਨਾਂ ਕੋਲ ਪੋਥੀਆਂ ਜ਼ਿਆਦਾ ਸਨ, ਪਰ ਸਿਰਫ ਕਿਉਂਕਿ ਜਦੋਂ ਗੁਰੂ ਅਰਜਨ ਆਏ ਨੇ ਉਹਨਾਂ ਨੂੰ ਸਿਰਫ ਖੁਸ਼ ਕਰਨ ਵਾਸਤੇ ਉਹਨਾਂ ਨੇ ਵਿੱਚੋਂ 2 ਦੇ ਦਿੱਤੀਆਂ, ਬਾਕੀ ਨਹੀਂ ਦਿੱਤੀਆਂ। ਫਿਰ ਗਈਆਂ ਕਿੱਥੇ ਪੁਰਾਣੀਆਂ? ਚਲੋ, ਕਿਉਂਕਿ ਨਾ ਤੇ ਇੱਥੇ ਬਾਬਾ ਮੋਹਨ ਨੇ ਤੇ ਨਾ ਗੁਰੂ ਅਰਜਨ ਨੇ, ਸੋ ਗੈਸ ਹੀ ਲਗਾਇਆ ਜਾ ਸਕਦਾ। ਪਰ ਇੱਕ ਹੋਰ ਚੀਜ਼ ਡਸਨਟ ਸਟੈਕ ਅਪ ਇਸ ਕਿ ਜੇ ਹੁਣ ਜਿੱਦਾਂ ਜੇ ਹਿਸਟਰੀ ਦੇ ਵਿੱਚ ਆਦਾ ਲਿਖਿਆ ਹੈਗਾ ਕਿ ਉਹਨਾਂ ਨੇ ਕਾਫੀ ਆਪਣੇ ਜਿੱਦਾਂ ਕਹਿੰਦੇ ਗੱਲ ਨਹੀਂ ਮੰਨੀ ਜਾਂ ਕਾਫੀ ਆਪਣੇ ਕਾਫੀ ਪ੍ਰੋਬਲਮ ਕ੍ਰੀਏਟ ਕੀਤੇ ਦੇਣ ਵਾਸਤੇ, ਜੇ 2 ਹੀ ਹੁੰਦੀਆਂ ਤਾਂ ਫਿਰ ਚੁੱਪ ਕਰਕੇ ਦੇ ਦਿੰਦੇ 2। ਸੋ ਇਹਦਾ ਵੀ ਕੋਈ ਕਾਰਨ ਹੋਣਾ ਹੈ ਕਿ ਇਟ ਡਸਨਟ ਸਟੈਕ ਅਪ, ਕਿ ਜੇ ਹੋਣੀਆਂ ਨੇ ਹੋਰ ਕਾਫੀ, ਪਰ ਫਿਰ ਕਿਉਂ ਇੰਨੀ ਟਰਬਲ ਕਿਉਂ ਕੋਜ਼ ਕੀਤੀ, ਕਿਉਂ ਦਿੱਤੀਆਂ ਕਿਉਂ ਨਹੀਂ ਫਿਰ ਸਾਰੀਆਂ 2 ਹੀ ਦਿੱਤੀਆਂ? ਫਿਰ ਹੋਰ ਹੁੰਦੀਆਂ ਤਾਂ ਰਹਿਣੀਆਂ ਤਾਂ ਉਹਦੇ ਕੋਲ ਹੀ ਸੀ, ਉਹ ਤੋਂ ਬਾਅਦ ਮਿਲ ਜਾਂਦੀਆਂ। ਨਹੀਂ, ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨਾ ਸ਼ੋਰ ਸ਼ਰਾਬਾ ਕਿਉਂ ਕੀਤਾ ਫਿਰ ਕਿ ਨਹੀਂ, ਮੈਂ ਕਿ ਮਤਲਬ ਕਿ ਕਿੰਨੇ ਬੰਦੇ ਗਏ ਲੈਣ ਤਾਂ ਦਿੱਤੀ ਨਹੀਂ ਉਹਨਾਂ। ਫਿਰ ਵਜ਼ੀਰ ਜੀ ਤਾਂ ਸੋਚੀ ਪਈ ਕਿ ਜਿਸ ਤਰ੍ਹਾਂ ਅਸੀਂ ਆਪ ਇਸ ਕਲਾਸ ਵਿੱਚ ਡਿਸਕਸ ਕੀਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਆਪ ਤਾਂ ਸਾਰੀ ਬਾਣੀ ਯਾਦ ਸੀ, ਗੁਰੂ ਰਾਮਦਾਸ ਜੀ ਨੂੰ ਵੀ ਯਾਦ ਸੀ, ਉਹ 22 ਸਾਲ ਰਹੇ ਨੇ ਗੁਰੂ ਅਮਰਦਾਸ ਜੀ ਦੇ ਕੋਲ, ਔਰ 3 ਪਹਿਲੇ ਗੁਰੂਆਂ ਦੀ ਤੇ ਆਪਣੀ ਉਹਨਾਂ ਨੂੰ ਬਾਣੀ ਤੇ ਹੈ ਹੀ ਸੀ। ਉਹ ਤਾਂ ਸਿਰਫ ਜਿਸ ਤਰ੍ਹਾਂ ਮੈਂ ਅੱਜ ਕੱਲ੍ਹ ਕਹਿਣਾ ਤੁਹਾਨੂੰ ਕਿ ਭਾਵੇਂ ਮੈਨੂੰ ਬਾਣੀਆਂ ਸਾਰੀਆਂ ਜ਼ਬਾਨੀ ਯਾਦ ਨੇ, ਪਰ ਫਿਰ ਵੀ ਮੈਂ ਗੁਟਕਾ ਰੱਖ ਕੇ ਪਾਠ ਕਰਦਾ ਤਾਂ ਕਿ ਕੋਈ ਅੱਖਰ ਇੱਧਰ ਉੱਧਰ ਨਾ ਹੋ ਜਾਏ। ਤੇ ਬਾਣੀ ਤੇ ਗੁਰੂ ਅਰਜਨ ਨੂੰ ਪਤਾ ਸੀ, ਸਾਰੀ ਬਾਣੀ ਤੇ ਉਹਨਾਂ ਨੂੰ ਆਉਂਦੀ ਸੀ। ਫਿਰ ਉਹ ਸ੍ਰੀ ਚੰਦ ਕੋਲ ਵੀ ਲੈ ਕੇ ਆਏ ਨੇ ਸ਼ਬਦ, ਫਿਰ ਉਹਨਾਂ ਨੇ ਬਾਕੀ ਲੋਕਾਂ ਕੋਲੋਂ ਵੀ ਇਕੱਠੇ ਕੀਤੇ ਨੇ। ਆਈ ਥਿੰਕ ਇਟ ਮੇਨ ਆਈਡੀਆ ਵਾਜ਼ ਕਿ ਅਗਰ ਮੈਨੂੰ ਰਿਟਰਨ ਮਿਲ ਜਾਏ ਤਾਂ ਮੈਂ ਜੋ ਲਿਖਾ ਰਿਹਾ ਅਗਰ ਉਹਦੇ ਵਿੱਚ ਕੋਈ ਲਾਵਾਂ ਇੱਧਰ ਉੱਧਰ ਨਾ ਹੋ ਜਾਣ, that was his main idea, otherwise he didn't need anything. Anyway, ਤੁਹਾਨੂੰ ਤਾਂ ਸ਼ੁਰੂ ਤੋਂ ਹੀ ਪਤਾ ਕਿ 2 ਪੋਥੀਆਂ ਸੀ ਜਿਹੜੀਆਂ ਮਿਲੀਆਂ ਗੁਰੂ ਅਮਰ ਇਹਨਾਂ ਨੂੰ। ਨਹੀਂ, ਉਹ ਤੇ ਸਾਨੂੰ ਵੀ ਸਾਰਿਆਂ ਨੂੰ ਪਤਾ ਕਿ ਮਿਲੀਆਂ ਹੀ 2 ਨੇ, ਕੋਈ ਦਿਮਾਗ 'ਚ ਬੈਠਾ ਹੋਇਆ ਨਹੀਂ, ਪਰ ਚਲੋ ਡਿਸਕਸ਼ਨ ਹੋ ਗਈ ਜਿੰਨੀ ਕੋ ਕਰ ਸਕਦੇ ਸਾਂ। ਪਰਮਜੀਤ, ਗੁਰੂ ਰਾਮਦਾਸ ਦੇ ਬੱਚੇ ਪ੍ਰਿਥੀ ਚੰਦ ਨੇ ਜਿਹੜੀਆਂ ਚਿੱਠੀਆਂ ਸੀ ਨਾ, ਜਿਹੜੀਆਂ ਗੁਰੂ ਅਰਜਨ ਦੇਵ ਨੇ ਚਿੱਠੀਆਂ ਲਿਖੀਆਂ ਸੀ ਨਾ ਗੁਰੂ ਰਾਮਦਾਸ ਜੀ ਉਹਨਾਂ ਦੇ ਫਾਦਰ ਨੂੰ, ਉਹਨਾਂ ਨੇ ਰੱਖ ਲਈਆਂ ਸੀ। ਗਾਨੀ ਉਹ ਦੇਣ ਦਿੱਤੇ ਸੀ ਗੁਰੂ ਅਰਜਨ ਦੇਵ ਜੀ ਨੂੰ। ਤੇ ਉਹਨਾਂ ਦੇ ਬਾਰੇ ਉਹ ਦੱਸੋ ਕਲਾਸ ਨੂੰ, ਜਿਹੜੀਆਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਉਹਨਾਂ ਨੇ ਸਿੱਖੀ ਦੇ ਖਿਲਾਫ ਕੰਮ ਕੀਤੇ ਨੇ ਜਾਂ ਗੁਰੂ ਸਾਹਿਬ ਦੇ ਖਿਲਾਫ ਕੰਮ ਕੀਤੇ ਨੇ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਮੋਹਨ ਦਾ ਉਹਨਾਂ ਨੇ ਪੋਥੀਆਂ ਨਹੀਂ ਦਿੱਤੀਆਂ, ਸ੍ਰੀ ਚੰਦ ਦਾ ਕਿ ਉਹਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਮੇਨ ਫਿਲਾਸਫੀ ਹੈ ਉਹਨੂੰ ਨਹੀਂ ਐਕਸੈਪਟ ਕੀਤਾ। ਪ੍ਰਿਥੀ ਚੰਦ ਨੇ ਕੀ ਗਲਤ ਕੀਤਾ? ਨਹੀਂ ਪਤਾ। ਪਾਸ ਮਿੰਦਰ। ਪ੍ਰਿਥੀ ਚੰਦ ਸਭ ਤੋਂ ਪਹਿਲਾਂ ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ ਨਾ ਤੇ ਉਹਨੇ ਇਹਨਾਂ ਦਾ ਵਿਰੋਧ ਕੀਤਾ, ਸਾਰਿਆਂ ਦਾ ਵਿਰੋਧ ਕੀਤਾ ਪ੍ਰਿਥੀ ਚੰਦ ਜੀ। ਤੇ ਦੂਸਰਾ ਠੀਕ ਕੀਤਾ ਤੁਸੀਂ, ਠੀਕ ਕਿਹਾ। ਵੈਸੇ ਪਰਮਜੀਤ ਤੇ ਮਿੰਦਰ ਸਭ ਤੋਂ ਜ਼ਿਆਦਾ ਦੁੱਖ ਤਕਲੀਫ ਐਂਡ ਫਿਜ਼ੀਕਲ ਐਕਟ ਅਗੇਂਸਟ ਦੀ ਗੁਰੂਜ਼ ਉਹ ਪ੍ਰਿਥੀ ਚੰਦ ਨੇ ਕੀਤਾ।
ਇਹਨੂੰ ਤੁਸੀਂ 0 ਨੰਬਰ ਦੇ ਸਕਦੇ ਹੋ ਪ੍ਰਿਥੀ ਚੰਦ ਨੂੰ। ਜਿੱਥੋਂ ਤੁਸੀਂ ਤੇ ਸਿਰਫ ਸ਼ੁਰੂ ਕੀਤਾ ਨਾ, ਉਹ ਤੇ ਤੁਹਾਨੂੰ ਪਤਾ, ਤੁਸੀਂ ਲੈ ਜਾਓ ਜਿਹੜਾ ਹੁਣੇ ਸ਼ਬਦ ਤੋਂ ਬੋਲਿਆ ਸੀ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਚੁਰਾਣਾ ਸ਼ਬਦ ਉੱਥੋਂ ਸ਼ੁਰੂ ਹੋ ਗਿਆ ਸੀ। ਔਰ ਚੂੰਕਿ ਪੈਸੇ ਸਾਰੇ ਇਹ ਰੱਖਦਾ ਸੀ, ਇਹ ਛੱਡਣਾ ਨਹੀਂ ਸੀ ਚਾਹੁੰਦਾ ਉਹਨੂੰ, ਕਿਉਂਕਿ ਸਾਰੇ ਉਹ ਜਿਹੜੇ ਆਉਂਦੇ ਸਨ ਮਸੰਦਾਂ ਕੋਲੋਂ, ਇਹਦੇ ਕੋਲ ਹੀ ਆਉਂਦੇ ਸਨ ਸਾਰੇ ਪੈਸੇ। ਗੁਰੂ ਸਾਹਿਬ ਤੇ ਇੱਥੇ ਯਕੀਨ ਕਰਦੇ ਸਨ। ਫਿਰ ਜਦੋਂ ਗੁਰੂ ਸਾਹਿਬ ਨੇ ਗੁਰੂ ਅਰਜਨ ਨੂੰ ਗੱਦੀ ਦਿੱਤੀ ਹੈ, ਇਹ ਕਿੰਨਾ ਬੋਲਿਆ ਆਪਣੇ ਫਾਦਰ ਨੂੰ, ਕਿੰਨਾ ਬੋਲਿਆ ਬਾਬਾ ਬੁੱਢਾ ਨੂੰ। ਫਿਰ ਸੈਕਿੰਡ ਇਹਨੇ ਕੀਤਾ ਕਿ ਹਰਮੰਦਰ ਸਾਹਿਬ ਨੇ ਚਾਰੋਂ ਪਾਸਿਓਂ ਘੇਰ ਲਿਆ। ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਗੁਰੂ ਹਾਂ, ਗੁਰੂ ਅਰਜਨ ਗੁਰੂ ਨਹੀਂ ਹੈ, ਲੋਕੀ ਮੇਰੇ ਕੋਲ ਆਉਣ। ਫਿਰ ਇਹਨੇ ਸੁਲੀ ਚੰਦ ਨੂੰ ਭੇਜਿਆ, ਸੁਲਾਈ ਚੰਦ ਨੂੰ, ਗੁਰੂ ਅਰਜਨ ਦੇ ਖਿਲਾਫ, ਕਿਉਂਕਿ ਉਹ ਰੈਵਨਿਊ ਕਲੈਕਟਰ ਸੀ, ਕਿਹਨਾਂ ਕੋਲ ਤਾਂ ਬੜਾ ਪੈਸਾ। ਉਹ ਤੇ ਅਨਫੋਰਚੂਨੇਟਲੀ ਉਹ ਘੋੜੇ ਤੋਂ ਡਿੱਗਾ ਤੇ ਉਹ ਮਰ ਗਿਆ ਉੱਥੇ, ਉਹਦੇ ਭੱਠੀ 'ਚ ਜਾ ਡਿੱਗਾ, ਉਹ ਖਤਮ ਹੋ ਗਿਆ। ਸੋ ਫਿਰ ਉਹਦੇ ਕਜ਼ਨ ਨੂੰ ਭੇਜਿਆ, ਇਹ ਸਭ ਕੰਮ ਕਰ ਰਿਹਾ ਸੀ ਪ੍ਰਿਥੀ ਚੰਦ। ਫਿਰ ਉਹ ਮਰ ਗਿਆ। ਲੇਕਿਨ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਪੈਦਾਇਸ਼ ਤੇ 3 ਵਾਰੀ ਹੀ conspired to kill him। ਫਿਰ ਜਦੋਂ ਗੁਰੂ ਤੇਗ ਬਹਾਦਰ ਗੁਰੂ ਬਣੇ ਨੇ ਤੇ ਇਹਦੀ ਅੱਗੋਂ ਜਾਨ ਨਿਸ਼ਾਨੀ ਸੀ ਨਾ, ਭੜਕਾਊ ਸੀ ਕੰਮ ਸਾਰੇ। ਪ੍ਰਿਥੀ ਚੰਦ right from the beginning until the ਜੋਤੀ ਜੋਤ ਸਮਾਨਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ, ਉਹਦੇ ਵਿੱਚ ਸਭ ਤੋਂ ਵੱਡਾ ਹੱਥ ਪ੍ਰਿਥੀ ਚੰਦ ਦਾ ਸੀ। ਸੋ ਸਾਰੇ ਗੁਰੂ ਘਰ ਦੇ ਵਿੱਚੋਂ ਅਗਰ ਤੁਸੀਂ ਬਹੁਤ ਜ਼ਿਆਦਾ ਨੈਗੇਟਿਵ ਨੰਬਰ ਦਿਓਗੇ of all these odds, and ਫਿਜ਼ੀਕਲ ਵੀ ਉਹਨੇ ਕੀਤਾ ਤੇ ਅਦਰਵਾਈਜ਼ ਬੇਦਬੀ ਵੀ ਕੀਤੀ, ਉਹ ਪ੍ਰਿਥੀ ਚੰਦ ਸੀ। ਨੈਕਸਟ ਗੋ ਟੂ ਗੁਰੂ ਅਰਜਨ। ਗੁਰੂ ਅਰਜਨ ਦੇ ਬੱਚੇ ਦੱਸੋ ਮਹਿੰਦਰ। ਗੁਰੂ ਅਰਜਨ ਦੇ 3 ਬੱਚੇ, ਇੱਕ ਗੁਰੂ ਅਰਜਨ ਦੇਵ ਦੇ ਹਰਗੋਬਿੰਦ ਸਾਹਿਬ ਜੀ ਇੱਕ ਬੱਚਾ। ਸੋ ਉੱਥੇ ਤੇ ਕੋਈ ਗੱਲ ਹੀ ਨਹੀਂ ਹੈ, ਗੁਰੂ ਹਰਗੋਬਿੰਦ ਸਾਹਿਬ ਉਹਦੇ ਸਨ। ਦਵਿੰਦਰ, ਗੁਰੂ ਹਰਗੋਬਿੰਦ ਸਾਹਿਬ ਦੇ ਬੱਚੇ ਦੱਸੋ ਤੇ ਕਿਹੜੇ ਬੱਚੇ ਦੇ ਬਾਰੇ ਕੁਝ ਕਹਿਣਾ। ਹਾਂਜੀ, ਉਹਨਾਂ ਦੇ ਇੱਕ ਗੁਰਦਿੱਤਾ ਜੀ ਤੇ ਅਨਿਲ ਰਾਏ ਸੀਗੇ, ਤੇਗ ਬਹਾਦਰ ਤੇ ਅਟਲ ਰਾਏ, ਸੂਰਜਮਲ ਤੇ ਇੱਕ ਬੀਬੀ ਵੀਰੋ ਸੀਗੇ। ਉਹਨਾਂ ਦੇ ਕੋਈ ਬੱਚੇ ਨੇ ਕੁਝ ਨਹੀਂ, ਕੋਈ ਬੇਦਬੀ ਵਾਲੀ ਗੱਲ ਨਹੀਂ ਕੀਤੀ। ਸੋ ਵੀ ਕੈਨ ਇਗਨੋਰ ਦੈਟ। ਭਾਵੇਂ ਸ੍ਰੀ ਚੰਦ ਜੀ ਬਾਅਦ ਵਿੱਚ ਜਾ ਕੇ ਬਾਬਾ ਗੁਰਦਿੱਤਾ ਸ੍ਰੀ ਚੰਦ ਦੀ ਗੱਦੀ ਤੇ ਬੈਠ ਗਏ ਸਨ, ਪਰ ਚਲੋ ਐਨੀਵੇ। ਨੈਕਸਟ ਇਜ਼ ਵਜ਼ੀਰ ਜੀ। ਹੋਰ ਨੈਕਸਟ ਕਿਹੜਾ ਬੱਚਾ ਲਾਓਗੇ ਜਿਹਨੇ ਗੁਰੂ ਘਰ ਵਾਸਤੇ ਬਹੁਤ ਆਬਜ਼ਰਵ ਕੀਤਾ? ਰਾਮ ਰਾਏ। ਰਾਮ ਰਾਏ ਤੋਂ ਪਹਿਲਾਂ ਵੀ ਹੈ ਤੀਰਮਾਲ ਕਿਹਦਾ ਬੇਟਾ? ਗੁਰੂ ਬਾਬਾ ਗੁਰਦਿੱਤਾ। ਹਾਂ, ਸੋ ਉਹਨੇ ਕੀ ਕੀਤਾ? What wrong did he do? ਪਰਮਜੀਤ। ਹਾਂਜੀ ਵਜ਼ੀਰ ਜੀ। ਚੇਂਜ ਕੀਤਾ ਸੀ ਉਹਨੇ, ਬਾਬਾ ਜੀ ਆਪਣੀ ਸ਼ੁਰੂ ਕਰਤੀ। ਆਪ ਦੇ ਮਿਹਰਬਾਨ ਤੇ ਧੀਰਮਲ ਦੋਵਾਂ ਨੇ ਤੇ ਆਪਣੇ ਨਾਲ ਮਹੱਲਾ 6ਵਾਂ ਤੇ ਮਿਹਰਬਾਨ ਨੇ ਮਹੱਲਾ 7ਵਾਂ, ਇਹਦੇ ਨਾਲ ਇਹਨਾਂ ਨੇ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ। ਨਹੀਂ, ਉਹਨੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਉਹਨੇ ਆਪਣੇ ਬਸੰਤ ਕੋਲ ਗੋਲੀ ਚਲਵਾਈ ਸੀ ਗੁਰੂ ਤੇਗ ਬਹਾਦਰ ਤੇ। ਜਿਸ ਵੇਲੇ ਗੁਰੂ ਤੇਗ ਬਹਾਦਰ ਨੂੰ ਗੁਰੂ ਬਣਾਇਆ, ਦਿਸ ਇਜ਼ ਅਨਦਰ ਫਿਜ਼ੀਕਲ ਰੌਂਗ ਕਿ ਉਹਨੇ ਜਿਹੜਾ ਉਹਦਾ ਆਪਣਾ ਸੀ ਖਾਸ ਉਹਦਾ ਸੀ, ਉਹਦੇ ਕੋਲ ਮਹੰਤ, ਉਹਦੇ ਕੋਲ ਗੋਲੀ ਚਲਵਾਈ ਆ। ਉਹਦੇ ਕੋਲ ਬਹੁਤ ਵਾਹਿਗੁਰੂ ਨੇ ਗੁਰੂ ਤੇਗ ਬਹਾਦਰ ਨੂੰ ਬਚਾ ਲਿਆ। ਔਰ ਫਿਰ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਹੈ ਕਰਤਾਰਪੁਰ, ਉਹ ਜ਼ਬਤ ਕਰਨ ਲਈ ਨਹੀਂ ਦਿੱਤੀ। ਸੋ ਉਹਦਾ ਵੀ ਜਿਹੜਾ ਆਫਟਰ ਪ੍ਰਿਥੀ ਚੰਦ, ਇਹਦਾ ਵੀ ਕੰਮ ਮਾੜਾ ਹੀ ਸੀ ਤੀਰਮਲ ਦਾ। ਔਰ ਤਾਂ ਲਾਸਟ ਜਿਹੜਾ ਉਹਨਾਂ ਨੇ ਨਾਂ ਲਿਆ ਉਹ ਰਾਮ ਰਾਏ ਹੈ। ਔਰ ਰਾਮ ਰਾਏ ਜਿਹੜਾ ਸੀ ਪੈਸਿਵਲੀ ਉਹਨੇ ਉਹ ਤੀਰਮਲ ਦੀ ਹੈਲਪ ਕਰਦਾ ਰਿਹਾ, ਲੇਕਿਨ ਇਤਿਹਾਸ ਵਿੱਚ ਉਹਦਾ ਕੋਈ ਬਹੁਤਾ ਨਾਂ ਨਹੀਂ ਆਉਂਦਾ ਅਪਾਰਟ ਫਰੋਮ ਦਿਸ ਕਿ ਉਹਨੂੰ ਪਾਰਖਤੀ ਦੇਤੀ ਸੀ ਗੁਰੂ ਹਰ ਰਾਏ ਨੇ। ਔਰ ਦੂਸਰਾ ਇਹ ਕਿ ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਤੁਕ ਔਰੰਗਜ਼ੇਬ ਦੇ ਦਰਬਾਰ ਜਾ ਕੇ ਬਦਲ ਦਿੱਤੀ ਸੀ, ਜਿਸ ਤੋਂ ਗੁਰੂ ਸਾਹਿਬ ਨੂੰ ਬਹੁਤ ਦੁੱਖ ਲੱਗਾ। ਔਰ ਗੁਰੂ ਸਾਹਿਬ ਇੰਨੀ ਯੰਗ ਏਜ ਵਿੱਚ ਸੰਸਾਰ ਛੱਡ ਗਏ। ਦਰਪਣਾ ਕਿੰਨੀ ਏਜ ਸੀ ਗੁਰੂ ਹਰ ਰਾਏ ਸਾਹਿਬ ਦੀ ਜਦੋਂ ਜੋਤੀ ਜੋਤ ਸਮਾਏ ਨੇ? I think 31, so I'm not sure. 31। ਔਰ ਉਹ ਇਟ ਇਜ਼ ਜਸਟ ਆਫਟਰ ਪਾਰਖਤੀ ਤੋਂ ਇਮੀਡੀਏਟਲੀ ਬਾਅਦ ਆ ਕਿ ਗੁਰੂ ਹਰ ਰਾਏ ਸਾਹਿਬ ਨੇ ਇਸ ਸੰਸਾਰ ਤੋਂ ਉਹ ਚਲੇ ਗਏ ਸੀ। ਥੈਂਕਸ, ਬਹੁਤ ਅੱਛੇ ਤੁਸੀਂ ਜਵਾਬ ਦਿੱਤੇ ਨੇ। ਅੱਜ ਅਸੀਂ ਕੁਛ
ਕੰਪੈਰੀਟਿਵ ਸਟੱਡੀ ਦੇ ਵੀ ਤੁਹਾਡੇ ਕੋਲ ਕੁਝ ਛੋਟੇ ਛੋਟੇ ਕੁਐਸਚਨ ਪੁੱਛਣੇ ਨੇ ਔਰ ਹੋਪ ਤੁਹਾਨੂੰ ਉਹ ਸਾਰੇ ਆਉਂਦੇ ਹੋਣਗੇ। So we will start with Gurdeep. Gurdeep ji ਦੀ ਸਿੱਖ ਹੋਲੀ ਪਲੇਸ ਇਜ਼ ਕਾਲਡ ਗੁਰਦੁਆਰਾ। ਤੁਸੀਂ ਦੱਸ ਸਕਦੇ ਹੋ ਬਾਕੀ ਧਰਮਾਂ ਦੇ ਹੋਲੀ ਪਲੇਸ ਦਾ ਨਾਂ ਕੀ ਹੈ? ਫॉर एग्जांपल ਇਸਲਾਮ mosque ਜਾਂ ਮਸਜਿਦ, ਕ੍ਰਿਸਚੀਅਨਿਟੀ church, बुद्धिज्म pagoda, ठीक है, जैनिज्म awesome. जैनिज्म एनीवन? हाँ परमजीत। अंकल टेम्पल्स टेम्पल भी है तो लेकिन एक्चुअल ना की है संत स्थानिक, ठीक है स्थानिक। हिंदुइज्म इज मंदिर, मंदिर हाँ जी। जुडाइज्म is a synagogue. Synagogue, okay. Next question, Devinder. The Sikh holy word for God is Vaheguru. ਬਾਕੀ ਧਰਮਾਂ ਦੇ ਵਿੱਚ ਇਸਲਾਮ ਵਿੱਚ ਕੀ ਕਹਿੰਦੇ ਨੇ ਰੱਬ ਨੂੰ? ਅੱਲਾ। ਹਿੰਦੂਇਜ਼ਮ ਵਿੱਚ ਈਸ਼ਵਰ। ਹੋਰ ਅੱਲਾ, ਈਸ਼ਵਰ ਤੇ ਠੀਕ ਹੈ। ਕ੍ਰਿਸਚੀਅਨਿਟੀ ਚ ਗੋਡ। ਪਰ ਜੇ ਤੁਸੀਂ ਕਿਸੇ ਹਿੰਦੂ ਨੂੰ ਪੁੱਛੋ ਕਿ ਤੁਹਾਡਾ ਜਿਹੜਾ ਸਭ ਤੋਂ ਵੱਡਾ ਉੱਪਰ ਹੈ ਆਕਾਸ਼ ਵਿੱਚ, ਉਹਨੂੰ ਤੁਸੀਂ ਕੀ ਕਹਿੰਦੇ ਹੋ? ਭਗਵਾਨ। ਭਗਵਾਨ ਕਹਿੰਦੇ ਨੇ, ਭਗਵਾਨ। ਨਾਰਾਇਣ ਕਹਿਣਗੇ ਉਹ। ਨਾਰਾਇਣ ਇਜ਼ ਦੀ ਵਰਡ ਦੇ ਯੂਜ਼ ਕਿ ਉਹਨਾਂ ਦਾ ਸਭ ਤੋਂ ਵੱਡਾ ਰੱਬ ਜਿਹੜਾ ਜੋ ਵੀ ਕੋਈ ਹੈ ਉਹ ਨਾਰਾਇਣ ਹੈ। ਸਿੱਖੀਜ਼ਮ ਦੀ ਸਭ ਤੋਂ ਹੋਲੀ ਪੁਸਤਕ ਜਿਹੜੀ ਹੈ ਉਹ ਹੈ ਹੁਣ ਮਹਿੰਦਰ ਤੇ ਜਸਵੀਰ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ। ਇਸਲਾਮ ਦੀ ਉੱਚੀ ਬੋਲੋ ਜਰਾ। ਇਸਲਾਮ ਦੀ ਧਾਰਮਿਕ ਕਿਤਾਬ ਦਾ ਨਾਮ ਬੋਲੋ ਨਾ, ਆਉਂਦਾ ਤੁਹਾਨੂੰ? ਹਾਂਜੀ ਹਾਂਜੀ ਆ ਰਿਹਾ ਜੀ, ਦਿਮਾਗ ਆ ਰਿਹਾ। ਕੁਰਾਨ। ਜਸਵੀਰ ਕੁਰਾਨ ਕਹਿ ਰਹੇ ਜੀ। ਕੁਰਾਨ। ਓਕੇ। ਕ੍ਰਿਸਚੀਅਨਿਟੀ ਦੂਸਰੀ ਬਾਈਬਲ। बुद्धिज्म ਤੋਰਾ ਜੀ। बुद्धिज्म गुरदीप पाली। पाली is language. Torah is Judaism. Torah is Judaism. हाँ परमजीत। त्रिपत्तिका याद रखो। जैनिज्म नवतेज, जैनिज्म अंगस ठीक है, अंगस इज राइट। हिंदुइज्म दर्पणा। सर गीता नो काफी इंपॉर्टेंस देंदे हैं, but otherwise there are so many Vedas, Ramayana, Mahabharata, millions of Upanishads. ਤੁਸੀਂ ਕੁਝ ਦੱਸ ਸਕਦੇ ਹੋ ਕਲਾਸ ਨੂੰ ਅਬਾਊਟ ਗੀਤਾ? ਗੀਤਾ ਕੀ ਹੈ? Sir Krishna Gita is a part of the Mahabharata, one of the Gitas. 18 गीता again Mahabharata is ਉਹਦੇ ਚੋਂ ਇੱਕ ਭਗਵਦ ਗੀਤਾ ਹੈ ਜੋ ਰਿਸ਼ੀ ਵਿਆਸ ਨੇ ਲਿਖੀ ਹੈ ਔਰ ਜਿਹਦੇ ਅੰਦਰ ਕ੍ਰਿਸ਼ਨ ਅਰਜੁਨ ਨੂੰ ਮੋਕਸ਼ ਦੇ ਬਾਰੇ ਦੱਸਦਾ ਹੈ। ਕਿੰਨੇ ਚੈਪਟਰ ਨੇ ਇਸ ਭਗਵਦ ਗੀਤਾ ਚ? That I don't remember exactly. Yeah. 18 ਚੈਪਟਰ ਨੇ। ਓਕੇ ਪਬਲਿਕ। ਜੁਡਾਇਜ਼ਮ ਦੀ ਧਾਰਮਿਕ ਕਿਤਾਬ ਕਿਹੜੀ ਹੈ? ਯਾਦ ਆ ਰਿਹਾ ਜੀ। ਸੌਰੀ ਆ ਪਾਸ। ਹਾਂਜੀ ਵਜ਼ੀਰ ਜੀ। ਹਾਂਜੀ ਬਾਈਬਲ ਇਟਸ ਓਲਡ ਟੈਸਟਾਮੈਂਟ। ਬਾਈਬਲ ਦੇ ਪਹਿਲੇ ਜਿਹੜੇ 5 ਚੈਪਟਰ ਨੇ ਉਹਨਾਂ ਦੇ ਨਾਲ ਨਾਲ ਮਸ਼ਹੂਰ ਹੈ ਜੁਡਾਇਜ਼ਮ ਦਾ ਤੋਰਾ ਕੀ ਹੈ ਐਕਚੁਅਲੀ? ਵਾਟ ਇਜ਼ ਤੋਰਾ? ਬੁੱਕ ਆਫ ਲਾਅ। ਬੁੱਕ ਆਫ ਲਾਅ ਕਿਹਨੂੰ ਇਹ ਬੁੱਕ ਆਫ ਲਾਅ ਕਿਹਨੇ ਲਿਖੀ ਹੈ? ਮੋਸਿਸ ਨੂੰ ਮਿਲੀ ਹੈ ਇਹ। ਹਾਂਜੀ ਮੋਸਿਸ ਗॉट ਇਟ। ਨਹੀਂ ਲਿਖੀ ਕਿਹਨੇ ਹੈ ਇਹ ਜਿਹੜੀ ਬੁੱਕ ਆਫ ਲਾਅ ਹੈ? Is it Moses or? ਇਹ ਰੱਬ ਨੇ ਖੁਦ ਮੋਜ਼ਿਸ ਨੂੰ ਪਰਸਨਲੀ ਹੈਂਡਓਵਰ ਕੀਤੀ ਹੈ। ਔਨ ਦੀ ਮਾਊਂਟ ਸਾਇਨਾਈ ਜਿਸ ਵੇਲੇ ਮੋਜ਼ਿਸ ਪਹੁੰਚਿਆ, ਹੀ ਵਾਸ ਕਾਲਡ देयर ਬਾਈ ਗॉड। ਉੱਥੇ ਜਿਹੜਾ ਪਰਸਨਲੀ ਲਾਅ ਦਿੱਤਾ ਗਿਆ ਜੂਜ਼ ਦਾ ਲਾਅ ਜਿਹਨੂੰ ਤੋਰਾ ਕਹਿੰਦੇ ਹੋ, ਦੋਜ਼ ਆਰ ਦਾ ਫਸਟ 5 ਚੈਪਟਰ ਆਫ ਬਾਈਬਲ ਜਿਹਨੂੰ ਫਸਟ ਟੈਸਟਾਮੈਂਟ ਕਹਿੰਦੇ ਹੋ। ਇਹ ਇੱਥੇ ਆ ਕੇ ਨਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ that is a belief of the oldest religion in the world ਜਿਹਨੂੰ ਤੁਸੀਂ ਜੁਡਾਇਜ਼ਮ ਕਹਿੰਦੇ ਹੋ।
वन ऑफ द मोस्ट पावरफुल अगेन नेशन इन द वर्ल्ड, ਹੁਣ जिस कंट्री चो ਰਹਿੰਦੇ ਨੇ ਉਹ ਵੀ वन ऑफ द ਭਾਵੇਂ ਉਹਨਾਂ ਦੀ ਪੋਪੂਲੇਸ਼ਨ ਇੰਨੀ ਕੁ ਹੈ ਬਟ ਦ ਮੋਸਟ ਪਾਵਰਫੁਲ ਕੰਟਰੀ ਇਨ ਦ ਵਰਲਡ ਇਜ਼ਰਾਈਲ। ਉਹਨਾਂ ਦਾ ਜਿਹੜਾ ਪ੍ਰੋਫਿਟ ਹੈ ਜਿਹਨੂੰ ਮੋਜ਼ਸ ਤੁਸੀਂ ਕਹਿੰਦੇ ਹੋ, he was specially called by God on Mount Sinai, ਔਰ ਮਾਊਂਟ ਸਾਨਆਈ ਤੇ ਰੱਬ ਨੇ ਜੋ ਜਿਹਨੂੰ ਯਹੋਵਾ ਕਹਿੰਦੇ ਨੇ ਪਰਸਨਲੀ ਹੈਂਡ ਓਵਰ ਕੀਤੀਆਂ ਸਨ ਸਲੈਬਸ ਜਿਹਦੇ ਉੱਤੇ ਲਾਅ ਲਿਖਿਆ ਹੋਇਆ ਸੀ, ਜਿਹਨੂੰ ਉਹ ਤੋਰਾ ਕਹਿੰਦੇ ਨੇ। ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਥਿੰਗ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੂੰ ਜਪਜੀ ਵਾਹਿਗੁਰੂ ਨੇ ਪਰਸਨਲੀ ਹੈਂਡ ਓਵਰ ਕੀਤਾ, ਅਸੀਂ ਕਹਿੰਦੇ ਨਹੀਂ ਇਸ ਤਰ੍ਹਾਂ ਨਾ ਕਿਆ ਕਰੋ ਨਾ, ਗੁਰੂ ਨਾਨਕ ਸਾਹਿਬ ਉੱਤੇ ਕਿਸ ਤਰ੍ਹਾਂ ਚਲੇ ਗਏ ਲੈਣ ਪਰਸਨਲੀ, ਤੁਹਾਨੂੰ ਸ਼ਰਮ ਆ ਜਾਂਦੀ ਹੈ, ਬਾਕੀ ਦੁਨੀਆ ਜੋ ਮਰਜ਼ੀ ਕਵੇ। ਐਨੀਵੇ ਸੋ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਮੂਲ ਮੰਤਰ ਤੇ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਪਰਸਨਲੀ ਹੈਂਡ ਓਵਰ ਕੀਤਾ, ਉਸੇ ਤਰ੍ਹਾਂ ਹੀ ਤੋਰਾ ਵਾਹਿਗੁਰੂ ਨੇ ਮੋਜ਼ਸ ਨੂੰ ਪਰਸਨਲੀ ਹੈਂਡ ਓਵਰ ਕੀਤਾ ਸੀ। ਜਪਜੀ ਸਾਹਿਬ ਦੇ ਬਾਰੇ ਤਾਂ ਅਸੀਂ ਥੋੜ੍ਹਾ ਜਿਹਾ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ ਥੋੜ੍ਹਾ ਬਹੁਤ ਬੁਨਿਆਦੀ ਪ੍ਰੂਫ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਹਰ ਉਹ ਕੰਪੋਜੀਸ਼ਨ ਜਿਹੜੀ ਗੁਰੂ ਸਾਹਿਬ ਨੇ ਧਰਤੀ ਤੇ ਲਿਖੀ ਸੀ ਉਹਦੇ ਉੱਤੇ ਉਹਨਾਂ ਦਾ ਮਹੱਲਾ ਨੰਬਰ ਪਾਇਆ। ਮਹੱਲਾ ਪਹਿਲਾ, ਜਿਸ ਤਰ੍ਹਾਂ ਤੁਸੀਂ ਸ਼ਬਦ ਪੜ੍ਹਿਆ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਲੇਕਿਨ ਜਪਜੀ ਸਾਹਿਬ ਦੇ ਉੱਤੇ ਕੋਈ ਮਹੱਲੇ ਦਾ ਰੈਫਰੈਂਸ ਨਹੀਂ ਹੈ। ਮੂਲ ਮੰਤਰ ਦੇ ਉੱਤੇ ਮਹੱਲੇ ਦਾ ਰੈਫਰੈਂਸ ਨਹੀਂ ਹੈ। ਸੋ ਇਹ ਸਾਡੀ ਆਪਣੀ ਖੋਜ ਹੈ, ਸਾਡੀ ਆਪਣੀ ਇੰਟਰਪ੍ਰੀਟੇਸ਼ਨ ਹੈ, ਯੂ ਮਾਈਟ ਡਿਫਰ ਵਿਦ ਇਟ। ਇਹ ਉਹ ਦੋ ਕੰਪੋਜੀਸ਼ਨਾਂ ਨੇ ਜਿਸ ਵੇਲੇ ਵੀ ਪੇਨ ਨਦੀ ਦੀ ਸਾਖੀ ਹੈ, when Guru Nanak was invited, Guru Nanak was called to go up and meet the ਵਾਹਿਗੁਰੂ, ਜਿੱਥੇ ਵਾਹਿਗੁਰੂ ਨੇ ਉਪਦੇਸ਼ ਦਿੱਤਾ ਸੀ ਉਹਦੇ ਬਾਅਦ ਹੀ ਗਏ ਨੇ ਨਾ 14 ਸਾਲ ਦੀ ਫੇਰੀ ਤੇ। ਇਟ ਇਜ਼ ਆਫਟਰ ਦੈਟ ਕਿ ਉਹ ਤੋਂ ਇੰਸਟਰਕਸ਼ਨਾਂ ਲੈ ਕੇ ਆਏ ਨੇ ਵਾਹਿਗੁਰੂ ਕੋਲੋਂ, ਐਂਡ ਦੈਨ ਹੀ ਵੈਂਟ ਆਲ ਓਵਰ ਦ ਵਰਲਡ ਟੂ ਸਪਰੈਡ the name of ਵਾਹਿਗੁਰੂ, the name of God। ਫਿਰ ਇਹਦਾ ਮਤਲਬ ਜਪਜੀ ਸਾਹਿਬ ਮੂਲ ਮੰਤਰ ਇਹ ਸਾਰਾ ਉਸ ਟਾਈਮ ਤੇ ਲਿਖਿਆ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਨਦੀ ਚੋਂ ਬਾਹਰ ਆਏ, ਉਸ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਨੇ ਨਾ ਲਿਖੀਆਂ ਗਈਆਂ ਕਦੋਂ, ਇਹ ਬੜਾ ਮੁਸ਼ਕਲ ਹੈ ਕਹਿਣਾ ਕਿ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ। ਹੁਣ ਲਿਖਣ ਵਾਲਿਆਂ ਨੇ ਕਦੋਂ ਲਿਖੀਆਂ ਇਹ ਤੇ ਨਹੀਂ ਪਤਾ। ਹਾਂਜੀ, ਉਚਾਰੀਆਂ। ਜੇ ਤੁਸੀਂ ਕਰਤਾਰਪੁਰੀ ਬੀੜ ਪੜ੍ਹੋ, ਕਰਤਾਰਪੁਰੀ ਬੀੜ ਤੇ ਕੰਟੈਂਟਸ ਪੜ੍ਹੋ, ਕੰਟੈਂਟ ਉੱਤੇ ਹੈਗਾ ਜਪਜੀ, ਤੇ ਜਪਜੀ ਤੇ ਲਿਖਿਆ ਐਜ਼ ਕੋਈ ਜਿਹੜਾ ਪੰਜਾਬੀ ਚ ਵਰਡ ਯੂਜ਼ ਕੀਤਾ ਜਿਹਦਾ ਮਤਲਬ ਸੀ ਐਸ ਕੋਲੇਟਡ ਬਾਈ ਗੁਰੂ ਰਾਮਦਾਸ। ਕਿਹਨੇ ਲਿਖਿਆ ਜਪਜੀ ਸਾਹਿਬ, ਕਿੱਥੋਂ ਹੁੰਦਾ ਕਿੱਥੇ ਪਹੁੰਚਿਆ? ਪਰ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਉਹ ਲਿਖਣ ਵਾਲੇ ਉਹ ਗੁਰੂ ਰਾਮਦਾਸ ਸਨ। ਹੁਣ ਜਿਸ ਤਰ੍ਹਾਂ ਅੱਜ ਮੈਂ ਕਰਾਂਗਾ ਟ੍ਰਾਂਸਲੇਸ਼ਨ ਕਰ ਰਿਹਾ ਹੁਣ ਇਸ ਤੋਂ ਬਾਅਦ ਤੁਹਾਡੇ ਨਾਲ ਸਿੱਧ ਗੋਸ਼ ਦੇ ਵਿੱਚੋਂ ਜਿਹੜਾ ਸ਼ਬਦ ਆਇਆ। ਹੁਣ ਇਹ ਦਵਿੰਦਰ ਜਿਹੜੇ ਸਵਾਲ ਦਾ ਜਵਾਬ ਇੰਝ ਆਉਂਦਾ ਕਿ ਹੁਣ ਸਪੋਜ਼ ਤੁਸੀਂ ਗੀਤਕਾਰ ਹੋ, ਤੁਸੀਂ ਜਾ ਰਹੇ ਹੋ ਕਿਸੇ ਪਹਾੜ ਤੇ ਜਾ ਰਹੇ ਹੋ, ਕਿਸੇ ਸਮੁੰਦਰ ਦੇ ਕੋਲ ਜਾ ਰਹੇ ਹੋ, ਤੁਹਾਨੂੰ ਕੋਈ ਗੀਤ ਤੁਹਾਡੇ ਜ਼ਿਹਨ ਚ ਆਇਆ, ਤੁਸੀਂ ਕੀ ਕਰੋਗੇ? ਉਸ ਵੇਲੇ ਕਾਗਜ਼ ਪੈਨਸਿਲ ਕੱਢੋਗੇ ਲਿਖਣ ਵਾਸਤੇ ਕਿ ਜੇ ਤੁਹਾਡੇ ਕੋਲ ਕੁਝ ਵੀ ਨਾ ਹੋਗਾ ਤਾਂ ਫਿਰ ਕੀ ਕਰੋਗੇ? ਫਿਰ ਮੈਮੋਰਾਈਜ਼ ਕਰਕੇ ਜਾਂ ਜਿੱਥੇ ਜਾ ਕੇ ਸੁਣਾਓਗੇ ਕਿਸੇ ਨੂੰ ਉਹ ਮੈਮੋਰਾਈਜ਼ ਕਰ ਲੇਗਾ। ਸੋ ਗੁਰੂ ਨਾਨਕ ਸਾਹਿਬ ਅਗਰ ਸਾਰੀ ਦੁਨੀਆ ਦਾ ਚੱਕਰ ਲਗਾ ਰਹੇ ਸਨ, ਜਿੱਥੇ ਜਿੱਥੇ ਜਾ ਕੇ ਉਹਨਾਂ ਬਾਣੀ ਉਚਾਰੀ ਹੈ ਉੱਥੋਂ ਬਹੁਤ ਭਗਤਾਂ ਨੇ ਉਹਨਾਂ ਨੂੰ ਮੈਮੋਰਾਈਜ਼ ਕਰ ਲਿਆ। ਤੇ ਮੈਂ ਇੱਕ ਕਲਾਸ ਨੂੰ ਦੁਬਾਰਾ ਕਹਿਣਾ ਚਾਹੁੰਦਾ, ਇੱਕ ਵਰਡ ਹੈਗਾ ਸਿਮਰਤੀ ਤੇ ਇੱਕ ਵਰਡ ਹੈ ਸ਼ਰੂਤੀ। ਹਿੰਦੂ ਧਰਮ ਦੇ ਜਿਤਨੇ ਵੀ ਗ੍ਰੰਥ ਨੇ ਉਹ ਦੋ ਹਿੱਸਿਆਂ 'ਚ ਤੁਸੀਂ ਡਿਵਾਈਡ ਕਰ ਸਕਦੇ ਹੋ। ਸ਼ਰੂਤੀ ਉਹ ਹੈ ਜਿਹੜੀ ਡਾਇਰੈਕਟ ਰੈਵੀਲੇਸ਼ਨ ਹੈ, ਸਿੱਧੀ ਅਕਾਲ ਪੁਰਖ ਤੋਂ ਆਈ ਆ, ਜਿਨ੍ਹਾਂ ਨੂੰ ਤੁਸੀਂ ਵੇਦ ਕਹਿੰਦੇ ਹੋ, ਬ੍ਰਹਮਾ ਤੋਂ ਆਏ ਨੇ, ਧਰਤੀ ਤੇ ਲਿਖੇ ਗਏ ਹੋਣਗੇ ਜੇ ਕਹਿੰਦੇ ਨੇ ਐਰੀਅਨਸ ਨਾਲ ਲਿਖੇ ਨੇ ਜਦੋਂ ਆਏ ਨੇ, ਪਰ ਯੁਗਾਂ ਤੋਂ ਗਏ ਕਿਸ ਤਰ੍ਹਾਂ ਅੱਗੇ? ਬਾਈ ਮੈਮਰੀ। ਜਿਨ੍ਹਾਂ ਰਿਸ਼ੀਆਂ ਨੂੰ ਪਹਿਲਾਂ ਯਾਦ ਸਨ ਵੇਦ, ਉਹਨਾਂ ਨੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਡਿਵੋਟੀਜ਼ ਨੂੰ ਸੁਣਾਏ, ਉਹਨਾਂ ਨੇ ਯਾਦ ਕਰ ਲਏ, ਉਹਨਾਂ ਨੇ ਅੱਗੋਂ ਸੁਣਾਏ। ਉਦੋਂ ਰਾਈਟਿੰਗ ਕਿਹੜੀ ਹੁੰਦੀ ਸੀ? ਰਾਈਟਿੰਗ ਤੇ ਕੁਰਾਨ ਵੇਲੇ ਵੀ ਨਹੀਂ ਸੀ। ਕੁਰਾਨ ਦੀਆਂ ਜਿਹੜੀ ਆਇਤਾਂ ਸਨ ਮੁਹੰਮਦ ਸਾਹਿਬ ਆਪਣੀ ਵਾਈਫ ਨੂੰ ਸੁਣਾਉਂਦੇ ਸਨ,
ਆਪਣੇ ਜਿਹੜੇ ਉਹਨਾਂ ਦੇ ਪਹਿਲੇ 5 ਜਾਂ 6 ਸਨ ਉਹਨਾਂ ਦੇ ਫੋਲੋਅਰ, ਉਹਨਾਂ ਨੂੰ ਸੁਣਾਉਂਦੇ ਸਨ ਔਰ ਉਹ ਅੱਗੋਂ ਸੁਣਾਉਂਦੇ ਸਨ। ਇਹ ਤੇ ਕੁਰਾਨ ਵੀ ਉਹਨਾਂ ਦੇ ਜਾਣ ਤੋਂ ਬਹੁਤ ਬਾਅਦ ਲਿਖਿਆ ਗਿਆ। ਇਹ ਸਾਰੀਆਂ ਚੀਜ਼ਾਂ ਬਾਈ ਮੈਮਰੀ ਚੱਲੀਆਂ। ਤਾਂ ਹੀ ਮੈਂ ਕਹਿੰਦਾ ਕਿਉਂ ਨਹੀਂ ਅਸੀਂ ਇਤਬਾਰ ਕਰਦੇ ਕਿ ਗੁਰੂ ਰਾਮਦਾਸ ਜਿਹੜੇ 22 ਸਾਲ ਕਿੱਥੇ ਰਹੇ ਜੀ, ਗੁਰੂ ਅਮਰਦਾਸ ਜੀ ਦੇ ਕੋਲ ਰਹੇ ਨੇ ਗੋਇੰਦਵਾਲ, ਉਹਨਾਂ ਨੂੰ ਸਾਰੀ ਬਾਣੀ ਜ਼ਬਾਨੀ ਯਾਦ ਨਹੀਂ ਸੀ। ਕਿਉਂ ਨਹੀਂ ਭਾਈ? ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਜਿਹੜੇ ਸਾਰੀਆਂ ਬਨਾਵਟੀ ਚੀਜ਼ਾਂ ਖਾਂਦੇ ਹਾਂ, ਸਾਡੇ ਕੋਲ ਤੇ ਕੱਲ ਦੀ ਗੱਲ ਯਾਦ ਨਹੀਂ ਹੁੰਦੀ, ਪਰ ਉਸ ਜ਼ਮਾਨੇ ਦੇ ਵਿੱਚ ਦੀ ਮੈਮਰੀ ਬੈਂਕ ਜਿਹੜਾ ਹੁੰਦਾ ਸੀ, ਇਹ ਤੁਸੀਂ ਪੜ੍ਹੋ, ਇਤਿਹਾਸ ਪੜ੍ਹ ਕੇ ਦੇਖੋ। ਆ ਜਿਹੜੀਆਂ ਆਰਯੁਵੈਦਿਕ ਕਿਤਾਬਾਂ ਨੇ, ਜਿਹੜੀ ਡਾਕਟਰੀ ਆ ਪੁਰਾਣੇ ਜ਼ਮਾਨੇ ਦੀ, ਇਟ ਕੇਮ ਫਰਮ ਜਨਰੇਸ਼ਨ ਟੂ ਜਨਰੇਸ਼ਨ ਬਾਈ ਮੈਮਰੀ। ਉੱਥੇ ਕਿਹੜਾ ਕੋਈ ਡਾਕਟਰ ਸੀ ਜਿਹੜਾ ਲਿਖਦਾ ਸੀ ਨੁਸਖੇ? ਸੋ ਸਾਨੂੰ ਕੋਈ ਸ਼ਰਮ ਨਹੀਂ ਆਣੀ ਚਾਹੀਦੀ। ਇਹ ਕਹਿੰਦੇ ਆ ਕਿ ਬਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਨੂੰ ਯਾਦ ਸੀ, ਤੇ ਗੁਰੂ ਨਾਨਕ ਤੇ ਅੰਗਦ ਦੀ ਬਾਣੀ ਗੁਰੂ ਰਾਮਦਾਸ ਨੂੰ ਯਾਦ ਸੀ, ਤੇ ਤਿੰਨੇ ਬਾਣੀਆਂ ਗੁਰੂ ਅਮਰਦਾਸ ਜੀ ਨੇ ਇਨਕਲੂਡ ਗੁਰੂ ਰਾਮਦਾਸ ਨੂੰ। ਔਰ ਗੁਰੂ ਅਰਜਨ ਵੀ ਤਾਂ ਰਹੇ ਨੇ ਕਿੰਨੀ ਦੇਰ ਉੱਥੇ, 6 ਸਾਲ ਤੇ ਰਹੇ ਨੇ ਇਹਨਾਂ ਕੋਲ, ਫਿਰ 6 ਸਾਲ ਅੰਮ੍ਰਿਤਸਰ ਆਪਣੇ ਫਾਦਰ ਕੋਲ ਰਹੇ ਨੇ, ਗੁਰੂ ਰਾਮਦਾਸ ਕੋਲ। ਗੁਰੂ ਅਰਜਨ ਗੁਰੂ ਬਣਨ ਤੋਂ ਪਹਿਲਾਂ ਬਾਣੀ ਸਾਰੀ ਉਹਨਾਂ ਵੀ ਸੁਣੀ ਹੈ, ਉਹ ਕਿਉਂ ਨਹੀਂ ਮੈਮੋਰਾਈਜ਼ ਕਰ ਸਕਦੇ? ਸੋ ਵੀ ਹੈਵ ਟੂ ਐਕਸੈਪਟ ਸਰਟਨ ਫੈਕਟਸ ਆਫ ਲਾਈਫ। ਸਾਨੂੰ ਕੋਈ ਸ਼ਰਮ ਨਹੀਂ ਆਣੀ ਚਾਹੀਦੀ ਹੈ। ਕਹਿੰਦੇ ਆ ਕਿ ਬਾਣੀ ਉਹਨਾਂ ਨੂੰ ਜ਼ਬਾਨੀ ਯਾਦ ਸੀ। ਫਿਰ ਜਦੋਂ ਤੁਸੀਂ ਕਈ ਵਾਰੀ ਤੁਹਾਨੂੰ ਸਵਾਲ ਪੁੱਛਦੇ ਹੋ, ਇੱਥੇ ਹੁਣੇ ਕਿਸੇ ਨੇ ਕਿਹਾ ਸੀ, ਪਰਮਜੀਤ ਨੇ ਬੜੀ ਮੁਸ਼ਕਿਲ ਮੂੰਹ ਚੋਂ ਕੱਢਿਆ ਸੀ ਦਮਦਮਾ ਵਰਡ, ਇਹ ਉਹਨੂੰ ਆਉਂਦੇ ਨਹੀਂ ਨਾ ਪੰਜਾਬੀ ਵਰਡ ਬਹੁਤੇ। ਸੋ ਦਮਦਮਾ ਸਾਹਿਬ ਅਗਰ ਗੁਰੂ ਗੋਬਿੰਦ ਸਿੰਘ ਨੇ ਲਿਖਾਇਆ, ਤੇ ਕਈ ਕਹਿੰਦੇ ਨੇ ਨਾ ਉਹਨੂੰ ਮੈਮਰੀ ਤੋਂ ਲਿਖਾਇਆ, ਕੁਝ ਹਰਜ ਗਈ ਹੈ। ਸੋ ਇਹ ਵੀ ਨਵਤੇਜ ਜੀ, ਵੀ ਹੈਵ ਟੂ ਐਕਸੈਪਟ ਥੀਸ ਫੈਕਟਸ ਆਫ ਲਾਈਫ ਕਿ ਉਦੋਂ ਜੋ ਵੀ ਸੁੱਚੇ ਸੱਚੇ ਬੰਦੇ ਸਨ, ਡਿਵਾਈਨ ਪੀਪਲ ਸਨ, ਜਾਂ ਜਿਹੜੇ ਤੁਹਾਡੇ ਮੇਰੇ ਵਰਗੇ ਵੀ ਬੰਦੇ ਜਿਹੜੇ ਸਨ, ਉਹਨਾਂ ਦੇ ਵਿੱਚ they could memorize things and they could pass it on to their children, and things have come from generation to generation only by memory. ਉਦੋਂ ਕੁਝ ਵੀ ਲਿਖਾਵਟ ਨਹੀਂ ਸੀ ਹੁੰਦੀ ਔਰ ਕੁਝ ਵੀ ਲਿਖਿਆ ਨਹੀਂ ਸੀ ਜਾਂਦਾ। ਹੁਣ ਵੀ ਕਾਫੀ ਦੁਨੀਆ ਨੂੰ ਆਪਣਾ ਜਪਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਦਾ ਪਾਠ ਜ਼ਿਆਦਾ ਮੈਮੋਰਾਈਜ਼ ਕੀਤਾ ਹੈ ਉਹਨਾਂ ਨੇ। ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਨਾਰਮਲੀ ਕਹਿੰਦੇ ਆ ਕਿ 3 pillars of Sikhism are ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਇੱਕ ਹੋਰ ਧਰਮ ਹੈ ਜਿਹੜਾ ਆਪਣੇ 5 pillars ਕਹਿੰਦਾ। 5 pillars ਉਹ ਕਿਹੜਾ ਧਰਮ ਹੈ? ਇਸਲਾਮ। ਕੋਈ ਚਲੋ ਦੱਸੋ ਵਜ਼ੀਰ ਜੀ ਕਿਹੜੇ ਨੇ ਉਹਨਾਂ ਦੇ 5 pillars? ਜ਼ਕਾਤ, ਮਤਲਬ ਇਹ ਕਿ ਅੱਲਾ ਇੱਕ ਹੈ, ਰੱਬ ਇੱਕ ਹੈ। ਇਹਨਾਂ ਦੇ ਟੈਕਨੀਕਲ ਲਾ ਮੈਨੂੰ ਹੁਣ ਦਿਮਾਗ 'ਚ ਨਹੀਂ ਆ ਰਹੇ। ਰੱਬ ਇੱਕ ਹੈ ਤੇ ਤੂੰ ਮੱਕੇ ਜਾਣਾ ਹੈਗਾ, ਤੁਸੀਂ ਤੇ ਨਮਾਜ਼ ਪੜ੍ਹਨੀ, ਹਜ ਹੋ ਗਿਆ ਨਾ, ਤੇ ਰੋਜ਼ੇ ਰੱਖਣੇ ਤੇ ਜ਼ਕਾਤ ਦੇਣੀ ਹੈ। ਜਸਵੀਰ ਜੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਅੱਛਾ ਸਿੱਖ ਬਣਨ ਵਾਸਤੇ ਤੁਸੀਂ ਨਾਮ ਜਪੋ, ਅੱਛਾ ਸਿੱਖ ਬਣਨ ਵਾਸਤੇ ਤੁਸੀਂ ਵੰਡ ਕੇ ਛਕੋ, ਤੁਸੀਂ ਕਿਰਤ ਕਰੋ। ਇਸਲਾਮ ਦੇ ਵਿੱਚ ਜਿਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ 5 ਬਾਣੀਆਂ ਪੜ੍ਹੋ ਐਜ਼ ਏ ਅੰਮ੍ਰਿਤਧਾਰੀ ਸਿੱਖ, ਇਸੇ ਤਰ੍ਹਾਂ ਹੀ ਇਸਲਾਮ ਦੇ ਵਿੱਚ ਟੂ ਬੀ ਅ ਟਰੂ ਮੁਸਲਿਮ ਤੁਹਾਨੂੰ 5 ਚੀਜ਼ਾਂ ਜਿਹੜੀਆਂ ਕਹਿੰਦੇ ਨੇ ਪਿਲਰਸ ਆਫ ਇਸਲਾਮ ਹੈ। ਪਹਿਲੀ ਤੇ ਇਹ ਹੈ ਕਿ ਯੂਨਿਟੀ ਆਫ ਗੋਡ ਹੈ, ਪਰਮਾਤਮਾ ਅੱਲਾ ਇੱਕ ਹੈ, ਔਰ ਉਹਦੀ ਇਬਾਦਤ ਜਿਹੜੀ ਹੈ ਜਿਹਨੂੰ ਸਲਾਤ ਕਹਿੰਦੇ ਨੇ ਉਹ ਬਹੁਤ ਜ਼ਰੂਰੀ ਹੈ। ਫਿਰ ਜੋ ਹੁਣੇ ਵਜ਼ੀਰ ਜੀ ਨੇ ਕਿਹਾ ਕਿ ਉਹਨਾਂ ਦਾ ਜਿਸ ਵੇਲੇ ਆਉਂਦੇ ਨੇ ਜਦੋਂ ਫਾਸਟ ਕਰਦੇ ਨੇ, ਉਹ ਜਿਹੜੇ ਇੱਕ ਪੂਰਾ ਮਹੀਨਾ, ਉਹਨੂੰ ਕੀ ਕਹਿੰਦੇ ਉਸ ਮਹੀਨੇ ਨੂੰ ਜਦੋਂ ਫਾਸਟ ਕਰਦੇ ਨੇ? ਰੋਜ਼ੇ, ਰਮਾਦਾਨ। ਕੀ ਇੰਪੋਰਟੈਂਸ ਹੈ ਰਮਾਦਾਨ ਦੀ? ਜਿਹੜੀ ਉਹ ਫਾਸਟਿੰਗ ਕਰਦੇ ਨੇ 21 ਦਿਨ। ਕਿਉਂ ਕਰਦੇ? ਉਹ ਨਹੀਂ ਫਾਸਟ ਕਰਦੇ ਤੇ ਸਭ ਨੂੰ ਪਤਾ ਲੱਗ ਗਿਆ ਨਾ, ਬਸ ਉਂਝ ਰਮਾਦਾਨ ਦੀ ਇੰਪੋਰਟੈਂਸ ਕੀ ਹੈ ਗੁਰਦੀਪ? ਜਦੋਂ ਮੁਹੰਮਦ ਸਾਹਿਬ ਗਏ ਸੀਗੇ ਔਨ ਟੂ ਮਾਊਂਟ, ਨਹੀਂ ਜਦੋਂ Ramadan is the month when Gabriel gave the word of God or word of Allah to Muhammad. ਇਹਨੂੰ ਨਾਜ਼ਲ ਕਹਿੰਦੇ ਨੇ, ਨਾਜ਼ਲ ਹੋਣਾ। ਜਿਸ ਵੇਲੇ ਮੁਹੰਮਦ ਸਾਹਿਬ ਨੂੰ ਕੁਰਾਨ ਨਾਜ਼ਲ ਹੋਇਆ, ਉਹ ਮਹੀਨਾ ਜਿਹੜਾ ਸੀ ਉਹ ਰਮਾਦਾਨ ਦਾ, ਤੇ ਉਸ ਮਹੀਨੇ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਜੋ ਵੀ ਕੁਛ ਹੈ ਫਾਸਟ ਕਰੋ। ਚੌਥਾ ਉਹਨਾਂ ਨੇ ਕਿਹਾ ਹਜ,
ਜਿਹੜਾ ਮੱਕੇ ਜਾਣਾ, ਔਰ ਮੱਕੇ ਜਾਣਾ ਜਿਹੜੇ ਵੀ ਏਬਲ ਬੋਡੀਡ ਨੇ, ਜਿਹੜੇ ਅਫੋਰਡ ਕਰ ਸਕਦੇ ਨੇ, ਦੇ ਮਸਟ ਗੋ ਟੂ ਮੱਕਾ ਵਾਂਸ ਇਨ ਅ ਲਾਈਫ ਟਾਈਮ, ਜੇ ਉਹਨਾਂ ਨੇ ਜੰਨਤ ਤੇ ਜਾਣਾ ਹੈ। ਤੇ ਲਾਸਟ ਇਜ਼ ਜ਼ਕਾਤ। ਜ਼ਕਾਤ ਕੀ ਹੈ? ਚੈਰਿਟੀ, ਹਾਂ ਬੋਲ ਨਾ, ਚੈਰਿਟੀ ਜਿਹੜੀ ਦਿੰਦੇ ਨੇ, ਦਸਵੰਧ ਜਿਹਨੂੰ ਕਹਿੰਦੇ। ਕਿੰਨੀ ਹੈ, ਕਿੰਨੀ ਹੈ ਉਹ? ਨਹੀਂ ਕੋਈ ਦੱਸ ਸਕਦਾ? ਮਿੰਦਰ, ਜਸਬੀਰ, ਗੁਰਦੀਪ, 2% 2% or 4%? 1% of ਨਹੀਂ 2% or 4%? 2.5 for the ਉਹਨਾਂ ਦੀ ਆਮਦਨ ਚ। ਬਿਲਕੁਲ ਜਸਬੀਰ ਨੇ ਲੱਖ ਪਤਾ ਦੀ ਗੱਲ ਕੀਤੀ ਹੈ। It is 2.5%. It is 1/40th of your income. ਸਿੱਖ ਧਰਮ ਦੇ ਵਿੱਚ ਵੀ ਐਸੀ ਗੱਲ ਹੈ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਤੇ ਕਿੰਨੀ ਆ ਉਹ? ਦਸਵੰਧ 1/10। ਇਹ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ? ਗੁਰੂ ਅਮਰਦਾਸ ਜੀ ਨਾ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ, ਗੁਰੂ ਅਰਜਨ। ਜਦੋਂ ਉਹਨਾਂ ਨੇ ਦਰਬਾਰ ਅੰਮ੍ਰਿਤਸਰ ਘੇਰ ਲਿਆ ਸੀ ਤੇ ਗੁਰੂ ਦਾ ਲੰਗਰ ਮਸਤਾਨਾ ਹੋ ਗਿਆ ਸੀ, ਤਾਂ ਫਿਰ ਉਦੋਂ ਉਹਨਾਂ ਜਿਹੜੇ ਸਾਰੇ ਇਕੱਠੇ ਹੋਏ ਸਨ ਸਿੱਖ ਕਿ ਇਸ ਵੇਲੇ ਜ਼ਰੂਰੀ ਹੈ ਕਿ ਫੰਡਸ ਵੀ ਹੋਣੇ ਚਾਹੀਦੇ ਨੇ, ਤੇ ਉਦੋਂ ਉਹਨਾਂ ਨੇ ਫਿਰ ਇਹ ਵਰਡ ਕਿਹਾ ਸੀ ਵੀ 1/10 ਆਫ ਤੁਹਾਡੀ ਇਨਕਮ ਜਿਹੜੀ ਹੈ ਇਹ ਆਉਣੀ ਚਾਹੀਦੀ ਹੈ। ਪਰ ਜਿਹੜੇ ਮਸੰਦ ਸੀਗੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੇ, ਉਹ ਵੀ ਜਿੱਦਾਂ ਦਿੰਦੇ ਸੀ ਡੋਨੇਸ਼ਨਸ? ਉਦੋਂ ਮੰਜੀਆਂ ਬਣੀਆਂ ਸੀ ਤੇ ਪੀੜੀਆਂ ਬਣੀਆਂ ਸੀ, ਉਹ ਗੁਰੂ ਅਮਰਦਾਸ ਵੇਲੇ ਬਣੀਆਂ ਸੀ। ਉਦੋਂ ਉਹਨਾਂ ਨੂੰ ਉਹ ਕਹਿੰਦੇ ਸਨ, ਪਹਿਲਾਂ ਮੰਜੀਆਂ ਪੀੜੀਆਂ, ਫਿਰ ਮਸੰਦ ਤੇ ਫਿਰ ਦਸਵੰਧ। ਪਹਿਲਾਂ ਜਿਹੜਾ ਸੀ ਨਾ ਆਰਗੇਨਾਈਜੇਸ਼ਨ ਫੰਡ ਦਾ, ਉਹਨਾਂ ਨੂੰ ਜਿਸ ਤਰ੍ਹਾਂ ਕਿਹਾ ਨਾ ਮੰਜੀਆਂ, ਉਹਨਾਂ ਨੇ ਵਰਡ ਯੂਜ਼ ਕੀਤਾ ਸੀ ਗੁਰੂ ਅਮਰਦਾਸ ਨੇ। ਮੰਜੀਆਂ ਮੀਨਸ ਪੋਸਟ ਕਹਿ ਦਿਓ ਕਿ ਉਹ ਲੋਕੀ ਮੰਜੀਆਂ ਤੇ ਬਹਿੰਦੇ ਹੋਣੇ ਨੇ ਕਿ ਤੁਸੀਂ ਪਿੰਡ ਦੇ ਬਾਹਰ ਇੱਕ ਮੰਜੀ ਢਾ ਕੇ ਬਹਿ ਜਾਓ। ਉੱਥੇ ਹੋਇਆ ਕੀ ਸੀ, ਗੁਰੂ ਅਮਰਦਾਸ ਜੀ ਦੇ ਵੇਲੇ ਦੀ ਗੱਲ ਹੀ ਹੈ ਕਿ ਬਾਹਰੋਂ ਲੋਕ ਉਹਨਾਂ ਨੂੰ ਸੁਨੇਹਾ ਆਇਆ ਕਿ ਸਾਨੂੰ ਆ ਕੇ ਤੁਸੀਂ ਕੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਬਾਰੇ ਦੱਸੋ। ਗੁਰੂ ਨਾਨਕ ਸਾਹਿਬ ਚਲੇ ਗਏ ਨੇ, ਪਰ ਇੱਥੇ ਤੁਹਾਡਾ ਕਦੇ ਕੋਈ ਮੈਸੇਜ ਨਹੀਂ ਆਇਆ। ਜਿੱਥੇ ਜਿੱਥੇ ਵੀ ਗੁਰੂ ਨਾਨਕ ਗਏ ਸਨ, ਜਿਹੜੇ ਵੀ ਪਿੰਡ, ਉਦੋਂ ਪਿੰਡ ਹੀ ਹੁੰਦੇ ਸਨ ਸਾਰੇ, ਵੀ ਸਾਨੂੰ ਕੋਈ ਬੰਦਾ ਭੇਜੋ। ਉੱਥੋਂ ਦੇ ਲੋਕਾਂ ਦਾ ਸੁਨੇਹਾ ਆਇਆ ਗੁਰੂ ਅਮਰਦਾਸ ਨੂੰ। ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖਾਂ ਦੇ ਨਾਲ ਬੈਠ ਕੇ ਇਹ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਵੀ ਸਿੱਖਾਂ ਦਾ ਇਸ ਤਰ੍ਹਾਂ ਹੈਗਾ ਇਕੱਠ ਹੈ, ਉੱਥੇ ਕਿਸੇ ਬੰਦੇ ਨੂੰ ਤੁਸੀਂ ਇਹ ਡਿਊਟੀ ਸੌਂਪ ਦਿਓ। ਉਹਨਾਂ ਨੇ ਇਹ ਗਰੁੱਪ ਨੂੰ ਕਿਹਾ ਉੱਥੇ ਉਹਦੀ ਮੰਜੀ ਥਾਪ ਦਿਓ, ਮਤਲਬ ਇੱਕ ਪੋਸਟ ਬਣਾ ਦਿਓ। ਜਿੱਥੇ ਆਦਮੀ ਸੀ ਹੈਡ, ਉਹਨੂੰ ਮੰਜੀ ਕਹਿੰਦੇ ਸਨ। ਜਿੱਥੇ ਔਰਤ ਸੀ ਹੈਡ, ਉੱਥੇ ਉਹਨੂੰ ਪੀੜੀ ਕਹਿੰਦੇ ਸਨ। ਉਹਨਾਂ ਦਾ ਕੰਮ ਸਿਰਫ ਇਹੀ ਸੀ ਕਿ ਗੁਰੂ ਨਾਨਕ ਦੀ ਬਾਣੀ ਉੱਥੇ ਉਹਨਾਂ ਨੂੰ ਦੱਸਣ, ਤੇ ਜਿਹੜੀ ਵੀ ਉਹਨਾਂ ਨੇ ਕੋਈ ਆਫਰਿੰਗ ਦੇਣੀ ਹੈ ਉਹ ਉਹਨਾਂ ਨੂੰ ਦੇ ਦੇਣ। ਉਹ ਫਿਰ ਇਹ ਆਫਰਿੰਗ ਨੂੰ ਲੈ ਕੇ ਦੀਵਾਲੀ ਤੇ ਵਿਸਾਖੀ ਨੂੰ ਗੁਰੂ ਅਮਰਦਾਸ ਜੀ ਤੱਕ ਪਹੁੰਚਾਉਂਦੇ ਸਨ। ਇਸੇ ਚੀਜ਼ ਨੂੰ ਫਿਰ ਗੁਰੂ ਰਾਮਦਾਸ ਜੀ ਨੇ ਥੋੜਾ ਅੱਗੇ ਲੈ ਕੇ ਮਸੰਦ ਥਾਪੇ। ਮਸੰਦਾਂ ਦਾ ਕੰਮ ਸੀ, ਇਹ ਜਿਹੜੇ ਲੋਕ ਸਨ ਮੰਜੀਆਂ ਤੇ ਪੀੜੀਆਂ ਵਾਲੇ, ਇਹ ਲੋਕੇਲਾਈਜ਼ ਸਨ। ਤੇ ਮਸੰਦਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਟੂਰ ਕਰੋ, ਜਿੱਥੇ ਜਿੱਥੇ ਵੀ ਗੁਰੂ ਨਾਨਕ ਦਾ ਸੁਨੇਹਾ ਦੇਣਾ ਜਾ ਕੇ ਦਿਓ। ਉਦੋਂ ਗੁਰਦੀਪ ਜੀ, ਮਸੰਦ ਵਾਜ਼ ਅ ਵੈਰੀ ਇੰਪੋਰਟੈਂਟ ਪਾਰਟ ਆਫ ਯੋਰ ਮਿਸ਼ਨਰੀ ਵਰਕ। ਇਹ ਤੇ ਬਾਅਦ ਵਿੱਚ ਜਾ ਕੇ ਉਹ ਕਰਪਟ ਹੋਏ ਨੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਦਾ ਦਿੱਤੀ ਹੈ। ਸੋ ਮਸੰਦਾਂ ਦਾ ਜਿਹੜਾ ਸਿਸਟਮ ਹੈ ਡਿਜ਼ੋਲਵ ਕੀਤਾ ਗੁਰੂ ਗੋਬਿੰਦ ਸਿੰਘ ਨੇ ਕੀਤਾ। ਲੇਕਿਨ ਉਸ ਵੇਲੇ ਦਾ ਮੇਨ ਸੋਰਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤੱਕ। ਜਿਸ ਵੇਲੇ ਜਿਹੜਾ ਪ੍ਰਿਥੀ ਚੰਦ ਮਤਲਬ ਕਰਪਟ ਹੋਇਆ ਨਾ, ਉਹ ਇਸੇ ਗੱਲੋਂ ਕਰਪਟ ਹੋਇਆ ਕਿ ਗੁਰੂ ਰਾਮਦਾਸ ਜੀ ਦੇ ਵੇਲੇ, ਆਪਣੇ ਉਹਦੇ ਫਾਦਰ ਦੇ ਵੇਲੇ, ਮਸੰਦਾਂ ਦਾ ਸਾਰਾ ਇੰਚਾਰਜ ਪ੍ਰਿਥੀ ਚੰਦ ਸੀ। ਮਸੰਦ ਆ ਕੇ ਪੈਸਾ ਜਿਹੜਾ ਦਿੰਦੇ ਸਨ ਉਹ ਰੱਖਦਾ ਸੀ। ਤਾਂ ਹੀ ਤੇ ਉਹ ਲਾਹੌਰ ਨਹੀਂ ਗਿਆ ਕਿ ਮੇਰੇ ਪਿੱਛੇ ਕਿਸੇ ਗੁਰੂ ਸਾਹਿਬ ਦੀ ਡਿਊਟੀ ਕਿਸੇ ਹੋਰ ਦੇ ਨਾਲ ਲਾ ਦੇਣ, ਉਹਨੂੰ ਤਾਂ ਪੈਸਾ ਦਿਸਦਾ ਸੀ। ਸੋ ਇਹ ਇੱਕ ਕਹਾਣੀ ਦੂਜੀ ਕਹਾਣੀ ਨੂੰ ਜਨਮ ਦਿੰਦੀ ਹੈ, ਦੂਜੀ ਤੀਜੀ ਨੂੰ ਜਨਮ ਦਿੰਦੀ ਹੈ। ਅੱਛਾ ਜੀ, ਮੈਂ ਹੁਣ ਆਪਣੇ ਜਿਹੜੇ ਦੋ ਨੇ ਸ਼ਬਦ ਨਵਤੇਜ ਜੀ ਪਹਿਲਾਂ ਉਹ ਕਰਦਾ, ਤੇ ਉਸ ਤੋਂ ਬਾਅਦ ਤੁਸੀਂ ਫਿਰ ਰਾਗ ਮਲਾਰ ਦੇ ਸ਼ਬਦ ਇਹਨਾਂ ਦੀ ਵੀ ਡਿਊਟੀ ਲਗਾਈ ਹੈ। ਅਸੀਂ ਇਹ ਡਿਸਾਈਡ ਕੀਤਾ ਸੀ ਕਿ ਸ਼ਬਦ ਸਾਡੇ ਕੋਲ ਇੱਕ ਤੇ ਜਿਹੜਾ ਅਸੀਂ ਰਾਗ ਕਰਦੇ ਹਾਂ ਉਹਦਾ ਸ਼ਬਦ ਹੈ,
ਤੇ ਇੱਕ ਜਿਹੜੇ ਅਸੀਂ 7 ਸ਼ਬਦ ਕੱਢਦੇ ਆ ਐਵਰੀ ਵੀਕ ਜਿਹੜੇ ਹਰਿਮੰਦਰ ਸਾਹਿਬ ਪੜ੍ਹੇ ਜਾਂਦੇ ਨੇ, ਉਹਨਾਂ ਦੇ ਬਾਰੇ ਵੀ ਸਾਨੂੰ ਸੰਗਤ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਤੋ ਮੇਰੇ ਕੋਲ 2 ਸ਼ਬਦ ਨੇ ਜਿਹੜਾ ਤੁਹਾਨੂੰ ਨਵਤੇਜ ਨੇ ਭੇਜੇ ਹੋਣੇ ਨੇ। ਇੱਕ 8 ਜਨਵਰੀ ਦਾ ਸਵੇਰ ਦਾ, ਇਹ ਰਾਗ ਆਸਾ ਦਾ, ਗੁਰੂ ਅਰਜਨ ਦੇਵ ਜੀ ਦਾ, ਔਰ ਇਹ ਵੀ ਇੱਕ ਐਗਜ਼ਾਮਪਲ ਹੈ ਜੇ ਇੱਕ ਤੁਕੀ ਸ਼ਬਦ ਦਾ। ਇੱਕ ਅੱਗੇ ਤੁਹਾਨੂੰ ਦੱਸਿਆ ਜੀ ਨਟ ਨਾਰਾਇਣ ਦਾ, ਇਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਜੇ ਸ਼ਬਦ ਤੁਹਾਡੇ ਕੋਲ ਹੈ, ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੇ, ਸਿਮਰਤ शास्त्र वो कर्म कमाए, प्रभ तुमरे दर्श बिन सुख नाही, वर्त नेम संजम कर थाके, नानक साध शरण प्रभ संग वसे। सिर्फ 3 लाइना ने, 2 पदे ने और दोनों पदे एक एक लाइन दे ने, और पहला पदा जड़ा वो रहाव दा, राग आसा दा। मेरे ख्याल इदों आसान शब्द नहीं होना। ਤੁਹਾਡੇ ਸਾਰਿਆਂ ਕੋਲ ਸ਼ਬਦ ਹੈ? ਹਾਂਜੀ। ਓਕੇ, ਮੈਂ ਪੜ੍ਹ ਨਹੀਂ ਤਾਂ ਮੈਂ ਹੌਲੀ ਹੌਲੀ ਪੜਾਂਗਾ। ਇਹ ਵਜ਼ੀਰ ਜੀ ਮੰਡੇ ਨੂੰ ਨਾ 8 ਫਰਵਰੀ ਨੂੰ ਹਰਿਮੰਦਰ ਸਾਹਿਬ ਸਵੇਰੇ ਉਹਨਾਂ ਪੜ੍ਹਿਆ ਸੀ, ਔਰ ਕਿਉਂਕਿ ਇਹਦੇ ਵਿੱਚ ਜਿਹੜਾ ਵਰਡ ਦਰਸ਼ਨ ਆ ਜਾਂਦਾ, ਉਹ ਪ੍ਰਭ ਤੁਮਰੇ ਦਰਸ ਬਿਨ ਸੁਖ ਨਹੀਂ, ਇਸ ਧਾਰਨਾ ਨੂੰ ਹੀ ਉਹ ਬਾਰ-ਬਾਰ ਪੜ੍ਹਦੇ ਸਨ। ਮਿਲ, ਹੁਣ ਇੱਕ ਰਿਕੁਐਸਟ ਹੀ ਹੈ ਰੱਬ ਨੂੰ, ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੇ। ਤੁਸੀਂ ਰਿਕੁਐਸਟ ਕਰ ਰਹੇ ਹੋ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਮੈਨੂੰ ਆ ਕੇ ਮਿਲ ਜਾ, ਤੇਰੇ ਬਿਨਾ ਮੈਨੂੰ ਜੀਵਨ ਦੇ ਵਿੱਚ ਕੋਈ ਕੰਫਰਟ ਨਹੀਂ ਹੈ, ਕੋਈ ਧੀਰਜ ਨਹੀਂ ਹੈ, ਕੋਈ ਪੇਸ਼ੈਂਸ ਨਹੀਂ ਹੈ। ਮੇਰਾ ਇੱਕੋ ਹੀ ਜ਼ਿੰਦਗੀ 'ਚ ਫੋਕਸ ਹੈ, ਇੱਕੋ ਹੀ ਮਕਸਦ ਹੈ ਮੇਰੀ ਜੀਵਨ ਦਾ ਕਿ ਮੈਂ ਤੇਰੇ ਦਰਸ਼ਨ ਕਰਾਂ, ਤੂੰ ਮੈਨੂੰ ਆ ਕੇ ਮਿਲੇ। ਹੁਣ ਦੂਸਰੀ ਲਾਈਨ ਜਿਹੜੀ ਆ ਉਹਦੇ ਵਿੱਚ ਬਹੁਤ ਕੁਛ ਇਨਵੋਲਵ ਹੈ, ਔਰ ਤੁਹਾਨੂੰ ਬਹੁਤ ਕੁਛ ਉਹਦੇ ਵਿੱਚ ਬੈਕਗਰਾਊਂਡ ਸਮਝਣ ਦੀ ਲੋੜ ਹੈ। ਸਿਮਰਤ ਸ਼ਾਸਤਰ ਬਹੁ ਕਰਮ ਕਮਾਏ। ਸੋ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਸਿਮਰਤੀਆਂ ਕੀ ਨੇ ਤੇ ਸ਼ਾਸਤਰ ਕੀ ਨੇ। ਮੈਂ ਹੁਣੇ ਥੋੜੇ ਪਹਿਲਾਂ ਹੀ ਤੁਹਾਨੂੰ ਵਰਡ ਯੂਜ਼ ਕੀਤਾ ਸੀ ਕਿ ਜਿਹੜੀਆਂ ਸਿਮਰਤੀਆਂ ਨੇ, ਸਿਮਰਤੀਆਂ ਜਿਹੜੀਆਂ ਜਿਹੜੇ ਐਪਲੀਕੇਸ਼ਨ ਆਫ ਰੈਵੀਲੇਸ਼ਨਸ ਨੇ, ਸਿਮਰਤੀਆਂ ਦੇ ਵਿੱਚ ਜੋ ਪੁਰਾਣਸ ਨੇ, ਐਪਿਕਸ ਨੇ, ਰਮਾਇਣ, ਮਹਾਭਾਰਤ, ਲਾਅ ਬੁੱਕਸ, ਇਹ ਸਾਰੀਆਂ ਸਿਮਰਤੀਆਂ ਵਿੱਚ ਆ ਜਾਂਦੀਆਂ। ਫਿਰ ਸ਼ਾਸਤਰ 6 ਲਾਅ ਬੁੱਕਸ ਨੇ, ਉਹਨਾਂ ਨੂੰ ਕਹਿੰਦੇ ਨੇ ਬੁੱਕ ਆਫ ਫਿਲੋਸਫੀ। ਤੁਸੀਂ ਪੂਰਾ ਹਿੰਦੂ ਧਰਮ ਪੜ੍ਹਨਾ ਨਾ ਤੇ ਖਾਲੀ ਗੀਤਾ ਦੇ ਪੜ੍ਹਨ ਨਾਲ ਹਿੰਦੂ ਧਰਮ ਨਹੀਂ ਸਮਝ ਆਉਣਾ। ਪਹਿਲਾਂ ਵੇਦ ਪੜ੍ਹੋ, ਫਿਰ ਪੁਰਾਣ ਪੜ੍ਹੋ, ਫਿਰ ਜਾ ਕੇ ਸ਼ਾਸਤਰ ਪੜ੍ਹੋ, ਜਿਹੜੇ ਬੁੱਕ ਆਫ ਫਿਲੋਸਫੀ ਪੜ੍ਹੋ, ਫਿਰ ਭਗਵਤ ਗੀਤਾ ਪੜ੍ਹੋ। ਔਰ ਇਹ ਵੀ ਹਾਲੀ ਸਿਰਫ 1/4 ਹੀ ਹੈ ਜਿਹੜੇ ਉਹਨਾਂ ਦੇ ਇੰਨੇ ਸ਼ਾਸਤਰ ਨੇ। ਸੋ ਕਿਸੇ ਵੀ ਧਰਮ ਨੂੰ ਸਮਝਣ ਵਾਸਤੇ ਖਾਲੀ ਇੱਕ ਲਾਈਨ ਉਹਨਾਂ ਦੀ ਪੜ੍ਹ ਲਈ, ਇੱਕ ਉਹਨਾਂ ਦਾ ਮੰਤਰ ਪੜ੍ਹ ਲਿਆ, ਗਾਇਤਰੀ ਮੰਤਰ ਪੜ੍ਹ ਕੇ ਕਿਹਾ ਕਿ ਮੈਂ ਹਿੰਦੂ ਬਣ ਗਿਆ, ਤੇ ਜਪਜੀ ਸਾਹਿਬ ਦਾ ਮੂਲ ਮੰਤਰ ਪੜ੍ਹ ਕੇ ਕਿਹਾ ਅਸੀਂ ਸਿੱਖ ਬਣ ਗਏ ਹਾਂ। ਇਸ ਤਰ੍ਹਾਂ ਤੇ ਕੰਮ ਨਹੀਂ ਚੱਲਦਾ ਨਾ। ਤੁਹਾਨੂੰ ਪੂਰੇ 1430 ਪੇਜ ਪੜ੍ਹੋ ਤੇ ਹਰ ਪੇਜ ਦੇ ਉੱਤੇ ਕੀ ਮੈਸੇਜ ਹੈ ਉਹਨੂੰ ਸਮਝੋ, ਤਾਂ ਹੀ ਪੂਰੇ ਸਿੱਖ ਬਣੋਗੇ। ਸੋ ਇੱਥੇ ਕਹਿ ਰਹੇ ਨੇ ਕਿ ਗੁਰੂ ਸਾਹਿਬ ਨੇ ਕਿਹਾ, ਗੁਰੂ ਅਰਜਨ ਨੇ, ਕਿ ਤੁਸੀਂ ਸਿਮਰਤੀਆਂ ਵੀ ਪੜ੍ਹ ਲਈਆਂ, ਤੁਸੀਂ ਸ਼ਾਸਤਰ ਵੀ ਪੜ੍ਹ ਲਏ, ਤੇ ਆਪਣੇ ਜਿਹੜੇ ਕਰਮ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ, ਡੀਡਸ ਨੇ, ਉਹ ਵੀ ਤੁਸੀਂ ਕਮਾ ਲਏ। ਪ੍ਰਭ ਤੁਮਰੇ ਦਰਸ ਬਿਨ ਸੁਖ ਨਹੀਂ, ਪਰ ਮੈਨੂੰ ਤੇਰੇ ਦਰਸ਼ਨ ਤੋਂ ਬਗੈਰ ਇਹਨਾਂ ਕਿਸੇ ਚੀਜ਼ ਤੋਂ ਵੀ ਸੁੱਖ ਨਹੀਂ ਮਿਲਿਆ। ਮੈਨੂੰ ਤੇ ਤੂੰ ਚਾਹੀਦਾ, ਤੇਰੇ ਦਰਸ਼ਨ ਚਾਹੀਦੇ ਨੇ। ਪਲੀਜ਼ ਕਮ ਐਂਡ ਗਿਵ ਮੀ ਯੂਰ ਆਡੀਅੰਸ। ਲਾਸਟ ਫਿਰ ਉਹ ਕਹਿੰਦੇ ਨੇ, ਫਿਰ ਹਿੰਦੂ ਧਰਮ ਦੇ ਉੱਤੇ ਹੀ ਹੈ, ਵਰਤ ਨੇਮ, ਜਿਹੜੀਆਂ ਵਾਉਸ ਨਹੀਂ ਖਾਂਦੇ, ਕਸਮਾਂ ਖਾਂਦੇ ਨੇ, ਨੇਮਸ, ਸੰਜਮ, ਸੈਲੀਬ੍ਰੇਸੀ ਵਗੈਰਾ ਕਰ ਥਾਕੇ। ਵਰਤ ਕਰਕੇ ਵੀ ਦੇਖ ਲੈਣਾ, ਔਰ ਸੈਲਫ ਡਿਸਿਪਲਿਨ ਕਰਕੇ ਵੀ ਦੇਖ ਲਿਆ, ਇੱਕ ਲੱਤੇ ਉੱਤੇ ਖੜੇ ਹੋ ਕੇ ਵੀ ਦੇਖ ਲਿਆ, ਚੁੱਪ ਰਹਿ ਕੇ ਵੀ ਦੇਖ ਲਿਆ, ਆਪਣੇ ਆਪ ਨੂੰ ਉਲਟਾ ਟੰਗ ਕੇ ਵੀ ਦੇਖ ਲਿਆ, ਕਈ ਕਿਸਮ ਦੀਆਂ ਕਸਮਾਂ ਖਾ ਕੇ ਵੀ ਦੇਖ ਲਿਆ। ਥੱਕ ਗਏ ਹਾਂ, ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੇ। ਸਿਰਫ ਹੁਣ ਸਾਨੂੰ ਪਰਮਾਤਮਾ ਦਾ ਸੰਗ ਚਾਹੀਦਾ, ਉਹ ਸ਼ਾਇਦ ਸਾਨੂੰ ਸੰਤਾਂ ਦੇ ਧੂੜ ਦੇ ਨਾਲ ਮਿਲ ਜਾਏ। ਸਾਨੂੰ ਸਿਰਫ ਪਰਮਾਤਮਾ ਦੇ ਦਰਸ਼ਨ ਚਾਹੀਦੇ ਨੇ,
ਜਿਹੜੇ ਸਾਡੇ ਆਪਣੇ ਅੱਛੇ ਕਰਮਾਂ ਦੇ ਨਾਲ ਮਿਲ ਜਾਏ, ਕੁਛ ਨਹੀਂ ਚਾਹੀਦਾ ਹੋਰ। ਔਰ ਇਹ ਸੁੱਖ ਜਿਹੜਾ ਹੈ ਇਹ परमात्मा ਦੇ ਕਦਮਾਂ ਦੇ ਵਿੱਚ ਹੀ ਹੈ। ਦੂਸਰਾ ਜਿਹੜਾ ਸ਼ਬਦ ਹੈ ਉਹ ਸ਼ਬਦ ਬਹੁਤ ਇੱਕ ਵੱਡੀ ਕਵਿਤਾ, ਵੱਡੀ ਕੰਪੋਜੀਸ਼ਨ ਹੈ ਗੁਰੂ ਨਾਨਕ ਸਾਹਿਬ ਦੀ। ਮੈਂ ਲਿਖ ਕੇ ਭੇਜਿਆ ਸੀ ਨਵਤੇਜ ਨੂੰ, ਉਹਨੇ ਤੁਹਾਨੂੰ ਭੇਜਿਆ ਹੋਣਾ। ਇਹ ਸਿੱਧ ਗੋਸ਼ਟ ਵਿੱਚੋਂ ਹੈ ਔਰ ਸਿੱਧ ਗੋਸ਼ਟ ਦਾ ਲਾਸਟ ਪੈਰਾ 73 3rd ਪੈਰਾ। ਔਰ ਇਹ ਤੁਸੀਂ ਜਦੋਂ ਜੇ ਤੁਸੀਂ ਸਿੱਧ ਗੋਸ਼ਟ ਪੜ੍ਹ ਸਕਦੇ ਹੋ, ਸਾਡੇ ਵੀ ਕਿਸੇ ਬਹੁਤ ਪੁਰਾਣੇ ਜ਼ਮਾਨੇ ਸ਼ੁਰੂ ਵਿੱਚ ਕਿਸੇ ਬੱਚੇ ਨੇ ਸਿੱਧ ਗੋਸ਼ਟ ਤੇ ਰਿਸਰਚ ਵੀ ਕੀਤੀ ਸੀ। ਇਹਦੇ ਵਿੱਚ ਕਈ ਸਿੱਧਾਂ ਦੇ ਨਾਮ ਵੀ ਆਉਂਦੇ ਨੇ, ਕਿਹੜੇ ਕਿਹੜੇ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਹੋਈ ਹੈ। ਹੁਣ ਇੱਥੇ ਉਹਨੇ ਕਿਸੇ ਨੇ ਪੁੱਛਿਆ ਸੀ ਲਿਖਣ ਵਾਸਤੇ, ਜੇ ਤੁਸੀਂ ਰਿਸਰਚ ਕਰੋਗੇ ਨਾ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਕਈ ਜਗ੍ਹਾ ਤੇ ਸਿੱਧਾਂ ਨੂੰ ਮਿਲੇ ਨੇ ਤੇ ਕਈ ਜਗ੍ਹਾ ਉਹਨਾਂ ਨੇ ਸਿੱਧਾਂ ਦੇ ਨਾਲ ਗੱਲਬਾਤ ਕੀਤੀ ਆ। ਨਵਤੇਜ ਕਈ ਜਿਹੜੇ ਆਥਰ ਨੇ ਨਾ ਸਾਡੇ, ਜਿਸ ਤਰ੍ਹਾਂ ਮਨਮੋਹਨ ਸਿੰਘ ਦਾ ਪੜ੍ਹਦੇ ਹੋ ਇੰਗਲਿਸ਼ ਤੇ ਪੰਜਾਬੀ ਟਰਾਂਸਲੇਸ਼ਨ, ਜਾਂ ਡਾਕਟਰ ਸਾਹਿਬ ਸਿੰਘ ਦਾ ਪੜ੍ਹਦੇ ਹੋ, ਉਹ ਕਹਿੰਦੇ ਨੇ ਕਿ ਇਹਦੇ ਪੂਰੇ ਵਿੱਚ 86 ਕੁਐਸਚਨ ਆਨਸਰ ਨੇ ਸਿੱਧ ਗੋਸ਼ਟ ਵਿੱਚ। It is all about creation, about God, about how to realize him, how to be of good character and all that. ਇਹ ਸਭ ਕੁਛ ਹੈ ਇਹਨਾਂ ਦੇ ਵਿੱਚ। ਤੇ ਇਹ ਗੁਰੂ ਨਾਨਕ ਸਾਹਿਬ ਨੇ ਡਿਫਰੈਂਟ ਜਗ੍ਹਾ ਤੇ ਉਚਾਰੇ ਨੇ ਤੇ ਗੁਰੂ ਅਰਜਨ ਨੇ ਫਿਰ ਡਿਫਰੈਂਟ ਜਗ੍ਹਾ ਤੋਂ ਜਿੱਥੇ ਵੀ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ ਸਨ, ਉੱਥੋਂ ਉਹਨਾਂ ਦੀਆਂ ਸਰਮਨ ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਹੈਡਿੰਗ ਥੱਲੇ ਪਰੋ ਦਿੱਤਾ। ਗੁਰੂ ਅਰਜਨ ਨੇ ਖਾਲੀ ਚੀਜ਼ਾਂ ਲੱਭ ਕੇ ਨਹੀਂ ਰੱਖ ਦਿੱਤੀਆਂ, ਚੀਜ਼ਾਂ ਨੂੰ ਲੱਭ ਕੇ ਫਿਰ ਅਰੇਂਜ ਕੀਤਾ। ਅਰੇਂਜ ਕਿਵੇਂ ਕਰਨਾ? ਸੋ ਇਹ ਜਿਹੜਾ ਸਿੱਧ ਗੋਸ਼ਟ ਹੈ, ਕਈ ਜਗ੍ਹਾ ਉਹਨਾਂ ਨੇ ਗੋਸ਼ਟ ਕੀਤੀ ਜਾ ਕੇ, ਗੋਸ਼ਟ ਮੀਨਸ ਗੱਲਬਾਤ, ਉੱਥੋਂ ਗੁਰੂ ਅਰਜਨ ਨੇ ਕਲੈਕਟ ਕਰਕੇ ਇੱਕ ਹੈਡਿੰਗ ਥੱਲੇ ਸਿੱਧ ਗੋਸ਼ਟ ਤੇ ਸਾਨੂੰ ਦਿੱਤੀ ਹੈ। ਔਰ ਉਹਦੇ ਵਿੱਚੋਂ ਹੈ ਜਿਹੜਾ 73rd ਹੈ। ਆਸਾਨ ਹੈ ਬੜਾ, ਸੋ ਮੈਂ ਬਹੁਤਾ ਟਾਈਮ ਨਹੀਂ ਲਗਾਵਾਂਗਾ ਤਾਂ ਕਿ ਤੁਹਾਡੇ ਕੋਲ ਬਾਕੀ ਚੀਜ਼ਾਂ ਕਰਨ ਨੂੰ ਟਾਈਮ ਹੋਵੇ। ਤੇਰੀ ਗਤ ਵਿੱਚ ਤੂੰ ਹੈ ਜਾਣੇ, ਕਿਆ ਕਹੋ ਆਖੋ ਖਾਨ, ਤੇਰੀ ਗਤ ਮਿਤ, ਤੂੰ ਕੀ ਕਰ ਰਿਹਾ, ਦੁਨੀਆ ਕਿਵੇਂ ਚੱਲ ਰਹੀ ਆ। ਤੁਸੀਂ ਕਹਿੰਦੇ ਜੀ ਤੂਫਾਨ ਕਿਉਂ ਆ ਗਿਆ, ਅੱਜ ਮਿਸਿਸ ਕਪੂਰ ਕਹਿਣਗੇ ਅੱਜ ਬੜੀ ਬਾਰਿਸ਼ ਹੋ ਗਈ, ਅੱਜ ਬਰਫ਼ ਪੈ ਗਈ ਆ। ਮੈਂ ਕਹਿੰਦਾ ਇੰਦਰ ਦੇਵਤਾ ਨਾਲ ਡਾਇਰੈਕਟ ਗੱਲ ਕਰ ਲਾ, ਜੇ ਤੂੰ ਇਹਨੂੰ ਚੇਂਜ ਕਰਾਣਾ ਤੇ ਮੇਰੇ ਵਾਸ ਵਿੱਚ ਕੋਈ ਨਹੀਂ ਆ। ਤੋ ਕਲੀਅਰ ਕਰ ਰਹੇ ਨੇ, ਤੇਰੀ ਗਤ ਮਿਤ ਤੂੰ ਹੀ ਜਾਣੇ। ਨਵਤੇਜ ਜੀ ਰੱਬ ਦਾ ਕੀ ਟਾਈਮ ਟੇਬਲ ਹੈ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸਾਨੂੰ ਇੱਕ ਚੀਜ਼ ਪਤਾ ਹੈ, ਅਸੀਂ ਸੰਸਾਰ 'ਚ ਆਏ। ਔਰ ਜਿਹੜਾ ਸ਼ਬਦ ਅੱਜ ਆਇਆ ਸੀ, ਜਿਹੜਾ ਇਹਨਾਂ ਨੇ ਕੀਤਾ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਇਹ ਤੁਸੀਂ ਕਰੋਗੇ ਸ਼ਾਇਦ ਲਾਗ ਮਲਾਲ ਵਿੱਚ। ਹਾਂਜੀ, ਗੁਰੂ ਤੁਹਾਨੂੰ ਕੀ ਕਹਿ ਰਹੇ ਨੇ ਗੁਰੂ ਸਾਹਿਬ? ਤੁਸੀਂ ਸੰਸਾਰ 'ਚ ਆਏ ਤੁਹਾਨੂੰ ਪਤਾ, ਤੁਸੀਂ ਸੰਸਾਰ ਤੋਂ ਚਲੇ ਜਾਣਾ ਤੁਹਾਨੂੰ ਪਤਾ, ਆ ਵਿਚਕਾਰ ਕੀ ਹੋ ਰਿਹਾ ਇਹ ਤਾਂ ਕੋਈ ਟਾਈਮ ਟੇਬਲ ਕਿਸੇ ਨੂੰ ਨਹੀਂ ਪਤਾ। ਇੱਕ ਸੈਕਿੰਡ ਦਾ ਕਿਸੇ ਨੂੰ ਨਹੀਂ ਪਤਾ। ਇਹ ਉਹਦਾ ਇੱਕ ਟਾਈਮ ਟੇਬਲ ਬਣਿਆ। ਔਰ ਸਾਡੇ ਸਾਰਿਆਂ ਦਾ ਸਕ੍ਰਿਪਟ, ਸਾਡਾ ਇਸ ਡਰਾਮੇ ਦੇ ਵਿੱਚ ਕੀ ਰੋਲ ਹੈ, ਕਿੰਨਾ ਰੋਲ ਹੈ, ਕਿਹਦੇ ਨਾਲ ਰੋਲ ਹੈ, ਕੌਣ ਜਸਵੀਰ ਤੇ ਮਹਿੰਦਰ ਜੀ ਤੁਹਾਡੀ ਜੀਵਨ ਚਾਹੇਗਾ, ਕੌਣ ਕਿਹੜੇ ਕਿਹੜੇ ਦੋਸਤ ਬਣਨਗੇ, ਕਿਹੜੇ ਕਿਹੜੇ ਦੋਸਤ ਛੱਡ ਕੇ ਚਲੇ ਜਾਣਗੇ, ਕਿਹੜੇ ਕਿਹੜੇ ਰਿਸ਼ਤੇਦਾਰ ਸਕੇ ਨੇ, ਕਿਹੜੇ ਕਿਹੜੇ ਰਿਸ਼ਤੇਦਾਰ ਸਕੇ ਨਹੀਂ। ਇਹ ਸਭ ਇੱਕ ਰੋਲ ਹੈ ਜਿਸ ਤਰ੍ਹਾਂ ਤੁਸੀਂ ਫਿਲਮ ਦੇਖਦੇ ਹੋ। ਔਰ ਇਹਦਾ ਸਕ੍ਰਿਪਟ ਲਿਖਣ ਵਾਲਾ ਉਹ ਅਕਾਲ ਪੁਰਖ ਹੈ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗਮਾਨੇ। ਕਦੀ ਲੋਕ ਕਹਿ ਦਿੰਦੇ ਨੇ ਤੂੰ ਅਦ੍ਰਿਸ਼ਟ ਹੈ, ਤੂੰ ਤੇਰੀ ਕੋਈ ਸ਼ੇਪ ਹੀ ਨਹੀਂ ਆ, ਤੁਹਾਨੂੰ ਅਸੀਂ ਦੇਖ ਹੀ ਨਹੀਂ ਸਕਦੇ। ਤੇ ਕਦੀ ਕਹਿ ਦਿੰਦੇ ਤੂੰ ਮੈਨੀਫੈਸਟ ਹੋਏਗਾ, ਕਦੀ ਤੂੰ ਕਹਿ ਦਿੰਦੇ ਤੂੰ ਪਰਸਨਲ ਗੋਡ ਹੈ। ਅੱਜ ਜਿਸ ਤਰ੍ਹਾਂ ਹੁਣੇ ਤੁਸੀਂ ਸ਼ਬਦ ਪੜ੍ਹੇ ਨੇ ਕਿ ਅਸੀਂ ਤੇ ਤੇਰੇ ਮਿਲਣ ਤੋਂ ਬਿਨਾਂ ਰਹਿ ਨਹੀਂ ਸਕਦੇ, ਸਾਨੂੰ ਤੂੰ ਦਰਸ਼ਨ ਦੇ। ਸਾਧਕ ਜਿਹੜੇ ਸੀਕਰ ਜਿਹੜੇ ਲੱਭਣ ਵਾਲੇ ਨੇ, ਸਿੱਧ ਆ ਜਿਹੜੇ ਸੈਲੀਬ੍ਰੇਸੀ ਕਰਦੇ ਨੇ, ਗੁਰੂ ਬਹੁਤ ਚੇਲੇ ਖੋਜਤ ਫਿਰੇ ਨਰਮਾ ਫਰਮਾਨੇ। ਤੇਰੀ ਵਿਲ ਦੇ ਮੁਤਾਬਕ ਕਿੰਨੇ ਹੀ ਸੀਕਰ ਤੈਨੂੰ ਲੱਭਦੇ ਫਿਰਦੇ ਨੇ। ਉਹ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਦੇਖ ਸੀ ਨਾ ਕਿ ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਕਿ ਸਾਡੇ ਤੇ ਕਿੰਨੀ ਸਦੀਆਂ ਤੋਂ ਲੋਕੀ ਲੱਭ ਰਹੇ ਨੇ ਤੈਨੂੰ, ਰੱਬਾ ਕਿੱਥੇ ਲੁਕਿਆ। ਤੇ ਇੱਕ ਵਾਰੀ ਜੇ ਤੂੰ ਮੂੰਹ ਤੋਂ ਜ਼ੁਲਫਾਂ ਛਾ ਦੇਵੇਂ, ਧਿਆਨ ਨਾਲ ਸੁਣ ਲਓ, ਰੱਬ ਨੂੰ ਕਹਿ ਰਿਹਾ ਹੋ,
ਇੱਕ ਵਾਰੀ ਜੇ ਤੂੰ ਮੂੰਹ ਤੋਂ ਜ਼ੁਲਫਾਂ ਚਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ। ਰਹਿ ਦੇ ਭਾਈ ਦੇ ਹੱਥ ਵਿੱਚ ਸੰਖ ਫੜਿਆ, ਮੁੱਲਾ ਨਮਾਜ਼ ਮੁੱਲਾਂ ਦੇ ਸੰਗ ਵਿੱਚ ਘਰ ਰਹਿ ਜਾਏ। ਰਹਿ ਜਾਏ ਪੰਡਤ ਹੋਰਾਂ ਦਾ ਸੰਧੂਰ ਘੁਰਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਇੱਕ ਵਾਰੀ ਜੇ ਖੁੱਲਾ ਦੀਦਾਰ ਦੇ ਦੇ, ਇੱਕ ਵਾਰੀ ਜੇ ਖੁੱਲਾ ਦੀਦਾਰ ਦੇ ਦੇ, ਸਾਡਾ ਰੋਜ਼ ਦਾ ਰੇੜਕਾ ਮੁੱਕ ਜਾਏ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਏ, ਝਗੜਾ ਮੰਦਰ ਮਸੀਤ ਦਾ ਮੁੱਕ ਜਾਏ। ਹੈ ਨਾ ਵਧੀਆ? ਇੱਕ ਵਾਰੀ ਜੇ ਖੁੱਲਾ ਦੀਦਾਰ ਦੇ ਦੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਏ। ਪਰ ਆ ਜਿਹੜਾ ਦੀਦਾਰ ਹੀ ਜਿਹੜਾ ਇਹ ਸਾਨੂੰ ਨਹੀਂ ਮਿਲ ਰਿਹਾ। ਮੰਗੇ ਨਾਮ ਪਾਏ ਇਹ ਭਿੱਖਿਆ, ਤੇਰਾ ਭਿੱਖਿਆ ਮਤਲਬ ਸਾਨੂੰ ਪਲੀਜ਼ ਸਾਨੂੰ ਆਪਣਾ ਨਾਮ ਦੇ। ਤੇਰੇ ਦਰਸ਼ਨ ਕੋ ਕੁਰਬਾਨੇ, ਤੇਰੇ ਦਰਸ਼ਨ ਚਾਹੀਦੇ ਨੇ। ਇਸੇ ਲਾਈਨ ਨੂੰ ਉਹਨਾਂ ਨੇ ਵਾਰ-ਵਾਰ ਕਿਹਾ, ਤੇਰੇ ਦਰਸ਼ਨ ਨੂੰ ਕੁਰਬਾਨੇ, ਤੇਰੇ ਦਰਸ਼ਨ ਕੋ ਕੁਰਬਾਨੇ। ਅਕਾਲ ਪੁਰਖ ਸਾਨੂੰ ਆ ਕੇ ਆਪਣੇ ਦਰਸ਼ਨ ਦੇ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਅਬਨਾਸੀ ਯੂ ਨੋ ਦੈਟ ਇੰਪੈਰਿਸ਼ੇਬਲ। ਅਬਨਾਸੀ ਹੁਣੇ ਮੈਂ ਤੁਹਾਨੂੰ ਦੱਸਿਆ, ਪ੍ਰਭੂ ਖੇਲ ਰਚਾਇਆ। ਇਟ ਇਜ਼ ਆਲ ਏ ਡਰਾਮਾ। ਜਿਹਦਾ ਡਾਇਰੈਕਟਰ ਉਹ ਹੈ, ਰਾਈਟਰ ਉਹ ਹੈ, ਪ੍ਰੋਡਿਊਸਰ ਉਹ ਹੈ। ਗੁਰਮੁਖ ਸੋਝੀ ਹੋਈ। ਇਹ ਸਾਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਇਹ ਉਹੋ ਹੀ ਸਮਝ ਸਕਦਾ ਜਿਹੜਾ ਰੀਅਲੀ ਪਰਮਾਤਮਾ ਵਿੱਚ ਯਕੀਨ ਕਰਦਾ, ਜਿਹਨੂੰ ਗੁਰਮੁਖ ਕਹਿੰਦੇ ਹੋ। ਨਹੀਂ ਤਾਂ ਬਾਕੀ ਕਹਿ ਦੇਣਗੇ ਜੀ ਪਤਾ ਨਹੀਂ ਕਪੂਰ ਸਾਹਿਬ ਕੀ ਕਹਿ ਕੇ ਚਲੇ ਜਾਂਦੇ ਨੇ, ਸਾਨੂੰ ਤਾਂ ਪਤਾ ਕੋਈ ਨਹੀਂ। ਪਰ ਜੇ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਆ ਕਿ ਪਰਮਾਤਮਾ ਦਾ ਇੱਕ ਆਪਣਾ ਟਾਈਮ ਟੇਬਲ ਹੈ ਜਿਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਸਾਨੂੰ ਸਿਰਫ ਦੋ ਚੀਜ਼ਾਂ ਪਤਾ, ਉਹ ਜੰਮ ਪਿਆ, ਉਹ ਮਰ ਗਿਆ, ਬਸ। ਵਿਚਕਾਰ ਕੀ ਹੋ ਰਿਹਾ ਉਹਦੇ ਬਾਰੇ ਕਿਸੇ ਨੂੰ ਕੁਝ ਵੀ ਕਦੀ ਨਾ ਪਤਾ ਸੀ ਨਾ ਪਤਾ ਲੱਗੇਗਾ। ਨਾਨਕ ਸਭ ਜਗ ਆਪੇ ਵਰਤੇ, ਦੂਜਾ ਅਵਰ ਨਾ ਕੋਈ। ਸਾਰੀ ਦੁਨੀਆ ਦੇ ਵਿੱਚ ਉਹ ਆਪ ਹੀ ਇੱਕ ਖੇਲ ਰਚਾਇਆ ਉਹਨੇ। ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਹੀ ਇਹਨੂੰ ਡਾਇਰੈਕਟ ਕਰ ਰਿਹਾ, ਖਿਲਾ ਰਿਹਾ। ਔਰ ਉਸ ਤੋਂ ਇਲਾਵਾ ਕੋਈ ਨਹੀਂ ਜੇ, ਦੂਜਾ ਅਵਰ ਨਾ ਕੋਈ, ਕੋਈ ਸੈਕੰਡ ਬੰਦਾ ਨਹੀਂ ਹੈ। ਇਟ ਇਜ਼ all him and all him। ਹਾਂਜੀ, ਹੁਣ ਨਵਤੇਜ ਜੀ ਲਓ ਰਾਗ ਮਲਾਰ। ਕਹਿੰਦੇ ਕਿਸ ਤਰ੍ਹਾਂ ਕੀ ਕਰਨਾ? ਪਹਿਲਾਂ ਆਪਾਂ ਕਰਨਾ ਆਪਣੇ ਸੰਗਰਾਮ ਦਾ ਕਰਨਾ, ਜਿਹੜਾ ਫਗਣ ਦਾ ਸੀਗਾ ਉਹ ਕਰ ਲਿਆ। ਸੰਗਰਾਮ ਕਰ ਲਓ। ਹਾਂਜੀ, ਸੰਗਰਾਂਦ ਨੂੰ ਕਰਨ ਵਾਸਤੇ ਤੁਹਾਨੂੰ ਇੱਕ ਚੀਜ਼ ਹੋਰ ਸਮਝਣੀ ਪਏਗੀ ਕਿ ਜਿਸੇ ਤੁਸੀਂ ਕਹਿੰਦੇ ਹੋ ਕਿ ਮਹੀਨਾ ਚੜ੍ਹਿਆ, what is it? ਕੀ ਕਹਿ ਰਹੇ ਹੋ ਤੁਸੀਂ? First day of the month। ਹਾਂਜੀ, first day of the month ਕਿ ਨਵਾਂ ਦਿਨ, ਨਵਾਂ ਮਹੀਨਾ ਚੜਿਆ। ਆ ਮੰਥ ਮੰਥ ਕਿਹਨੂੰ ਕਹਿੰਦੇ ਹੋ? ਮਹੀਨਾ ਨਹੀਂ, ਉਹ ਤਾਂ ਮੈਨੂੰ ਵੀ ਪਤਾ ਕਿਹਨੂੰ ਕਹਿੰਦੇ ਹੋ। ਲੂਨਾ ਮੰਥ, ਲੂਨਾ ਮੰਥ। ਡਾਕਟਰ ਸੰਕ੍ਰਾਂਤੀ ਕਿਹਨੂੰ ਕਹਿੰਦੇ ਆ? ਜਿਹੜਾ ਦੂਜਾ ਤੁਸੀਂ ਹਰ ਚੀਜ਼ ਨੂੰ ਇੱਕ ਨਾਂ ਦਿੰਦੇ ਹੋ। ਇੱਥੇ ਤੁਸੀਂ ਅਗਰ 10 ਬੰਦੇ ਬੈਠੇ ਹੋ ਤੇ ਜੇ ਤੁਹਾਡੇ ਨਾਂ ਨਾ ਹੋਣ ਤੇ ਮੈਂ ਕਿਸ ਤਰ੍ਹਾਂ ਕਹਾਂ? ਹੁਣ ਮੈਂ ਕਹਿਣਾ ਨਾ ਦਵਿੰਦਰ ਹੈ ਬੋਲ, ਗੁਰਦੀਪ ਹੈ ਬੋਲ। ਇਸੇ ਤਰ੍ਹਾਂ ਹੀ 30 ਦਿਨਾਂ ਦੇ ਇੱਕ ਗਰੁੱਪ ਨੂੰ ਜਾਂ 31 ਦਿਨਾਂ ਦੇ ਇੱਕ ਗਰੁੱਪ ਨੂੰ ਤੁਸੀਂ ਮਹੀਨਾ ਕਹਿੰਦੇ ਹੋ। ਔਰ ਸੰਸਾਰ ਦੇ ਵਿੱਚ 365 ਡੇਜ਼ ਕੀ ਨੇ? ਸਾਲ। ਕਿਸ ਤਰ੍ਹਾਂ ਬੰਦਾ ਉਹ ਇੰਨੇ ਦਿਨ ਲੱਗਦੇ ਨੇ ਕਿ ਜਿਹੜਾ ਆਪਣੇ ਅਰਥ ਹੈਗੀ ਉਹ ਸੂਰਜ ਦੇ ਰਾਉਂਡ ਜਾਂਦੀ ਹੈ। ਹਰ ਚੀਜ਼ ਦੇ ਪਿੱਛੇ ਦਵਿੰਦਰ ਜੀ ਇੱਕ ਸਾਇੰਸ ਹੈ। ਜਿਹੜੀ ਸਾਡੀ ਧਰਤੀ ਹੈ ਇਹ ਸੂਰਜ ਦੇ ਗਿਰਦ ਘੁੰਮਦੀ ਆ। ਔਰ ਇਹ ਕਹਿੰਦੇ ਨੇ 364 ਪੁਆਇੰਟ ਸਮਥਿੰਗ ਅਪਰੋਕਸੀਮੇਟਲੀ 365 ਡੇਜ਼ ਵਿੱਚ ਇੱਕ ਚੱਕਰ ਪੂਰਾ ਕਰਦੀ ਆ। ਉਹਨੂੰ ਇਹਨਾਂ ਨੇ ਨਾਂ ਦਿੱਤਾ ਈਅਰ। ਫਿਰ ਜਿਹੜਾ ਚੰਦਰਮਾ ਹੈ, ਮੂਨ ਹੈ, ਉਹ ਧਰਤੀ ਦੇ ਗਿਰਦ ਘੁੰਮਦਾ। ਉਹ ਜਿਹੜਾ ਇੱਕ ਚੱਕਰ ਪੂਰਾ ਕਰਦਾ ਉਹ 28 ਜਾਂ 27 ਪੁਆਇੰਟ ਸਮ ਡੇਜ਼ ਨੇ, ਜਿਹਨੂੰ ਅਪਰੋਕਸੀਮੇਟਲੀ 30 ਗਿਣਦੇ ਨੇ। ਤਾਂ ਹੀ ਕਿਸੇ ਦੇ 31 ਹੋ ਜਾਂਦੇ ਨੇ, ਕਿਸੇ ਦੇ 30। ਤੇ ਇਹਨੂੰ ਤੁਸੀਂ ਮਹੀਨਾ ਕਹਿੰਦੇ ਹੋ। ਇੱਕ ਮਹੀਨਾ ਲਾਉਂਦਾ ਮੂਨ ਧਰਤੀ ਦੇ ਇਰਦ ਗਿਰਦ ਘੁੰਮਦੇ ਆ, ਤੇ 12 ਮਹੀਨੇ ਲਗਾਉਂਦੀ ਆ ਧਰਤੀ ਸੂਰਜ ਦੇ ਇਰਦ ਗਿਰਦ ਘੁੰਮਦੇ ਆ। ਸੋ ਤੁਹਾਡੇ ਮਹੀਨੇ ਬਣ ਗਏ, ਤੁਹਾਡੇ ਸਾਲ ਬਣ ਗਿਆ। ਹੁਣ ਹਰ ਧਰਮ ਦਾ ਇੱਕ ਆਪਣਾ ਕੈਲੰਡਰ ਹੈ, ਜਿਹਦੇ ਸਾਰਿਆਂ ਕੋਲ ਹੈ ਮਹੀਨੇ 12 ਹੀ ਨੇ।
ਕਈ 13 ਕਰ ਦਿੰਦੇ ਨੇ ਕਿ ਸਾਡੇ ਵੀ ਕਈ 13 ਹੋ ਜਾਂਦੇ ਨੇ, ਪਰ ਅਪਰੋਕਸੀਮੇਟਲੀ 12 ਹੀ ਨੇ। ਦਿਨ ਘਟਦੇ ਵੱਧਦੇ ਰਹਿੰਦੇ ਨੇ। ਅਸੀਂ ਆਪਣੇ ਧਰਮ ਦੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿੰਦੇ ਹਾਂ, ਮੁਸਲਿਮ ਕੈਲੰਡਰ ਹੈ, ਹਿੰਦੂ ਕੈਲੰਡਰ ਹੈ, ਇੱਕ ਕ੍ਰਿਸਚੀਅਨ ਕੈਲੰਡਰ ਹੈ। ਪਰ ਜਿਹੜਾ ਦੁਨੀਆ ਨੂੰ ਕੈਲੰਡਰ, ਜਿਹੜਾ ਤੁਸੀਂ ਕਹਿੰਦੇ ਹੋ ਜੀ ਕਿਹੜਾ ਮਹੀਨਾ ਚੜਿਆ, ਮਾਰਚ, ਆ ਕਿਹੜਾ ਮਹੀਨਾ ਚੜਿਆ, ਇਹ ਗ੍ਰੀਗੋਰੀਅਨ ਕੈਲੰਡਰ ਹੈ ਜਿਹੜਾ ਸਾਰੀ ਦੁਨੀਆ ਨੇ ਐਕਸੈਪਟ ਕੀਤਾ। ਜੇ ਤੁਹਾਡਾ ਕੈਲੰਡਰ ਹੈ, ਅਸੀਂ ਜਿਹੜਾ ਸੰਗਰਾਂਦ ਜਿਹੜੀ ਕਹਿ ਰਹੇ ਹੋ, ਇਹ ਅਸੀਂ ਬਿਕਰਮੀ ਕੈਲੰਡਰ ਨੂੰ ਫੋਲੋ ਕਰਦੇ ਹਾਂ। ਔਰ ਬਿਕਰਮੀ ਕੈਲੰਡਰ ਜਿਹੜਾ ਹੈ ਨਾਰਥ ਇੰਡੀਆ ਦਾ, ਜਿਹੜੀ ਗੌਰਮੈਂਟ ਆਫ ਇੰਡੀਆ ਦਾ ਉਹ ਸਾਊਥ ਇੰਡੀਆ ਦਾ ਕੈਲੰਡਰ ਹੈ, ਜਿਹਨੂੰ ਸ਼ਾਕਾ ਕਹਿੰਦੇ, ਜਾਂ ਪ੍ਰੋਨਾਂਸੀਏਸ਼ਨ ਵੱਖਰਾ ਹੋਣਾ, ਸਪੈਲਿੰਗ ਹੈ SAKA। ਉਹਨਾਂ ਦੇ ਮੁਤਾਬਕ ਉਹਨਾਂ ਦਾ ਜਿਹੜਾ ਮਹੀਨਾ ਉਹ ਸ਼ਾਇਦ ਪੂਰਨਮਾਸ਼ੀ ਤੋਂ ਚੜ੍ਹਦਾ। ਸਾਡਾ ਡਿਫਰੈਂਟ ਕੈਲਕੂਲੇਸ਼ਨ ਹੈ, ਜਿਹੜਾ ਤੁਸੀਂ ਆਪਣੀ ਜੰਤਰੀ ਤੋਂ ਦੇਖ ਸਕਦੇ ਹੋ। ਤਾਂ ਸਾਡਾ ਜਦੋਂ ਮਹੀਨਾ ਚੜ੍ਹਦਾ ਹੈ, ਇਹ ਨਵਤੇਜ ਜੀ ਬਿਕਰਮੀ ਕੈਲੰਡਰ ਹੈ। ਇਹੋ ਹੀ ਝਗੜਾ ਪਿਆ ਆ ਕਿ ਇੱਕ ਪੁਰੇਵਾਲ ਨੇ ਜਿਹੜਾ ਕੈਲੰਡਰ ਬਣਾਇਆ ਸੀ ਨਾਨਕਸ਼ਾਹੀ ਕੈਲੰਡਰ, ਉਹ ਚੂੰਕਿ ਬਾਅਦ ਦੇ ਵਿੱਚ SGPC ਨੇ ਉਹਨੂੰ ਨਹੀਂ ਫੋਲੋ ਕੀਤਾ ਸੀ, ਸੋ ਦੇ ਵੈਂਟ ਬੈਕ ਟੂ ਬਿਕਰਮੀ ਕੈਲੰਡਰ। ਇਹ ਮਹਾਰਾਜਾ ਵਿਕਰਮਾਦਿੱਤਿਆ ਤੋਂ ਵਕਤ ਤੋਂ ਚੱਲਦਾ ਆ ਰਿਹਾ, ਇਸ ਕਰਕੇ ਦਾ ਨਾਮ ਬਿਕਰਮੀ ਕੈਲੰਡਰ ਹੈ। ਔਰ ਇਹਦੇ ਵਿੱਚ ਜਿਹੜੇ ਮਹੀਨਿਆਂ ਦੇ ਨਾਂ ਨੇ ਉਹ ਹਿੰਦੂ ਧਰਮ ਦੇ ਨਾਲ ਸਾਡੇ ਮਿਲਦੇ ਜੁਲਦੇ ਨੇ। ਥੋੜਾ ਜਿਹਾ ਹੀ ਫਰਕ ਹੈ, ਸਪੈਲਿੰਗ ਦਾ ਫਰਕ ਹੈ ਜਾਂ ਪ੍ਰੋਨਾਂਸੀਏਸ਼ਨ ਦਾ ਫਰਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਕੋਲ 12 ਮਹੀਨੇ ਪਲੱਸ ਇੱਕ ਸਟੈਂਜ਼ਾ 12 ਮਹੀਨਿਆਂ ਤੋਂ ਬਾਅਦ ਦਾ, ਇਸੇ ਤਰ੍ਹਾਂ ਇੱਕ ਸਟੈਂਜ਼ਾ 12 ਮਹੀਨਿਆਂ ਤੋਂ ਪਹਿਲਾਂ। ਇਹ ਜਿਹੜਾ 12 ਮਹੀਨੇ ਅਸੀਂ ਪੜ੍ਹਦੇ ਹਾਂ, ਇਹ ਰਾਗ ਮਾਝ ਵਿੱਚ ਹੈ। ਔਰ ਇਹ ਗੁਰੂ ਕੌਣ ਹੈ ਕੰਪਾਈਲਰ? ਗੁਰੂ ਅਰਜਨ ਦੇਵ ਜੀ ਨੇ। ਰਾਗ ਤੁਖਾਰੀ ਵਿੱਚ ਵੀ ਇੱਕ 12 ਮਹੀਨਿਆਂ ਦਾ 12 ਮਾਹ ਦਾ ਸ਼ਬਦ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ। ਪਰ ਜਿਹੜੀ ਟ੍ਰੈਡੀਸ਼ਨ ਬਣ ਗਈ ਹੈ ਸਿੱਖ ਸਰਕਲ 'ਚ, ਉਹ ਗੁਰੂ ਅਰਜਨ ਦੇਵ ਜੀ ਦਾ ਪੜ੍ਹਨਾ। ਕਿਉਂਕਿ ਅਸੀਂ ਬਹੁਤ ਜਿਹੜੇ ਸਾਡੇ ਪੇਰੈਂਟਸ ਸੀ ਬਹੁਤ ਸਿੱਖੀ ਵਿੱਚ ਸਨ। ਆਹਿਸਤਾ ਆਹਿਸਤਾ ਤੇ ਤੁਹਾਨੂੰ ਪਤਾ ਵਕਤ ਦੇ ਨਾਲ ਸਿੱਖੀ ਡਾਇਲਿਊਟ ਹੁੰਦੀ ਜਾ ਰਹੀ ਹੈ। ਮੇਰੇ ਪੇਰੈਂਟਸ ਦੇ ਵਕਤ ਤੇ ਇਹ ਸੰਗਰਾਂਦ ਨੂੰ ਵੱਡਾ ਦਿਨ ਕਹਿੰਦੇ ਸੀ, ਔਰ ਸਿਰ ਦੇ ਉੱਤੇ ਚੁੰਨੀ ਲੈ ਕੇ ਦੱਸਿਆ ਜਾਂਦਾ ਸੀ ਵੱਡਾ ਦਿਨ ਆ, ਚੁੰਨੀ ਲਾਓ। ਫਿਰ ਉਹ ਕਹਿੰਦੇ ਸਾਨੂੰ ਜਾਂ ਫਾਦਰ ਨੂੰ ਕਹਿਣਗੇ ਜਾਂ ਕਿਸੇ ਨੂੰ ਕਹਿਣਗੇ ਹੁਣ ਤੁਸੀਂ ਮਹੀਨਾ ਸੁਣਾਓ। ਇਟ ਵਾਜ਼ ਅ ਗ੍ਰੇਟ, ਜਿਸ ਤਰ੍ਹਾਂ ਤੁਹਾਡੇ ਜਨਮ ਦਿਨ ਨਹੀਂ ਆਉਂਦੇ ਤੇ ਤੁਸੀਂ ਬਣਾਉਂਦੇ ਹੋ ਖਾਸ ਦਿਨ, ਇਸੇ ਤਰ੍ਹਾਂ ਸਟਾਰਟ ਆਫ ਦੀ ਮੰਥ ਵਾਜ਼ ਅ ਗ੍ਰੇਟ ਥਿੰਗ। ਐਨੀਵੇ ਰੱਬ ਨੂੰ ਯਾਦ ਕਰਨ ਦਾ ਤਰੀਕਾ ਤੁਸੀਂ ਉਦੋਂ ਯਾਦ ਕਰਦੇ ਹੋ ਤੇ ਇੱਕ ਸ਼ਬਦ ਪੜ੍ਹਦੇ ਹੋ। ਹੁਣ ਜਿਹੜਾ ਸ਼ੁਰੂ ਹੋਇਆ ਮਹੀਨਾ, ਉਹਨੂੰ ਤੁਸੀਂ ਫਲਕਨ ਦਾ ਕਹਿੰਦੇ ਹੋ, ਔਰ ਤੁਹਾਨੂੰ ਪਤਾ ਵੀ ਇਹ ਤੁਹਾਡੇ ਕੈਲੰਡਰ ਦੇ ਮੁਤਾਬਕ ਇਹ ਲਾਸਟ ਮੰਥ ਆਫ ਦਾ ਈਅਰ ਹੈ। ਇਹਦੇ ਬਾਅਦ ਆਏਗਾ ਚੇਤ, ਐਂਡ ਚੇਤ ਇਜ਼ ਦੀ ਫਸਟ ਮੰਥ ਆਫ ਆਵਰ ਬਿਕਰਮੀ ਕੈਲੰਡਰ ਦਾ ਨਿਊ ਈਅਰ। ਫਿਰ ਦੇਖੋ ਬਬਲੀ, ਦੇਖ ਧਿਆਨ ਨਾਲ ਦੇਖ ਔਰ ਧਿਆਨ ਨਾਲ ਸੁਣ ਕਿ ਟ੍ਰੈਡੀਸ਼ਨ ਇੰਨੀ ਸਟਰੋਂਗ ਹੁੰਦੀ ਹੈ ਕਿ ਕਈ ਵਾਰੀ ਤੁਸੀਂ ਟ੍ਰੈਡੀਸ਼ਨ ਛੱਡ ਹੀ ਨਹੀਂ ਸਕਦੇ। ਅੰਮ੍ਰਿਤ ਜੀ ਬਹੁਤ ਵਾਰੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ, ਜੇ ਤੁਸੀਂ ਇੰਟਰਨੈਟ ਪੜ੍ਹਦੇ ਹੋ ਜਾਂ YouTube ਦੇਖਦੇ ਹੋ, ਕਿ ਜੇ ਸਿੱਖਾਂ ਨੂੰ ਬਿਕਰਮੀ ਈਅਰ ਨਹੀਂ ਮਨਾਉਣਾ ਚਾਹੀਦਾ, ਗ੍ਰੀਗੋਰੀਅਨ ਈਅਰ ਨਹੀਂ ਮਨਾਉਣਾ ਚਾਹੀਦਾ, ਚੇਤ ਨੂੰ ਨਵਾਂ ਸਾਲ ਕਹੋ, ਉਦੋਂ ਗੁਰਦੁਆਰੇ ਜਾਓ। ਕਿਨੇ ਗਏ ਹੋ? ਸਾਰੇ ਜਨਵਰੀ ਨੂੰ ਹੀ ਨਵਾਂ ਸਾਲ ਮਨਾਉਂਦੇ ਹੋ, ਕਿਉਂਕਿ ਇੱਕ ਟ੍ਰੈਡੀਸ਼ਨ ਬਣ ਗਈ ਹੈ। ਯੂ ਕਾਂਟ ਬ੍ਰੇਕ ਦੈਟ। ਤੁਸੀਂ ਨਹੀਂ ਕਹਿ ਸਕਦੇ ਪਹਿਲੀ ਜਨਵਰੀ ਨੂੰ ਨਵਾਂ ਸਾਲ ਨਹੀਂ ਚੜਿਆ ਤੇ ਪਹਿਲੀ ਚੇਤ ਨੂੰ ਚੜਿਆ, ਜਿੰਨਾ ਮਰਜ਼ੀ ਕਹਿ ਲਓ। ਭਾਵੇਂ ਕਿਉਂ ਕਿ ਇੰਨੇ ਸਾਲਾਂ ਤੋਂ ਇੱਕ ਤੁਸੀਂ ਟ੍ਰੈਡੀਸ਼ਨ ਬਣਾਤੀ ਹੈ ਕਿ ਪਹਿਲੀ ਜਨਵਰੀ ਨੂੰ ਨਵਾਂ ਸਾਲ ਚੜ੍ਹਦਾ। ਉਹਨੂੰ ਤੁਸੀਂ ਕ੍ਰਿਸਚੀਅਨ ਈਅਰ ਕਹਿ ਲਓ ਜਾਂ ਕੋਈ ਹੋਰ ਈਅਰ ਕਹਿ ਲਓ, ਬਟ ਯੂ ਹੈਵ ਐਕਸੈਪਟਡ ਇਟ। ਇਹ ਟ੍ਰੈਡੀਸ਼ਨ ਤੁਹਾਡੀ ਬਣ ਗਈ ਹੈ and you have to follow it. Okay. ਮੈਂ ਇਹਦਾ ਸਾਰਾਂਸ਼ ਤੁਹਾਨੂੰ ਦੱਸ ਦਿੰਦਾ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਰਹਿ ਗਿਆ, ਔਰ 3 ਸ਼ਬਦ ਅਸੀਂ ਹੋਰ ਕਰਨੇ ਨੇ, ਔਰ ਜਿਹੜੇ ਸਾਰੇ ਕਰਨ ਵਾਲੇ ਵੇਟ ਕਰ ਰਹੇ ਨੇ। ਫਲਗਨ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ। ਇਹ ਚੂੰਕਿ ਸਟਾਰਟ ਹੈ ਇੰਡੀਆ ਦੇ ਵਿੱਚ। ਵੈਸੇ ਤਾਂ ਅਸੀਂ ਕਹਿੰਦੇ ਹੁੰਦੇ ਸਾਂ ਜਦੋਂ ਬਸੰਤ ਆਈ ਬਸੰਤ ਪਾਲਾ ਉਡੰਤ, ਪਰ ਇਸ ਮਹੀਨੇ ਆਲਮੋਸਟ ਉੱਥੇ ਸਰਦੀ ਚਲੀ ਜਾਂਦੀ ਹੈ ਇੰਡੀਆ ਦੇ ਵਿੱਚ, ਔਰ ਅੱਛੇ ਦਿਨ ਸ਼ੁਰੂ ਹੋ ਜਾਂਦੇ ਨੇ। ਲੋਕੀ ਘਰਾਂ ਤੋਂ ਬਾਹਰ ਨਿਕਲ ਆਉਂਦੇ ਨੇ, ਔਰ ਸਵੈਟਰ ਥੋੜੇ ਜਿਹੇ ਘਟ ਜਾਂਦੇ ਨੇ।
सारे ਜਿਹੜੇ ਗੁਰੂ ਅਰਜਨ ਦੇਵ ਜੀ ਦੇ 14 ਦੇ 14 ਸ਼ਬਦ ਨੇ ਅੰਦਰ ਰਾਗ ਮਾਝ 12 ਮਾਹ ਦੇ ਵਿੱਚ, ਉਹ ਇਹੋ ਹੀ ਹੈ ਕਿ ਪਰਮਾਤਮਾ ਇਜ਼ ਯੋਰ ਹਸਬੈਂਡ ਐਂਡ ਯੂ ਆਰ ਹਿਸ ਵਾਈਫ। ਔਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਹਰ ਮਹੀਨੇ ਆਪਣਾ ਹਾਰ ਸ਼ਿੰਗਾਰ ਕਰਦੇ ਹੋ, ਆਪਣੇ ਆਪ ਨੂੰ ਸਜਾਉਂਦੇ ਹੋ, ਆਪਣੇ ਹਸਬੈਂਡ ਦੀ ਵੇਟ ਕਰਦੇ ਹੋ ਜਿਹੜਾ ਵਾਹਿਗੁਰੂ ਹੈ। ਫਲਗਨ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ, ਕਿ ਤੁਸੀਂ ਹੁਣ ਕਹਿ ਰਹੇ ਹੋ ਪਰਮਾਤਮਾ ਨੂੰ ਕਿ ਦਿਨ ਅੱਛੇ ਹੋ ਗਏ ਨੇ, ਅਸੀਂ ਪਲੀਜ਼ ਤੂੰ ਹੁਣ ਆ ਕੇ ਸਾਨੂੰ ਆਪਣੇ ਦਰਸ਼ਨ ਦੇ, ਪ੍ਰਗਟ ਕਰ ਆਪਣੇ ਆਪ ਨੂੰ, ਕਮ ਐਂਡ ਮੀਟ ਅਸ। ਸੰਤ ਸਾਈ ਰਾਮ ਕੇ ਘਰ ਕਿਰਪਾ ਦੀਆ ਮਲਾਏ। ਤੇ ਅਸੀਂ ਪਰਮਾਤਮਾ, ਫਿਰ ਤੁਸੀਂ ਸੰਤਾਂ ਨੂੰ ਕਹਿ ਰਹੇ ਹੋ, ਸੰਤਾਂ ਨੂੰ ਕਹਿ ਰਹੇ ਹੋ, ਅੱਛੇ ਹੋਲੀ ਪੀਪਲਾਂ ਨੂੰ ਕਹਿ ਰਹੇ ਹੋ ਕਿ ਸਾਡੀ ਹੈਲਪ ਕਰੋ, ਕਿ ਕਿਸੇ ਤਰ੍ਹਾਂ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਸਾਨੂੰ ਜੋੜ ਦਿਓ। ਸੇਜ ਸੁਭਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਹੁਣ ਤੁਸੀਂ ਸਹੀ ਦੀ ਗੱਲ ਕਰ ਰਹੇ ਹੋ, ਜਿਹੜੀ ਤੁਸੀਂ ਮੈਂ ਕਹਿ ਰਿਹਾ ਸੋਲ ਬਰਾਈਟ ਦੀ ਗੱਲ ਕਰ ਰਹੇ ਹੋ, ਕਿ ਉਹ ਇਸ ਮਹੀਨੇ ਦੇ ਵਿੱਚ ਆਪਣੀ ਸੇਜ ਸਵਾਰ ਰਹੀ ਹੈ, ਆਪਣੇ ਆਪ ਨੂੰ ਸਵਾਰ ਰਹੀ ਹੈ, ਤਾਂ ਕਿ ਪਰਮਾਤਮਾ ਆਏਗਾ ਤੇ ਉਹ ਅੱਛੀ ਤਰ੍ਹਾਂ ਸਜੀ ਬਣੀ ਹੋਵੇ। ਇੱਛ ਪੁਨੀ ਵਡ ਭਾਗੀ ਵਡ ਭਾਗਣੀ ਔਰ ਪਾਇਆ ਹਰ ਰਾਏ, ਕਿ ਉਹ ਬੜਾ ਕੋਈ ਵੱਡ ਭਾਗੀ ਹੋਏਗਾ, ਖੁਸ਼ਕਿਸਮਤਾਂ ਵਾਲਾ ਹੋਏਗਾ, ਜਿਹਨੂੰ ਜਿਹੜਾ ਵਰ ਪਾਏਗਾ, ਜਿਹਨੂੰ ਪਰਮਾਤਮਾ ਮਿਲ ਜਾਏਗਾ, ਜਿਹਦੀ ਆਪਣੀ ਕਾਮਨਾ, ਆਪਣੀ ਇੱਛਾ ਪੂਰੀ ਹੋ ਜਾਏਗੀ। ਫਿਰ ਕੀ ਕਹਿੰਦੇ ਨੇ, ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ। ਮੇਰਾ ਖਿਆਲ ਹੈ ਜਿਹੜੇ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਜਦੋਂ ਦਿਨ ਅੱਛੇ ਸ਼ੁਰੂ ਹੋ ਜਾਂਦੇ ਨੇ, ਫਿਰ ਤੁਸੀਂ ਕੀ ਕਰਦੇ ਹੋ? ਵੈਸੇ ਜਦੋਂ ਸੌਣ ਆਉਂਦਾ ਉਦੋਂ ਪਾਉਂਦੇ ਹੋ, ਪੀਂਘਾਂ ਪਾਉਂਦੇ ਹੋ ਪਿੰਡਾਂ 'ਚ ਦਰਖਤਾਂ ਤੇ, ਕਿ ਤੁਸੀਂ ਗੀਤ ਗਾਉਂਦੇ ਹੋ। ਇਹ ਉਹ ਵਕਤ ਹੈ ਜਦੋਂ ਰੀਅਲੀ ਤੁਸੀਂ ਆਪਣੀਆਂ ਰਜਾਈਆਂ ਵਿੱਚੋਂ ਨਿਕਲ ਕੇ, ਆਪਣੀਆਂ ਜਿਹੜੇ ਉਹ ਤੁਸੀਂ ਅੰਗੀਠੀਆਂ ਵਿਖਾਈਆਂ ਹੁੰਦੀਆਂ, ਉਹਨਾਂ ਤੋਂ ਦੂਰ ਜਾ ਕੇ ਆਪਣੀ, ਹੁਣ ਗੱਲ ਤੇ ਸਾਰੀ ਉਹਨਾਂ ਪਿੰਡਾਂ ਦੀ ਹੈ ਜਿੱਥੇ ਹਰਿਆਵਲੀ ਆਣੀ। ਸ਼ਹਿਰਾਂ ਵਿੱਚ ਤਾਂ ਕਦੇ ਹਰਿਆਵਲੀ ਤੁਸੀਂ ਦੇਖਣੀ ਨਹੀਂ, ਤੇ ਤੁਸੀਂ ਉੱਥੇ ਜਾਂਦੇ ਹੋ। ਇੱਛ ਪੁਨੀ ਵਡ ਭਾਗਣੀ ਔਰ ਪਾਇਆ ਹਰ ਰਾਏ, ਮਿਲੀ ਸਹੇਲੀ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ। ਆਓ ਸਾਰੇ ਮਿਲ ਕੇ, ਰਲ ਮਿਲ ਕੇ ਉਸ ਅਕਾਲ ਪੁਰਖ ਦੇ ਅਸੀਂ ਹੁਣ ਗੀਤ ਗਾਈਏ। ਹਰ ਜਿਹਾ ਅਵਰ ਨਦ ਸਹੀ, ਕਿਉਂਕਿ ਉਹਦੇ ਵਰਗਾ ਤਾਂ ਕੋਈ ਹੈ ਨਹੀਂ। ਦੂਜਾ ਫਿਰ ਵਰਡ ਆ ਗਿਆ, ਦੂਜਾ ਡਿਊਰਿਟੀ, ਦੂਜਾ ਲਵੇ ਨਾ ਲਾਏ। ਸੰਸਾਰ ਸਾਗਰ ਤੇ ਰਾਖੀਆਂ ਬੋੜ ਨਾ ਜਨਮੇ ਤਾਏ। ਹੁਣ ਤੁਸੀਂ ਅਰਦਾਸ ਕਰਦੇ ਹੋ ਪਰਮਾਤਮਾ ਅੱਗੇ। ਹਲਤ ਪਲਤ ਸਵਾਰੀਆਂ, ਹਲਤ ਪਲਤ ਸਵਾਰੀਆਂ, ਉਹ ਲਾਈਨ ਭੁੱਲ ਗਏ। ਨੇਚਲ ਹਲਤ ਪਲਤ ਸਵਾਰੀਆਂ, ਓਕੇ, ਨੇਚਲ ਦਿੱਤੀਆਂ ਨਾ ਜਾਏ। ਹੁਣ ਤੁਸੀਂ ਕੀ ਕਹਿ ਰਹੇ ਹੋ ਕਿ ਵਰਡ ਹੈਗਾ ਲੋਕ ਤੇ ਪਰਲੋਕ। ਤੁਸੀਂ ਜਿਸ ਵੇਲੇ ਪਰਮਾਤਮਾ ਦੇ ਨਾਲ ਜੁੜਦੇ ਹੋ, ਪਰਮਾਤਮਾ ਅੱਗੇ ਅਰਦਾਸ ਕਰਦੇ ਹੋ, ਫਿਰ ਕੀ ਤੁਸੀਂ ਮੰਗਦੇ ਹੋ? ਇਹੀ ਮੰਗਦੇ ਹੋ ਸੱਚੇ ਪਾਤਸ਼ਾਹ, ਇਹ ਜੀਵਨ, ਅਗਲਾ ਜੀਵਨ ਪਰਮਾਤਮਾ ਸਾਨੂੰ ਬਖਸ਼ ਦੇ, ਸਾਡੇ ਪਾਪ ਬਖਸ਼ ਦੇ ਸਾਨੂੰ। ਹੁਣ ਸਾਨੂੰ ਪਤਾ ਤਾਂ ਨਹੀਂ ਅਗਲਾ ਜੀਵਨ ਕਿਹੜਾ ਹੈ, ਪਰ ਅਸੀਂ ਅਗਲੇ ਜੀਵਨ ਦੀ ਅਰਦਾਸ ਕਰਦੇ ਹਾਂ ਕਿ, ਔਰ ਇਹ ਕਹਿੰਦੇ ਨੇ ਕਿ ਜੇ ਤੁਸੀਂ ਅੱਛੇ ਪੁੰਨ ਕਰੋਗੇ, ਇਹ ਜੀਵਨ ਨਹੀਂ, ਆਪਣਾ ਅਗਲਾ ਆਉਣ ਵਾਲਾ ਜੀਵਨ ਵੀ ਤੁਸੀਂ ਸਵਾਰ ਲਓਗੇ। ਇਹ ਸਭ ਕੁਝ ਉਹਦੀ ਬਖਸ਼ਿਸ਼ ਨਾਲ ਹੋਣਾ। ਸੰਸਾਰ ਸਾਗਰ ਤੇ ਰੱਖਿਆਨ ਮੋੜ ਨਾ ਜਨਮੇ ਤਾਏ। ਫਿਰ ਤੁਸੀਂ ਇੱਕ ਅਰਦਾਸ ਹੀ ਕਰ ਰਹੇ ਹੋ ਕਿ ਸੰਸਾਰ ਸਾਗਰ ਤੋਂ ਅੱਗੇ ਵੀ ਵਰਡ ਆ ਚੁੱਕਾ ਕਿ ਜਿਹੜਾ ਅੱਗ ਦਾ ਦਰਿਆ ਹੈ ਉਹਦੇ ਤੋਂ ਸਾਨੂੰ ਬਚਾ ਲਾ। ਆਪ ਕਿਸ਼ਤੀ ਬਣ ਕੇ ਪਰਮਾਤਮਾ ਤੁਹਾਨੂੰ ਕਿਸ਼ਤੀ ਭੇਜਦਾ, ਜਿਹਦੇ ਨਾਲ ਤੁਸੀਂ ਇਸ ਸਾਗਰ ਨੂੰ ਤੁਸੀਂ ਲੰਘਦੇ ਹੋ। ਔਰ ਫਿਰ ਤੁਸੀਂ ਚਾਹੁੰਦੇ ਹੋ, ਤੁਸੀਂ ਬਾਰ-ਬਾਰ ਇਸ ਜੂਨਾਂ ਵਿੱਚ ਨਹੀਂ ਆਉਣਾ ਚਾਹੁੰਦੇ, ਤੁਸੀਂ ਇਨਕਾਰਨੇਸ਼ਨ ਵਿੱਚ ਨਹੀਂ ਜਾਣਾ ਚਾਹੁੰਦੇ। ਜੇਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ, ਜੇਵਾ ਏਕ। ਇਹ ਵੀ ਹੁਣ ਸਾਡੀ ਇੱਕ ਕਮਜ਼ੋਰੀ ਹੈ, ਸਾਡੇ ਕੋਲ ਜੀਵ ਤੇ ਇੱਕੋ ਹੀ ਹੈ ਤੇ ਅਕਲ ਵੀ ਥੋੜੀ ਹੈ, ਛੋਟੀ ਜਿਹੀ ਹੈ, ਤੇ ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦੇ ਹਾਂ? ਉਹਦੇ ਗੁਣ ਤੇ ਅਨੇਕ ਨੇ। ਹੁਣ ਤੁਸੀਂ ਖਾਲੀ ਗੁਰੂ ਗ੍ਰੰਥ ਸਾਹਿਬ ਨਾ ਦੇਖੋ, ਬਾਕੀ ਧਰਮਾਂ ਦੇ ਵੀ ਸਾਰੇ ਸ਼ਾਸਤਰ ਦੇਖ ਲਓ, ਉਹਨਾਂ ਵਿੱਚ ਵੀ ਪਰਮਾਤਮਾ ਦੇ ਗੁਣ ਨੇ। ਕਿਵੇਂ ਗਾਓਗੇ? ਤੁਸੀਂ ਆਪਣੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਪੂਰਾ ਧਰਮ ਸ਼ਾਸਤਰ ਪੜ੍ਹ ਕੇ ਉਹਦੇ ਮੀਨਿੰਗ ਨਹੀਂ ਲੱਭ ਸਕਦੇ। ਤੁਸੀਂ ਇਹ ਦੇਖੋ, ਜਦੋਂ ਅਸੀਂ ਇਹਨਾਂ ਦੇ ਅਰਥ ਕਰਨੇ ਹੁੰਦੇ ਨੇ, ਜਿਹੜੇ ਸ਼ਬਦ ਨੇ ਸਾਡੇ ਕੋਲ 2-4, ਉਹਨਾਂ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਪੜ੍ਹੋ, ਫਿਰ ਔਖੇ ਅੱਖਰ ਜਿਹੜੇ ਨੇ ਉਹਨਾਂ ਦੇ ਮੀਨਿੰਗ ਲੱਭੋ, ਫਿਰ ਉਹਨੇ ਔਖੇ ਅੱਖਰਾਂ ਨੂੰ ਉਸ ਸੈਂਟੈਂਸ ਦੇ ਨਾਲ ਜੋੜੋ, ਫਿਰ ਉਹਦਾ ਅੰਡਰ ਕਰੰਟ ਮੀਨਿੰਗ ਲੱਭੋ। ਖਾਲੀ ਫਟਾਫਟ ਇਹ ਕਹਿ ਕੇ ਜੀ ਇੱਕ ਜੀਵ ਹੈ ਸਾਡੀ, ਤੇਰੇ ਇੰਨੇ ਗੁਣ ਨੇ, ਅਸੀਂ ਕਿਵੇਂ ਗਾਈਏ? ਗੱਲ ਨਹੀਂ ਬਣਦੀ ਨਾ।
ਉਹਦੇ ਜਸਵੀਰ ਜੀ ਅਨੇਕਾਂ ਹੀ ਗੁਣ ਨੇ, ਉਹਨਾਂ ਨੂੰ ਅਸੀਂ ਆਪਣੇ ਇੱਕ ਜੀਵ ਕੀ ਇੱਕ ਜੋਨ ਵਿੱਚ ਵੀ ਨਹੀਂ ਗਾ ਸਕਦੇ। ਉਹਦੇ ਵਾਸਤੇ ਤੇ ਕਈ ਜਨਮ ਲਵਾਂਗੇ ਤਾਂ ਹੀ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ। ਹਾਂਜੀ, ਅੱਗੇ ਕੀ ਹੈ ਜੀ? ਫਲਗਨ ਨਿਤ ਸਲਾਈਏ ਜਿਸ ਨੂੰ ਤੇਰਾ ਨਾ ਤਮਾਏ। ਹੁਣ ਤੁਸੀਂ ਕੀ ਕਹਿ ਰਹੇ ਹੋ? ਇਹ ਆ ਗਿਆ ਜਿਹੜਾ ਮਹੀਨਾ, ਇਹ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੁੰਦੇ ਹੋ ਕਿ ਤੁਹਾਨੂੰ ਪਰਮਾਤਮਾ ਨੂੰ ਵੈਸੇ ਕੋਈ ਲਾਲਚ ਨਹੀਂ ਹੈ, ਤੁਸੀਂ ਉਹਦੀ ਬਖਸ਼ੇ ਉਹਦੀ ਸਿਫਤ ਸਲਾਹ ਕਰੋ। ਤੁਸੀਂ ਇਹ ਨਾ ਸਮਝਣਾ ਪਰਮਾਤਮਾ ਕਹਿੰਦਾ ਕਿ ਮੇਰੀ ਸਿਫਤ ਕਰੋ। ਹੁਣ ਸਪੋਜ਼ ਤੁਸੀਂ ਇੱਥੇ, ਮੈਂ ਕਹਿੰਦਾ ਕਈ ਵਾਰੀ ਮੈਂ ਵਜ਼ੀਰ ਜੀ ਦੀ ਤਾਰੀਫ ਕਰ ਜਾਣਾ ਜ਼ਿਆਦਾ, ਔਰ ਕਈ ਵਾਰੀ ਉਹਨਾਂ ਨੇ ਕਿਹਾ ਕਿ ਜੀ ਬਾਕੀ ਸਾਰਿਆਂ ਦੀ ਵੀ ਉਨੀ ਹੀ ਨੌਲੇਜ ਹੈ, ਕਿਉਂਕਿ ਸਾਡੇ 'ਚ ਕੋਈ ਵੀ ਨਹੀਂ ਕਹੇਗਾ ਕਿ ਸਾਡੀ ਤਾਰੀਫ ਕਰੋ। ਪਰਮਾਤਮਾ ਵੀ ਸਾਡੇ ਵਰਗਾ ਹੀ ਹੈ ਕਿ ਉਹ ਕਹਿੰਦਾ ਮੈਨੂੰ ਕੋਈ ਤੁਹਾਡੀ ਤਾਰੀਫ ਦੀ ਲੋੜ ਨਹੀਂ ਹੈ, ਸਿਰਫ ਸੱਚੇ ਦਿਲੋਂ ਮੈਨੂੰ ਯਾਦ ਰੱਖੋ। ਜੇ ਤੁਸੀਂ ਕਹਿੰਦੇ ਹੋ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੇ ਫਿਰ ਉਹ ਰਿਸ਼ਤਾ ਬਣਾਓ, ਉਹ ਰਿਸ਼ਤਾ ਬਣਾ ਕੇ ਉਹ ਰਿਸ਼ਤਾ ਨਿਭਾਓ। That is what God says। ਖਾਲੀ ਬੋਲੀ ਜਾਣ ਨਾਲ ਕੁਛ ਨਹੀਂ ਹੋਣਾ। ਫਿਰ ਲਾਸਟ ਸੈਂਟੈਂਸ ਹੈਗਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ ਫਿਰ ਉਹਨਾਂ ਦੇ ਸਾਰੇ ਕਾਜ ਸਰ ਗਏ ਨੇ। ਹਰ ਹਰ ਪੂਰਾ ਆਰਾਧਿਆ ਦਰਗੇ ਸੱਚ ਖੜੇ। ਤੇ ਫਿਰ ਉੱਪਰ ਵੀ ਉਹਨਾਂ ਦੀ ਬੜੀ ਇੱਜ਼ਤ ਹੁੰਦੀ ਹੈ। ਜਿਸ ਵੇਲੇ ਉੱਤੇ ਪਹੁੰਚਦੇ ਨੇ, ਸਰਬ ਸੁਖਾ ਨਿਤ ਚਰਨ ਹਰ ਅਫਜ਼ਲ ਬਿਖਮ ਤਰੇ। ਤੇ ਇਸ ਤੋਂ ਸਮੁੰਦਰ ਤੋਂ ਉਹ ਪਾਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਰ ਕਿਸਮ ਦੀਆਂ ਪਾਵਰਸ ਮਿਲ ਜਾਂਦੀਆਂ। ਪ੍ਰੇਮ ਭਗਤ ਤੈਨ ਪਾਇਆ ਵਿਖਿਆ ਨਾਏ ਜਰੇ। ਫਿਰ ਉਹਨਾਂ ਨੂੰ ਮਾਇਆ ਦੀ ਕਿਸੇ ਕਿਸਮ ਦੀ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪੜੇ। ਕਿ ਸਭ ਜੋ ਉਹਨਾਂ ਦੇ ਅੰਦਰ ਕੂੜ ਹੈ, ਦੁਬਦਾ ਹੈ, ਉਹ ਸਭ ਚਲੀ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਉਹ ਫਿਰ ਪਰਮਾਤਮਾ ਨੂੰ ਸੱਚੇ ਦਿਲ ਤੋਂ ਸਿਮਰਦੇ ਨੇ, ਸੱਚੇ ਦਿਲ ਤੋਂ ਪਸੰਦੇ ਨੇ। ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਭਾਵੇਂ ਮਹੀਨਾ ਹੈ, ਭਾਵੇਂ ਇੱਕ ਦਿਨ ਹੈ, ਭਾਵੇਂ ਇੱਕ ਸਕਿੰਟ ਹੈ, ਇਹ ਤੁਹਾਨੂੰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਦੇ ਨੇ ਅੱਛੇ, ਜੇ ਉਹਦੀ ਨਜ਼ਰ ਹੋਏਗੀ। ਨਾਨਕ ਮੰਗੇ ਦਰਸ ਦਾਨ। ਅਖੀਰ ਦੇ ਵਿੱਚ ਉਹੀ ਗੱਲ ਹੈ, ਨਾਨਕ ਮੰਗੇ ਦਰਸ। ਕਿ ਪਰਮਾਤਮਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਆ ਕੇ ਤੂੰ ਆਪਣੇ ਦਰਸ਼ਨ ਦੇ ਦੇ। ਪਲੀਜ਼ ਕਮ ਐਂਡ ਸਿਟ ਨੈਕਸਟ ਟੂ ਮੀ। ਪਲੀਜ਼ ਕਮ ਐਂਡ ਹਗ ਮੀ। ਪਲੀਜ਼ ਕਮ ਐਂਡ ਬੀ ਵਿਦ ਮੀ। ਕਿਰਪਾ ਕਰੋ ਹਰੇ। ਥੈਂਕ ਯੂ ਫॉर ਲਿਸਨਿੰਗ ਟੂ ਮੀ। ਜਦੋਂ ਆਪਾਂ ਅਗਲੀ ਕਲਾਸ ਜਾਂਦੇ ਸੀ, ਕੈਲਾਸ਼ ਜੀ ਹਮੇਸ਼ਾ ਪ੍ਰਸ਼ਾਦ ਕਰਕੇ ਲਿਆਉਂਦੇ ਸੀ ਜਦੋਂ ਪਹਿਲੀ ਸੰਗਰਾਂਦ ਦਾ ਦਿਨ ਹੁੰਦਾ ਸੀ। ਹਾਂਜੀ ਹਾਂਜੀ, ਉਹ ਗੱਲ ਸੁਣੋ, ਇਹ ਯਾਦ ਰੱਖਣਾ, ਜਿੰਨੇ ਹੀ ਮਹੀਨੇ ਅਸੀਂ ਜ਼ੂਮ ਤੇ ਕੀਤੀ ਇਹ ਕਲਾਸ, ਉਹਨੇ ਡੱਬੇ ਹੀ ਮਹਿੰਦਰ ਲੱਡੂਆਂ ਦੇ ਲਿਆਏਗਾ ਜਦੋਂ ਅਸੀਂ ਕਲਾਸ ਉੱਤੇ ਸ਼ੁਰੂ ਕਰਦੇ। ਹਾਂਜੀ ਹਾਂਜੀ, ਕੋਈ ਪਰਵਾਹ ਨਹੀਂ। ਭਾਵੇਂ ਉਹ 12 ਨੇ, ਭਾਵੇਂ ਉਹ 26 ਨੇ, ਉਹ ਤੁਹਾਨੂੰ ਖਾਣੇ ਪੈਣਗੇ। ਪ੍ਰਸ਼ਾਦ ਮਿਸ ਕਰੀਦਾ। ਜਿਹੜਾ ਸ਼ਬਦ ਆਇਆ ਸੀ ਜਿਹੜਾ ਅੱਜ ਆਪਣੇ ਫਲਗਨ ਦਾ, ਇਹ ਸਾਰਿਆਂ ਨੂੰ ਦੱਸਦੀ ਕਿ ਪੇਜ 136 ਤੇ ਸੀਗਾ ਇਹ, ਕਿ ਜਿਹਨੇ ਵੀ ਇੰਟਰਸਟ ਹੋਇਆ। ਕਿਹੜਾ ਸ਼ਬਦ ਜੀ? ਇਹ ਜਿਹੜਾ ਆਪਣੇ ਫਲਗਨ ਦਾ ਜਿਹੜਾ ਆਪਣਾ ਪੜਿਆ ਸੰਗਰਾਂਦ ਦਾ 136 ਸੰਗਰਾਂਦ ਦਾ ਮਹੀਨਾ ਜਿਹੜਾ। ਹਾਂਜੀ, ਇਹ ਸ਼ੁਰੂ ਹੁੰਦਾ 12 ਮਾਹ 133 ਤੇ ਤੁਸੀਂ 136 ਕਿਹਾ ਤੇ 136 ਤੇ ਹੈ, 136 ਤੇ ਖਤਮ ਹੁੰਦਾ। ਜਦੋਂ ਵੀ ਤੁਸੀਂ ਮਹੀਨਾ ਪੜ੍ਹਨਾ ਤੇ ਜੇ ਤੁਹਾਨੂੰ ਨਹੀਂ ਯਾਦ ਤੇ 133 ਖੋਲ ਲੈਣਾ, ਉੱਥੇ 12 ਮਾਹ ਗੁਰੂ ਅਰਜਨ ਦੇਵ ਜੀ ਦਾ ਸ਼ੁਰੂ ਹੁੰਦਾ। ਹਾਂਜੀ, ਹੁਣ ਤੁਸੀਂ ਦੱਸੋ ਜਿਹੜਾ ਰਾਗ ਮਲਹਾਰ ਦੇ ਸ਼ਬਦ ਕਿਹਨੇ ਕਰਨਾ ਹੈ? ਇਹ 3 ਸ਼ਬਦ ਨੇ, ਉਹਦਾ ਮੈਂ ਕੋਸ਼ਿਸ਼ ਕਰ ਰਿਹਾ ਸੀ ਮਹਿੰਦਰ ਭਾਜੀ ਉਹਨਾਂ ਨੂੰ ਫੋਨ ਕਰਨ ਦੀ, ਪਰ ਗੱਲ ਹੋਈ ਨਹੀਂ। ਫਿਰ ਮੈਨੂੰ ਲੱਗਦਾ ਜਿਹੜੇ ਪਹਿਲੇ 2 ਸ਼ਬਦ ਨੇ ਆਪਾਂ ਸ਼ੇਅਰ ਕਰ ਲੈਣੇ, ਜਿਹੜਾ ਲਾਸਟ ਸ਼ਬਦ ਹੈਗਾ ਉਹ ਦਰਪਨਾ ਜੀ ਕਰਨਗੇ। ਚਲੋ ਪਹਿਲਾਂ ਲਾਸਟ ਤੋਂ ਸ਼ੁਰੂ ਕਰਦੇ ਹਾਂ। ਠੀਕ ਹੈ, ਜਿਹੜਾ ਦਰਪਨਾ ਨੇ ਕਰਨਾ। ਹਾਂਜੀ, ਪੇਜ 1270 ਤੇ 1270। ਹਾਂਜੀ, ਗੁਰਮੁਖ ਦੀ ਸੇ ਸਭ ਤੋਂ ਸਾਡੇ ਕੋਲ ਲਾਈਕ ਕੁੜੀ ਚਾਹੀਏ ਨਾ ਦਰਪਨਾ। ਚੱਲ ਦਰਪਨਾ। ਥੈਂਕ ਯੂ ਸਰ। ਤੇ ਰਾਗ ਮਲਹਾਰ ਮਹਲਾ 5ਵਾਂ ਚੌਪਦੇ ਕਾਰ ਦੂਜਾ। ਗੁਰਮੁਖ ਦੀਸੇ ਬ੍ਰਹਮ ਪਸਾਰ, ਗੁਰਮੁਖ ਤ੍ਰੈ ਗੁਣ ਵਿਸਥਾਰ, ਗੁਰਮੁਖ ਨਾਦ ਵੇਦ ਵਿਚਾਰ, ਬਿਨ ਗੁਰ ਪੂਰੇ ਗੋਰ ਅੰਧਾਰ। ਸਰ ਅਕੋਰਡਿੰਗ ਟੂ ਮੀ, ਸਰ ਆਈਲ ਡੂ ਮਾਈ ਇੰਟਰਪ੍ਰੀਟੇਸ਼ਨ ਇਨ ਦਿਸ। ਸਰ ਗੁਰਮੁਖ ਨੂੰ ਦਿਸਦਾ ਕਿ ਸਾਰਾ ਪਸਾਰਾ ਜੋ ਹੈ ਉਹ ਬ੍ਰਹਮ ਦਾ ਹੈ। Sir, Brahm actually, if you see the etymological meaning, it is creative wandering.
भ्रम मतलब जो वॉन्डर करता है और क्रिएटिविटी है। गुरमुख त्रै गुणिया विस्तार जिन्ना भी पसारा हैगा ਇਹ 3 ਗੁਣਾ ਦਾ ਹੈਗਾ, ਸਾਤਵਿਕ, ਤਾਮਸਿਕ ਔਰ ਰਾਜਸਿਕ। ਕਿਉਂਕਿ ਔਰ ਉਹਨਾਂ ਦਾ ਇੰਟਰਪਲੇ ਹੈਗਾ, ਉਹ ਜਿਸ ਤਰ੍ਹਾਂ ਮਤਲਬ ਸ਼ੇਡ ਆਫ, ਜਿਸ ਤਰ੍ਹਾਂ ਕਲਰਸ ਦੇ ਸ਼ੇਡ ਹੁੰਦੇ ਨਾ from black to white, so that kind of shades and hues all those in the Randian because of these gunas. Gurmukh naad ved vichar, naad anhad naad jo hoga, jo non frictional sound hai ओंकार दी, ਉਹ ਹਮੇਸ਼ਾ ਹੁੰਦੀ ਹੈ ਔਰ ਸਭ ਨੂੰ ਸੁਣਾਈ ਦਿੰਦੀ ਹੈ, ਕਿਉਂਕਿ ਵਿਚਾਰ ਆ ਜਾਂਦੇ ਹਨ and other things, ਮੈਂ ਬਾਹਰ ਨੱਚਦਾ ਫਿਰਦਾ ਹੈ ਤੇ ਉਹਨੂੰ ਸੁਣਾਈ ਨਹੀਂ ਦਿੰਦਾ, but actually ਸੁਣਾਈ ਦਿੰਦਾ ਹੈ, it just ignores that kind of thing, ਪਰ ਗੁਰਮੁਖ ਨੂੰ ਸੁਣਾਈ ਦਿੰਦਾ ਹੈ। ਇੱਕ ਮਿੰਟ ਇਹ ਦਰਪਨਾ ਤੁਹਾਨੂੰ ਦੱਸ ਰਹੀ ਹੈ ਵੀ ਇੱਥੇ ਗੁਰੂ ਅਰਜਨ ਦੇਵ ਜੀ ਗੁਰਮੁਖ ਦੇ ਬਾਰੇ ਗੱਲ ਕਰ ਰਹੇ ਨੇ। ਹਾਂਜੀ, ਗੁਰਮੁਖ ਨੂੰ ਗੁਰੂ ਅਰਜਨ ਦੇਵ ਜੀ ਨੇ ਹੋਰ ਕਿਹੜੀ ਕੰਪੋਜੀਸ਼ਨ ਦੇ ਵਿੱਚ ਇੱਕ ਪੂਰੀ ਅਸ਼ਟਪਦੀ ਵਿੱਚ ਲਿਖਿਆ? ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਜਿਹੜੀ ਹੈ ਸਾਰੀ ਗੁਰਮੁਖ ਦੇ ਉੱਤੇ ਹੀ ਆ। ਹਾਂ ਚੱਲ ਬੇਟੇ ਗੋ ਔਨ, ਯੂ ਆਰ ਡੂਇੰਗ ਵੈਰੀ ਵੈਲ। ਹਾਂਜੀ। ਬਿਨ ਗੁਰ ਪੂਰੇ ਗੋਰ ਅੰਧਾਰ, ਨੈਚੁਰਲੀ ਗੁਰੂ ਦੇ ਬਿਨਾਂ ਤੇ ਇਟ ਇਜ਼ ਨਾਟ ਪੋਸੀਬਲ ਕਿ ਤੁਹਾਨੂੰ ਚਾਨਣ ਹੋਵੇ, ਕਿ ਬਿਕੋਜ਼ ਆਫ ਦਿਸ ਕਿ ਗੁਰੂ ਦੀ ਮਿਹਰ ਨਾਲ ਹੀ ਚਾਨਣ ਹੁੰਦਾ। ਮੇਰੇ ਮਨ ਗੁਰ ਕਰਤ ਸਦਾ ਸੁਖ ਪਾਈਏ, ਉਹ ਕਹਿੰਦੇ ਕਿ ਮੇਰਾ ਮਨ ਜੋ ਹੈ ਇਹ ਮਨ, ਉਹ ਗੁਰੂ ਅਰਜਨ ਆਪਣੇ ਮਨ ਨੂੰ ਨਹੀਂ ਕਰੇ, ਇਹ ਸਾਰਵਜਨਿਕ ਮਨ ਹੈ, ਦ ਕਾਸਮਿਕ ਮਾਈਂਡ, ਐਵਰੀਬਡੀਜ਼ ਮਾਈਂਡ। ਉਹ ਕਹਿੰਦੇ ਕਿ ਗੁਰ ਕਰਤ ਸਦਾ ਸੁਖ ਪਾਈਏ, ਅਗਰ ਤੁਹਾਡਾ ਮਨ ਗੁਰੂ ਵੱਲ ਲੱਗ ਗਿਆ ਤੇ ਸਦਾ ਸੁਖ ਮਿਲੇਗਾ। ਗੁਰ ਉਪਦੇਸ਼ ਹਰ ਹਿਰਦੇ ਵਸੀਏ, ਸਾਸ ਗਿਰਾਸ ਆਪਣਾ ਖਸਮ ਧਿਆਈਏ। ਗੁਰ ਉਪਦੇਸ਼, ਅਗਰ ਗੁਰੂ ਦਾ ਉਪਦੇਸ਼ ਸੁਣ ਕੇ ਤੁਸੀਂ ਹਿਰਦੇ 'ਚ ਵਸਾ ਲੋਗੇ ਤੇ ਔਰ ਸਾਸ ਗ੍ਰਾਸ ਮਤਲਬ ਹਰ ਮੋਰਸਲ ਦੇ ਅੰਦਰ ਔਰ ਹਰ ਬ੍ਰੈਥ ਦੇ ਅੰਦਰ ਆਪਣਾ ਖਸਮ ਦ ਬਿਲਵਡ ਨੂੰ ਯਾਦ ਰੱਖੋਗੇ ਤੇ ਆਈਏ, ਉਹ ਰਹਾਉ ਦੀ ਤੁਕ ਹੈ। ਗੁਰ ਕੇ ਚਰਨ ਵਿਟੋ ਬਲ ਜਾਉ, ਉਹ ਕਹਿੰਦੇ ਮੈਂ ਮਤਲਬ ਗੁਰੂ ਦੇ ਚਰਨਾਂ ਤੋਂ ਮਤਲਬ ਬਲਿਹਾਰੀ ਜਾਵਾਂ, ਮੈਂ ਸੈਕਰੀਫਾਈਸ ਇਨਟੂ ਦੈਟ। ਗੁਰ ਕੇ ਗੁਣ ਅੰਦਿਨ ਨਿਤ ਗਾਉ, ਮੈਂ ਡੇਲੀ ਕॉन्स्टेंटली ਗੁਰੂ ਦੇ ਗੁਣ ਗਾਵਾਂ। ਗੁਰ ਕੀ ਧੂੜ ਕਰੋ ਇਸਨਾਨ, ਉਹ ਗੁਰੂ ਦੀ ਚਰਨਾਂ ਦੀ ਧੂੜ ਦੇ ਨਾਲ ਮੈਂ ਇਸਨਾਨ ਕਰਾਂ। ਸਾਚੀ ਦਰਗੇ ਪਾਈਏ ਮਾਨ, ਤੇ ਸਾਚੀ ਮੇਰੇ ਅਕੋਰਡਿੰਗ ਟੂ ਸਮਥਿੰਗ ਦੈਟ ਇਜ਼ ਐਗਜ਼ਿਸਟੈਂਟ, ਤੇ ਸਾਚੀ ਦਰਗੇ ਇਜ਼ ਦਿਸ, ਉਹਦੇ ਅੰਦਰ ਮਾਣ ਮਿਲਦਾ ਹੈ। ਮਾਣ ਬੰਦੇ ਨੂੰ ਨਹੀਂ ਮਿਲਦਾ, ਮਾਣ ਉਸ ਚੀਜ਼ ਦਾ ਮਿਲਦਾ ਹੈ, ਉਸ ਪਾਤਸ਼ਾਹ ਦਾ ਮਾਣ ਮਿਲਦਾ ਹੈ। That is what it indicates. Just one thing before I go further, I want to say Guru is not just a person, it is a tattva, essence है जो कि हर रूप विच सामने आ सकता है, किसी भी रूप विच सामने आ सकता है। Just like Dr. Kapoor says कि सर कहते हैं कि रब किसी भी रूप विच सामने आ सकता है, उस तरह गुरु भी किसी भी रूप विच सामने आ सकता है, निराकार भी और आकार भी। Then साची दरगे पाइये मान, गुर बोहित हो भवजल, तो कहते हैं कि गुरु is the boat to sail across this maya, the illusory presence जिनके दिन। गुर बैठियो ना होए जन अवतार, गुरु ਨੂੰ ਮਿਲਣ ਦੇ ਨਾਲ ਅਵਤਾਰ ਨਹੀਂ ਹੁੰਦਾ, reincarnation. Again, last time I said my reincarnation theory is completely different. I will delve into that sometimes if I get the time. गुर बैठियो ना होए जन अवतार, गुर की सेवा सो जन पाए, गुर की सेवा जो जन पांदा है, मतलब meeting with the guru, I shall not, the humble being ਜਿਹਨੂੰ ਮਿਲਦਾ ਹੈ ਉਹਨੂੰ ਗੁਰੂ ਦੀ ਸੇਵਾ ਮਿਲਦੀ ਹੈ। ਜਾਕੋ ਕਰਮ ਲਿਖਿਆ ਧੁਰ ਆਏ, ਉਹਨੂੰ ਮਿਲਦੀ ਹੈ ਜਿਹਦਾ already preordained, I wouldn't like to use the word, I would like to use ਕਿ ਜਿਹਦੇ ਤੇ ਨਜ਼ਰ ਹੁੰਦੀ ਹੈ ਉਹਨੂੰ ਗੁਰੂ ਦੀ ਸੇਵਾ ਦਾ ਅਵਸਰ ਮਿਲਦਾ ਹੈ। ਗੁਰ ਮੇਰੇ ਜੀਵਨ ਗੁਰ ਆਧਾਰ, ਉਹ ਕਹਿੰਦੇ ਗੁਰੂ ਮੇਰਾ ਜੀਵਨ ਹੈ ਔਰ ਗੁਰੂ ਹੀ ਮੇਰੀ ਆਧਾਰ ਮਤਲਬ ਸਪੋਰਟ ਜਾਂ ਟੇਕ ਹੈ। ਗੁਰ ਮੇਰੀ ਵਰਤੋ ਗੁਰ ਪਰਵਾਰ, गुरु मेरी वर्तन है, मतलब माई वे ऑफ वर्किंग, गुरु ही परिवार है, पूरा परिवार भी है, मतलब एवरीथिंग इज द गुरु, बिकॉज द गुरु इज प्रेजेंट एवरीवेयर। अगर देखा जाए इट इज द एसेंस। गुर मेरा खसम सतगुर सरनाई, वो खसम भी है, इट इज बिलाउड, बिकॉज गुरु के अंदर मैं नहीं होता, गुरु के अंदर आपा भाव नहीं होता, गुरु मुक्त होता है, इट इज एवरीथिंग, इट इज इन्फिनिट। क्योंकि गुरु के अंदर मैं जो इल्यूजरी प्रेजेंस है वो खत्म हो चुकी है, जीवन मुक्त है जिन कह सकते हो। नानक गुरु पारब्रह्म जाग की कीम न पाई, कहते गुरु हिमसेल्फ इज सुप्रीम गॉड। पार ब्रह्म मतलब ब्रह्म मतलब वॉन्डरिंग, तो पार ब्रह्म मतलब जो वॉन्डरिंग तो परे जा चुका है, जो ऐस
ਇੱਕ ਜਿਸ ਤਰ੍ਹਾਂ ਕਿ the easiest example I can give is ਇੱਕ ਸਕਰੀਨ ਹੁੰਦਾ ਜਿਸ ਤਰ੍ਹਾਂ ਟੀਵੀ ਦਾ, ਉਹਦੇ ਤੇ ਬਹੁਤ ਕੁਝ ਆਉਂਦਾ ਹੈ, ਬਟ ਉਹ ਸਕਰੀਨ ਕਦੇ ਵੀ ਡੈਮੇਜ ਨਹੀਂ ਹੁੰਦਾ। ਉਹਦੇ ਅੰਦਰ ਮਤਲਬ ਵਾਰ ਵੀ ਦਿਖਾ ਸਕਨੇ ਆ, ਵੇ ਕੀ ਕਹਿੰਦੇ ਸੁਨਾਮੀ ਵੀ ਦਿਖਾ ਸਕਨੇ ਆ, ਪਰ the screen remains intact. That is the Guru. Everything arises there, but it is still intact. ਤੇ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਏ। ਔਰ ਨੈਚੁਰਲੀ ਜੋ ਚੀਜ਼ ਨਿਰਾਕਾਰ ਹੈ, ਜਿਹਨੂੰ ਤੁਸੀਂ ਆਸਮਾਨ ਹੈ, ਉਹਨੂੰ ਤੁਸੀਂ ਬਾਦਲ ਆ ਜਾਣ ਜਾਂ ਸੂਰਜ ਆ ਜਾਏ, ਉਹਨੂੰ ਫਰਕ ਨਹੀਂ ਪੈਂਦਾ, ਤੇ ਉਹਦੀ ਕੀਮਤ ਤੁਸੀਂ ਕਿਸ ਤਰ੍ਹਾਂ ਪਾ ਸਕਦੇ ਹੋ? ਉਹ ਇਨਫਿਨਿਟ ਦੀ। That is what I think is the meaning of the Shabad. Very good, well done, ਬਹੁਤ ਅੱਛਾ ਕੀਤਾ। ਨਵਤੇਜ ਜੀ ਨੈਕਸਟ ਸ਼ਬਦ ਕਿਹੜਾ ਕਿਹਨੂੰ ਦੇਣਾ? ਉਹ ਮੈਂ ਸੋਚਿਆ ਕਿ ਅਸੀਂ ਸਾਰੇ ਸ਼ੇਅਰ ਹੀ ਕਰ ਲੈਣੇ ਆ, ਜਿਹੜਾ ਆਪਣੇ ਪਹਿਲਾ ਸ਼ਬਦ ਬਹੁਤ ਸ਼ਬਦ ਨੇ ਹੋਣਾ, ਜਿਹੜੇ ਇੱਕ 1266 ਤੇ ਹੈ, ਇੱਕ 1254 ਤੇ ਹੈ, ਮੈਂ ਕਰ ਲੈਣਾ। ਚਾਰ ਪਦੇ ਨੇ, ਸੋ 8 ਪਦੇ ਨੇ। ਸੋ ਜਿੰਨੇ ਕੁਛ ਨਹੀਂ, ਮਹਿੰਦਰ ਤੋਂ ਸ਼ੁਰੂ ਕਰ ਲਓ ਤੇ 2-2 ਪਦੇ ਦੇ ਦਿਓ ਚਾਰਾਂ ਨੂੰ। ਮਹਿੰਦਰ ਜੀ ਇੱਕ ਪਦਾ ਸਾਰਿਆਂ ਨੂੰ ਦੇ ਦਿਓ। ਮਹਿੰਦਰ ਜੀ ਕਰੋਗੇ? ਹਾਂਜੀ ਕਰੋ। ਖਾਣਾ ਪੀਣਾ ਹੱਸਣਾ ਸੋਣਾ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਇਹ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਤੇ ਜਿਹੜਾ ਅਸੀਂ ਸੰਸਾਰ ਵਿੱਚ ਰਹਿੰਦੇ ਹੋਇਆ ਸਾਨੂੰ ਸਵੇਰੇ ਸ਼ਾਮ ਖਾਣ ਪੀਣ ਤੇ ਸੌਣਾ ਸੌਣ ਦਾ ਖਿਆਲ ਹੈ, ਤੇ ਪ੍ਰਭੂ ਦਾ ਨਾਮ ਜਿਹੜਾ ਸਾਨੂੰ ਭੁੱਲ ਚੁੱਕੇ ਆ। ਖਸਮ ਵਿਸਰੇ ਖੁਰਾਹੀ ਕੀਨੀ ਤਿਰਗ ਜੀਵਨ ਨਹੀਂ ਰਹਿਣਾ। ਖਸਮ ਫਿਰ ਉਹ ਸਾਨੂੰ ਰੱਬ ਭੁੱਲ ਗਿਆ ਹੈ। ਠੀਕ ਹੈ, ਖਸਮ ਵਿਸਾਰ ਖੁਆਰੀ ਕੀਨੀ ਤਿਰਗ ਜੀਵਨ। ਸਾਡੇ ਜੀਵਨ ਵਿੱਚ ਜਿਹੜਾ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਹੈ। ਔਰ ਜੀਵਨ ਕਿਸ ਤਰ੍ਹਾਂ ਦਾ ਹੈਗਾ ਜੇ ਸਾਡੇ ਕੋਲੋਂ ਰੱਬ ਭੁੱਲ ਗਿਆ? ਠੀਕ ਹੈ, ਜਿਸ ਵਿੱਚ ਵਰਡ ਕਹਿੰਦੇ ਹੋ ਨਾ ਖਸਮ ਵਿਸਾਰੀ, ਉਹ ਠੀਕ ਹੋ ਗਿਆ, ਰੱਬ ਭੁੱਲ ਗਿਆ। ਉਹਦੇ ਨਾਲ ਹੋਇਆ ਕੀ ਹੈ? ਖੁਆਰੀ ਕੀਨੀ, ਤੇ ਫਿਰ ਬਰਬਾਦੀ ਆ ਗਈ ਹੈ, ਫਿਰ ਲਾਸ ਹੋ ਗਿਆ। ਅੱਗੇ ਬੋਲੋ, ਤਿਰਗ ਜੀਵਨ ਨਹੀਂ ਰਹਿਣਾ। ਚੰਗਾ ਜੀਵਨ ਉਹ ਰਹਿਣਾ ਨਹੀਂ, ਕਿਉਂਕਿ ਜਦੋਂ ਸਾਨੂੰ ਖੁਆਰੀ ਹੋ ਗਈ ਨਾ, ਇਸ ਤਰ੍ਹਾਂ ਸਾਡਾ ਚੰਗਾ ਜੀਵਨ ਨਹੀਂ ਰਹਿਣਾ। ਠੀਕ ਹੈ, ਚਲ ਗੁਰਦੀਪ ਨੈਕਸਟ ਸਟੈਂਜ਼ਾ। ਜੀ, ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਰਹਾਓ। ਕਹਿੰਦੇ ਵੀ ਪ੍ਰਾਣੀ ਵੀ ਤੂੰ ਏਕੋ ਨਾਮ, ਇੱਕ ਵਗ ਨੂੰ ਤੂੰ ਧਿਆਇਆ ਕਰ, ਉਹਦਾ ਸਿਮਰਨ ਕਰ, ਆਪਣੀ ਪੱਤ ਸੇਤੀ ਕਰ ਜਾਵੋ। ਤੂੰ ਆਪਣੀ ਪੱਤ ਲੈ ਕੇ ਜਿੱਦਾਂ with honor you go to the Almighty's abode into sachkhand। ਇਹਨੂੰ ਪਹਿਲੀ ਲਾਈਨ ਦੇ ਨਾਲ ਕਿਵੇਂ ਜੋੜੋਗੇ? ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪੱਤ ਸੇਤੀ ਕਰ ਜਾਵੋ। ਸਿਰਫ ਇੱਕ ਨਾਮ, ਇੱਕ ਵਕਤ ਨੂੰ ਤੂੰ ਸਿਮਰਨ ਕਰਕੇ ਤੂੰ ਆਪਣੀ ਪੱਤ ਸੇਤੀ ਆਪਣੀ ਔਨਰ ਨਾਲ ਤੂੰ ਗਾਂ ਜਾਊਂਗਾ। ਦਵਿੰਦਰ ਸਿਰਫ ਉਹਦੇ ਨਾਮ ਤੇ ਆਉਣ ਦੇ ਨਾਲ। ਤੁਧ ਨੂੰ ਸੇਵੇ ਤੁਝ ਕਿਆ ਦੇਵੇ। ਤੁਧ ਨੂੰ ਸੇਵੇ ਤੁਝ ਕਿਆ ਦੇਵ ਹੈ। ਜਿਹੜੇ ਤੈਨੂੰ ਧਿਆਉਂਦੇ ਆ ਉਹ ਤੈਨੂੰ ਕੁਝ ਦੇ ਨਹੀਂ ਸਕਦੇ, ਪਰ ਹਮੇਸ਼ਾ ਤੇਰੇ ਕੋਲੋਂ ਮੰਗ ਹੈ, ਲੇਵ ਹੈ, ਰਹਿ ਨਹੀਂ। ਕਹਿੰਦੇ ਹਮੇਸ਼ਾ ਤੇਰੇ ਕੋਲੋਂ ਮੰਗਦੇ ਰਹਿੰਦੇ ਆ, ਮੰਗਦੇ ਆ। ਤੂੰ ਦਾਤਾ ਦੇਵੇ ਰਹੇ ਨਹੀਂ। ਹਾਂ, ਉਹ ਲੈਣ ਦੇਣ ਦੇ ਗੱਲ ਕਰਦੇ ਆ ਕਿ ਉਹ ਤੇਰੇ ਨਾਲ ਹੀ ਸਾਰਾ ਆਪਣਾ ਵਿਹਾਰ ਕਰਦੇ ਆ, ਲੈਂਦੇ ਦੇਵੇ। ਲਾਸਟ ਦਾ ਮਤਲਬ ਇਹ ਵੀ ਹੈ ਕਿ ਜੋ ਕੁਝ ਵੀ ਉਹਨਾਂ ਕੋਲ ਲੈ ਰਹਿਣਾ ਤੇ ਉਹ ਵੀ ਕਦੇ ਨਹੀਂ। ਹਾਂ, ਜਿਹੜੀ ਕੋਈ ਵੀ ਚੀਜ਼ ਤੁਹਾਡੇ ਕੋਲ ਹੈ, ਮਟੀਰੀਅਲ ਚੀਜ਼, ਉਹ ਤੇ ਰਹਿਣੀ ਕੋਈ ਨਹੀਂ। ਚਲੋ ਨੈਕਸਟ ਲਾਈਨ। ਤੂੰ ਦਾਤਾ ਜੀਆ ਸਭਨਾ ਕਾ, ਜੀਆ ਅੰਦਰ ਜਿਉ ਤੂੰ ਹੀ। ਕਿਉਂਕਿ ਤੂੰ ਸਾਰਿਆਂ ਨੂੰ ਦੇਣ ਵਾਲਾ ਆ, ਸਾਰੇ ਜੀਆਂ ਨੂੰ ਤੂੰ ਹੀ ਪਾਲਦਾ ਆ, ਤੇ ਸਾਰਿਆਂ ਦੇ ਵਿੱਚ ਵੀ ਤੂੰ ਹੀ ਆ। ਸਾਰੇ ਗੁਰਮੁਖ ਤੇ ਆਵੇ ਸੇ ਅੰਮ੍ਰਿਤ ਪਾਵੇ ਸਹੀ ਸੁਚੇ ਹੋਈ, ਐਨਕ ਨਾਮ ਜਪੋ ਰੇ ਪ੍ਰਾਣੀ ਮੈਲੇ ਅੱਛੇ ਹੋਈ। ਗੁਰਮੁਖ ਜਿਹੜੇ ਗੁਰਮੁਖ ਉਹ ਹਮੇਸ਼ਾ ਵਾਹਿਗੁਰੂ ਦਾ ਨਾਮ ਲੈਵੇ ਤੇ ਉਹਨਾਂ ਨੂੰ they become pure, ਹੈ ਨਾ, ਤੇ ਰਾਤ ਦਿਨ ਉਹਨਾਂ ਦਾ ਨਾਮ ਲੈਵੇ, ਤੇ ਜਿਹੜਾ ਅੰਦਰ ਜਿਹੜਾ ਕੋਈ ਵੀ ਖਰਾਬ ਚੀਜ਼ ਆ ਉਹ ਨਿਕਲ ਜੂਗੀ। ਨਵਤੇਜ ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਸੋ ਇੱਥੇ ਕਹਿੰਦੇ ਨੇ ਕਿਉਂਕਿ ਇਹ ਰਾਗ ਮਲਾਰ ਹੈ, ਮਤਲਬ ਇਹ ਕਹਿੰਦੇ ਜਿੱਦਾਂ ਰੁੱਤੀਆਂ ਆਉਂਦੀਆਂ ਰਹਿੰਦੀਆਂ ਨੇ, ਸੋ ਜਿੱਦਾਂ ਦੀ ਰੁੱਤੀ ਹੈ ਉੱਦਾਂ ਦੀ ਜਿਹੜੀ ਜਿਸਮ ਨੂੰ, ਮਤਲਬ ਕਿ ਉੱਦਾਂ ਦਾ ਜਿਸਮ ਬਣ ਜਾਂਦਾ ਹੈ। ਜਿਸਮ ਵੀ ਉਸ ਤਰ੍ਹਾਂ ਹੀ ਬਣ ਜਾਂਦਾ, ਕੰਫਰਟ ਵੀ ਉਹ ਜਿਸਮ ਨੂੰ ਉਸ ਤਰ੍ਹਾਂ ਹੀ ਮਿਲਦੇ ਨੇ। ਹੁਣ ਜਿੱਦਾਂ ਸਮਝੋ ਕਿ ਜਿੱਦਾਂ ਬਹੁਤ ਹੀ ਤਪ ਹੋ ਰਿਹਾ, ਬੰਦਾ ਪਾਣੀ ਨੂੰ ਤਰਸਦਾ ਹੈ, ਉੱਦਾਂ ਦਾ ਜਿਸਮ ਬਣ ਜਾਂਦਾ ਹੈਗਾ। ਸੋ ਪਰ ਇੱਥੇ ਲਾਸਟ ਲਾਈਨ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਉਹੀ ਰੁੱਤ ਸੁਹਾਵੀ ਹੈ ਕਿ ਜਿਸ
ਕਿ ਹਰ ਇੱਕ ਰੁੱਤ ਸੁਹਾਵੀ ਹੈ, ਪਰ ਜਦੋਂ ਨਾਮ ਨਹੀਂ ਹੁੰਦਾ ਤਾਂ ਕਹਿੰਦੇ ਉਹ ਕਿਹੜੀ ਰੁੱਤ ਹੋਈ ਫਿਰ, ਤੇ ਉਹ ਕਿ ਮਤਲਬ ਕਿ ਤੇਰੇ ਨਾਮ ਤੋਂ ਬਿਨਾ ਕੋਈ ਵੀ ਰੁੱਤ ਨਹੀਂ ਹੈਗੀ, कि कुछ भी चीज सुहावी नहीं लगती। ठीक है वजीर जी, नेक्स्ट पेज 1266। क्या तू सोचे, क्या तू चितवे, क्या तू करे उपाय, ताको कहो परवाह कहूं कि जिसको पाल सहाय। इस तो बाद अमृत तेरी बारी है, फिर बबली से फिर दर्पणा। हाँ जी। क्या तू सोचे, क्या तू चितवे, क्या तू करे उपाय। तू की सोचदा है, की तेरे चित विच है, की तू उपाय कर रहा है, की उपाय तुसी किहड़ी चीज दी ब्योत कर रहे बचन वास्ते। तां को कहो परवाह कहू की जेह गोपाल सहाय। जिन्हां दा गोपाल सहाई हो गया उन्हां नूं तां को परवाह कहू की उन्हों किहदी परवाह है। जिहदा सहाई गोपाल हो गया फिर थानू कोई सोचण दी चितवन दी किसी चीज दी जरूरत नहीं है। तुसी गोपाल नूं अपना सहाई बना लो। चल अमृत। बरसे मेघ सखी घर पहुने आए, मोह दीन कृपा नित ठाकर, नवनित नाम समाए। So Barse rain showers from the clouds, and got home. The guest has come into my home, Garbana, and Muhyiddin Garba. But I'm weak, meek. Nid Takar. The Lord and Master. Sorry, is Nida Takar Nav Nam Samai. Nam Samai. I'm absorbed in the name, the 9 treasures of the name. That is the name of the Master. Name of the Lord. Muhyiddin Kirpa Nid Takar Nav Nid Nam Samai. The Lord and Master is the ocean of mercy, and I'm absorbed in the 9 treasures of the Naam, the name of the Lord. Naam Samai. ठीक है बबली। अनेक प्रकार भोजन भो किए भो व्यंजन मिष्टाए। ਉਹਦਾ ਮਤਲਬ ਹੈ ਕਿ ਮੈਂ ਕਈ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਹੋਏ ਨੇ, ਕਈ ਤਰ੍ਹਾਂ ਦੀ ਚੀਜ਼ਾਂ ਬਣਾਈਆਂ ਹੋਈਆਂ ਨੇ। ਤੇ ਕਰੀ ਪਾਕਸ਼ਾਲ ਸੋਚ ਪਵਿੱਤਰਾ ਉਨ ਲਾਓ ਭੋਗ ਹਰ ਰਾਏ। ਉਹਨੂੰ ਆ ਕੇ ਸੇਕ੍ਰੇਟ ਕਰ ਲਓ, ਉਹਨੂੰ ਆ ਕੇ ਖਾਓ ਤੇ ਉਹਨੂੰ ਪਿਓਰ ਹੋ ਜਾਣਗੇ ਉਹ। ਨਹੀਂ ਠੀਕ ਹੈ ठीक है। चल दर्पणा। दुष्ट बिलारे साजन रैसे ए मंदिर कर अपनाए। ਉਹ ਕਹਿੰਦੇ ਸਾਰੇ ਦੁਸ਼ਟ ਵਿਕਾਰ ਹੋ ਗਏ ਮਿਟਾਤੇ ਤੇ ਸਾਜਨ ਮਾਈ ਪਲੀਜ਼ ਬਿਲਵਡ ਕਮ ਔਰ ਇਸ ਕਾਰ ਮੰਦਿਰ ਨੂੰ ਅਪਣਾ ਲਓ। ਜੋ ਮੇਰਾ ਲਾਲ ਰੰਗਿਓ ਆਇਓ ਤਾਂ ਮੈਂ ਸਭ ਸੁਖ ਪਾਏ। ਜਦ ਉਹਦੇ ਰੰਗ ਦੇ ਅੰਦਰ ਰੰਗਿਆ ਜਾਵਾਂਗਾ ਤੇ ਸਾਰਾ ਸੁੱਖ ਹੀ ਮਿਲ ਜਾਏਗਾ ਫਿਰ ਤੇ ਸਫਰਿੰਗ ਵਿਲ ਸੀਜ਼। ਓਕੇ ਗੁਰਦੀਪ ਲਾਸਟ ਲਾਈਨ। संत सभा ओट गुर पूरे गुरमस्तक लेख लिखाए। ਸੰਤ ਸਭਾ ਓਟ ਗੁਰ ਪੂਰੇ ਗੁਰਮस्तक ਲੇਖ ਲਿਖਿਆ ਵੀ ਸੰਤਾਂ ਦੀ ਸੰਗ ਵਿੱਚ ਉਹਦੇ ਰੱਬ ਦਾ ਸਹਾਰਾ ਲਿਆ ਆ। ਐਂਡ ਗੁਰਮस्तक ਲੇਖ ਲਿਖਾਏ। ਜਿਹੜੇ ਮਤੇ ਦਾ ਜਿਹੜੇ ਡੈਸਟਨੀ ਆ ਉਹ ਚੰਗੀ ਜਿਹਦਾ ਫਿਰ ਬਣ ਜਾਂਦੀ ਆ, ਉਹ ਮਹਾਰਾਜ ਆਪ ਕਿਰਪਾ ਕਰਦੇ ਆ। ਜਿਸ ਮਹਿੰਦਰ ਜਦ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁੱਖ ਨਾ ਲੱਗੇ ਆਏ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਰੰਗ, ਜਿਹਨਾਂ ਪ੍ਰਮਾਤਮਾ ਨੂੰ ਪਾ ਲਿਆ ਉਹਨੂੰ ਕਿਸੇ ਵੀ ਕਿਸਮ ਦਾ ਦੁੱਖ ਨੇੜੇ ਨਹੀਂ ਆ ਸਕਦਾ। ਜੀਵਨ ਰੰਗਲਾ ਹੋ ਜਾਂਦਾ, ਉਹਦਾ ਜੀਵਨ ਸੁਹਾਲਾ ਤੇ ਰੰਗਲਾ ਹੋ ਜਾਂਦਾ। ਤੁਸੀਂ ਜਿੰਨੇ ਸ਼ਬਦ ਅੰਮ੍ਰਿਤ ਵੇਲੇ ਦੇ ਪੜ੍ਹੇ ਨੇ, ਰਾਗ ਮਲਾਰ ਦੇ ਪੜ੍ਹੇ ਨੇ, ਔਰ ਹੁਣ ਤੱਕ ਜਿਤਨੇ ਵੀ ਰਾਗ ਹੋ ਗਏ ਨੇ, ਜੇ ਤੁਸੀਂ ਇਹਨੂੰ ਬਹੁਤ ਧਿਆਨ ਦੇ ਨਾਲ ਸੋਚੋ, ਧਿਆਨ ਦੇ ਨਾਲ ਦੇਖੋ ਕਿ ਸ਼ਬਦ ਕੀ ਹੈ। ਸ਼ਬਦ ਇੱਕ ਸੁਨੇਹਾ ਹੈ ਪਰਮਾਤਮਾ ਦਾ ਤੁਹਾਨੂੰ, ਲਿਖਤ ਇੱਕ ਇੰਸਟਰਕਸ਼ਨ ਹੈ ਪਰਮਾਤਮਾ ਦੀ ਤੁਹਾਨੂੰ। ਸਭ ਤੋਂ ਵੱਡੀ ਜਿਹੜੀ ਸਿੱਖਿਆ ਮੈਂ ਤੁਹਾਨੂੰ ਇਸ ਕਲਾਸ ਵਿੱਚ ਦੇ ਸਕਦਾ, ਤੁਸੀਂ ਸ਼ਬਦ ਪੜ੍ਹੋ ਔਰ ਫਿਰ ਸ਼ਬਦ ਦੇ ਵਿੱਚ ਜੋ ਲਿਖਿਆ ਹੈ ਅਗਰ ਉਹਨੂੰ ਆਪਣੇ ਜੀਵਨ ਦਾ ਪਾਰਟ ਬਣਾ ਲਓ, ਫਿਰ ਜੋ ਕੁਝ ਵੀ ਤੁਸੀਂ ਕੀਤਾ that is worth it।
जिस तरह माँ तुहानू कोई सिक्ख्या दिंदी है, तुसी सिक्ख्या सुन के एक कन्नों सुन के दूजे कन्नों कढ़दे हो ते उस सिक्ख्या का कोई मतलब ही नहीं है। इसी तरह ही तुसी जपजी पढ़ते हो, तुसी इन्ने अत शब्द पढ़े ने, हर शब्द च सिक्ख्या है। सिक्ख्या यही है कि लास्ट से कहता परमात्मा तुहानू लंघा देगा पार, पर तुसी ओहदा नाम ते जपो, ਉਹਨੂੰ ਆਪਣੇ ਦਿਲ ਵਿੱਚ ਤੇ ਵਸਾਓ। ਦਿਲ ਵਿੱਚ ਵਸਾਉਣ ਦਾ ਮਤਲਬ ਇਹ ਹੈ ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਉਹਦੇ ਨਾਲ ਜੋੜ ਦਿਓ। ਜਿਵੇਂ ਤੁਸੀਂ ਨਹੀਂ ਕਹਿੰਦੇ ਨਵਤੇਜ ਜੀ ਕਿ ਹਰ ਵੇਲੇ ਉਹਦਾ ਨਾਂ ਜਪੋ। ਹੁਣ ਤੁਸੀਂ ਸਵਾਲ ਕਰ ਸਕਦੇ ਯਾਰ ਮੈਂ ਆਫਿਸ ਵਿੱਚ ਉਹਦਾ ਨਾਂ ਕਿਵੇਂ ਜਪ ਸਕਦਾ? ਤੁਹਾਨੂੰ ਮੂੰਹ 'ਚ ਕੁਝ ਕਹਿਣ ਦੀ ਲੋੜ ਨਹੀਂ, ਆਪਣੀ ਆਤਮਾ ਨੂੰ ਉਹਦੇ ਨਾਲ ਜੋੜ ਕੇ ਰੱਖੋ ਹਰ ਵੇਲੇ। ਮੂੰਹ ਨਾਲ ਜੋ ਮਰਜ਼ੀ ਕਹੀ ਜਾਓ, ਅੱਖਾਂ ਨਾਲ ਜੋ ਮਰਜ਼ੀ ਦੇਖੀ ਜਾਓ, ਤੁਹਾਡੇ ਚਿੱਤ ਵਿੱਚ ਸਿਰਫ ਪਰਮਾਤਮਾ ਰਹਿਣਾ ਚਾਹੀਦਾ। ਤੁਹਾਡੀ ਆਤਮਾ ਪਰਮਾਤਮਾ ਦੇ ਨਾਲ ਜੁੜੀ ਰਹਿਣੀ ਚਾਹੀਦੀ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ। You all have done very well, ਔਰ ਵਾਹਿਗੁਰੂ ਕਰੇ ਕਿ ਅਸੀਂ ਇਸੇ ਤਰ੍ਹਾਂ ਮਿਲਦੇ ਰਹੀਏ ਔਰ